ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਪਣੀ ਵਿਚਾਰ ਚਰਚਾ ਦਾ ਜਿਹੜਾ ਵਿਸ਼ਾ ਹੈ ਮੋਡਰਨਿਟੀ, ਜਿਹਨੂੰ ਪੰਜਾਬੀ 'ਚ ਆਧੁਨਿਕਤਾ ਕਹਿੰਦੇ ਆ, ਮੈਂ ਆਪਣੀ ਬੁੱਧੀ ਮੁਤਾਬਕ ਜਿੰਨਾ ਕੁ ਸਮਝ ਸਕਿਆ ਮਸਲੇ ਨੂੰ, ਉਹ ਤੁਹਾਡੇ ਨਾਲ ਮੈਂ ਕੁਝ ਗੱਲਾਂ ਸਾਂਝੀਆਂ ਕਰਾਂ। ਉਹਦੇ ਬਾਰੇ ਜੋ ਪ੍ਰਚਲਿਤ ਨੋਸ਼ਨ ਹੈ, ਜੋ ਧਾਰਨਾ ਹੈ, ਜੋ ਪ੍ਰਚਾਰੀ ਗਈ 300 ਸਾਲ ਤੋਂ, ਜੋ ਬਿਰਤਾਂਤ ਰਚਿਆ, ਜੋ ਪ੍ਰਵਚਨ ਚੱਲਿਆ, ਉਸ ਨੇ ਇੱਕ ਖਾਸ ਕਿਸਮ ਦੀ ਸਮਝ ਜਾਂ ਧਾਰਨਾ ਮਨਾਂ ਦੇ ਵਿੱਚ ਬਹੁਤ ਡੂੰਘੀ ਫਸਾਤੀ ਹੈ। ਬੜੀਆਂ ਡੂੰਘੀਆਂ ਜੜ੍ਹਾਂ ਫੜ ਗਈ। ਡੂੰਘੀਆਂ ਇਸ ਕਰਕੇ ਕਿ ਮਾਡਰਨ ਹੋਣਾ ਬੜਾ ਮਾਣ ਵਾਲੀ ਗੱਲ ਸਮਝੀ ਜਾਂਦੀ ਹੈ। ਮਾਡਰਨਿਟੀ ਨੂੰ ਇੱਕ ਆਦਰਯੋਗ ਸਥਾਨ ਸਾਡੇ ਸਮਾਜ ਦੇ ਵਿੱਚ ਜਾਂ ਚੇਤਨਾ ਦੇ ਵਿੱਚ ਜਾਂ ਆਮ ਸੂਝ ਦੀ ਪੱਧਰ 'ਤੇ ਮਿਲ ਚੁੱਕਿਆ ਹੈ ਕਿ ਮਾਡਰਨ ਹੋਣਾ ਕੋਈ ਮਾੜੀ ਗੱਲ ਨਹੀਂ। ਸੋ ਇਸ ਤਰ੍ਹਾਂ ਦੀ ਜਦੋਂ ਸਮਝ ਬਣ ਜੇ ਇੱਕ ਲੰਮੇ ਡਿਸਕੋਰਸ ਦੇ ਰਾਹੀਂ, ਤੁਸੀਂ ਉਸ 'ਤੇ ਸਵਾਲ ਉਠਾਉਣਾ ਪਹਿਲਾਂ ਤਾਂ ਉਦੋਂ ਹੀ ਬੜਾ ਓਪਰਾ ਲੱਗਦਾ ਹੈ ਕਿ ਇਹ ਗੱਲ ਵੀ ਕੋਈ ਸੋਚਣ ਵਾਲੀ ਹੈ। ਇਕੱਲੀ ਇਸ 'ਤੇ ਨਹੀਂ, ਜਿਵੇਂ ਨੈਸ਼ਨਲਿਜ਼ਮ ਬਾਰੇ ਵੀ ਆਪਾਂ ਕਹਿੰਦੇ ਹਾਂ, ਦੇਸ਼ ਭਗਤੀ ਬਾਰੇ ਵੀ ਕਹਿੰਦੇ ਹਾਂ ਕਿ ਦੇਸ਼ ਭਗਤ ਹੋਣ 'ਚ ਮਾੜੀ ਕਿਹੜੀ ਗੱਲ ਹੈ। ਸੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਟਰਮਜ਼ ਕਹਿ ਲਓ, ਕਨਸੈਪਟਸ ਜਾਂ ਕੈਟੇਗਰੀਜ਼, ਜਿੰਨਾ ਚਿਰ ਅਸੀਂ ਇਹਨਾਂ ਨੂੰ ਹਿਸਟੋਰੀਸਾਈਜ਼ ਨਹੀਂ ਕਰਾਂਗੇ, ਹਿਸਟੋਰੀਸਾਈਜ਼ ਕਰਨ ਤੋਂ ਭਾਵ ਅਸੀਂ ਇਹ ਨਹੀਂ ਦੇਖਾਂਗੇ ਕਿ ਇਤਿਹਾਸ ਦੇ ਕਿਸ ਪੜਾਅ 'ਤੇ ਜਾ ਕੇ ਕਿਸ ਪ੍ਰਸੰਗ ਦੇ ਵਿੱਚ ਇਹ ਆਈਆਂ, ਇਹ ਸਿਰਜੀਆਂ ਗਈਆਂ, ਇਹਨਾਂ ਦੀ ਰਚਨਾ ਹੋਈ, ਉਹ ਪ੍ਰਸੰਗ ਸਮਝਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ, ਇਤਿਹਾਸ ਵਿੱਚ ਇਹਨਾਂ ਨੇ ਰੋਲ ਕੀ ਨਿਭਾਇਆ। ਸੋ ਇਸ ਗੱਲ ਨੂੰ ਸਮਝੇ ਬਗੈਰ ਸ਼ਾਇਦ ਅਸੀਂ ਇਸ ਮਸਲੇ ਨੂੰ ਚੰਗੀ ਤਰ੍ਹਾਂ ਨਾ ਸਮਝ ਸਕੀਏ। ਕਿਉਂਕਿ ਮਾਡਰਨਿਟੀ ਦੀ ਖਾਸ ਕਰਕੇ ਮੈਂ ਜਦੋਂ ਇਹ ਟੌਪਿਕ ਰੱਖਿਆ ਤਾਂ ਕਈ ਬੰਦਿਆਂ ਤੋਂ ਵੱਲੋਂ ਇਹ ਬੜੀ ਹੈਰਾਨੀ ਜੀ ਵੀ ਹੋਈ। ਉਹਨਾਂ ਨੂੰ ਡਰ ਲੱਗਿਆ ਕਿ ਜੇ ਇਹਨਾਂ ਨੇ ਮਾਡਰਨਿਟੀ 'ਤੇ ਗੱਲ ਸ਼ੁਰੂ ਕਰ ਲਈ, ਮਾਡਰਨਿਟੀ ਦੀ ਪੜਚੋਲ ਕਰਨੀ ਸ਼ੁਰੂ ਕਰ ਲਈ, ਤੇ ਫਿਰ ਸਾਨੂੰ ਉਸੇ ਪੁਰਾਣੇ ਯੁੱਗ 'ਚ ਲੈ ਕੇ ਜਾਣਗੇ। ਸੋ ਇਹ ਜਿਹੜੀ ਯੁੱਗਾਂ ਦੀ ਧਾਰਨਾ ਬਣ ਗਈ, ਇੱਕ ਪੁਰਾਣਾ ਇੱਕ ਨਵਾਂ, ਪੁਰਾਣਾ ਮਾੜਾ, ਨਵਾਂ ਮਾੜਾ। ਜੇ ਨਵੇਂ 'ਤੇ ਕੋਈ ਗੱਲ ਹੁੰਦੀ ਹੈ ਤਾਂ ਇੱਕਦਮ ਇਹ ਸੋਚਣਾ ਵੀ ਫਿਰ ਬਿਲਕੁਲ ਉਵੇਂ ਪੁਰਾਣੇ 'ਤੇ ਜਾਣਗੇ। ਇਹ ਸਾਰੀਆਂ ਗੁੰਝਲਾਂ ਸਾਡੇ ਮਨਾਂ ਦੇ ਵਿੱਚ ਜਿਹੜੀ ਮਾਡਰਨ ਐਜੂਕੇਸ਼ਨ ਹੈ ਜਾਂ ਪੜ੍ਹਾਈ ਹੈ, ਜਾਂ ਜੋ ਮਾਡਰਨ ਚੱਲ ਰਿਹਾ ਡਿਸਕੋਰਸ ਹੈ, ਪ੍ਰਵਚਨ ਹੈ, ਉਹਨੇ ਇਹ ਗੱਲਾਂ ਮਨ ਦੇ ਵਿੱਚ ਬਣਾਤੀਆਂ ਬਹੁਤ ਜ਼ਿਆਦਾ। ਸੋ ਜਿਹਦੇ ਕਰਕੇ ਇੱਕ ਦਿੱਕਤ ਆਉਂਦੀ ਹੈ ਕਿ ਥੋੜ੍ਹਾ ਮਨ ਨੂੰ ਖੋਲ੍ਹ ਕੇ ਗੱਲਾਂ ਨੂੰ ਸੁਣੀਏ ਅਤੇ ਸਮਝੀਏ। ਸੋ ਇੱਕ ਤਾਂ ਇਹ ਕਿ ਇਹ ਜਿਹੜੀ ਮਸਲਾ ਹੈਗਾ ਇਹ ਕਾਫੀ ਵੱਡਾ ਵੀ ਹੈ, ਔਖਾ ਵੀ ਹੈ ਅਤੇ ਗੁੰਝਲਦਾਰ ਵੀ ਹੈ, ਪਰ ਆਪਾਂ ਯਤਨ ਕਰਾਂਗੇ। ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਉਹ ਇੱਕ ਜਾਣ ਪਛਾਣ ਦੀ ਲੈਵਲ 'ਤੇ ਆਪਾਂ ਨੂੰ ਥੋੜ੍ਹਾ ਜਿਹਾ ਪਤਾ ਲੱਗੂਗਾ ਇਹਦੇ ਨਕਸ਼ ਜੇ ਵੀ ਗੱਲ ਕੀ ਹੈ। ਦੂਜੀ ਗੱਲ, ਇਹ ਮਾਡਰਨਿਟੀ ਨੂੰ ਅਸੀਂ ਆਮ ਜੋ ਸਮਝਦੇ ਹਾਂ ਉਹ ਇਹ ਸਮਝ ਲੈਂਦੇ ਹਾਂ ਕਿ ਮਸ਼ੀਨ ਟੈਕਨਾਲੋਜੀ ਜਾਂ ਜਿਹੜੀਆਂ ਸਥੂਲ ਵਰਤਾਰੇ ਸਾਨੂੰ ਅੱਜ ਦਿਸ ਰਹੇ ਨੇ ਕਿ ਦੁਨੀਆ ਪਹਿਲਾਂ ਨਾਲੋਂ ਬਹੁਤ ਬਦਲ ਗਈ, ਕਿੰਨੀਆਂ ਨਵੀਆਂ ਚੀਜ਼ਾਂ ਆ ਗਈਆਂ ਜੋ ਸਥੂਲ ਦਿਸ ਰਹੀਆਂ ਨੇ, ਅਤੇ ਜੀਵਨ ਸ਼ੈਲੀ ਵੀ ਬਦਲ ਗਈ ਬਹੁਤ। ਅਸੀਂ ਸਿਰਫ ਉੱਥੋਂ ਤੱਕ ਹੀ ਦੇਖਦੇ ਹਾਂ ਕਿ ਅੱਜ ਏਅਰਪੋਰਟ ਕਿਹੋ ਜਿਹੇ ਬਣ ਗਏ, ਅੱਜ ਹਾਈਵੇਜ਼ ਕਿਹੋ ਜਿਹੀਆਂ ਬਣ ਗਈਆਂ, ਅੱਜ ਮਲਟੀਪਲੈਕਸ ਕਿਹੋ ਜਿਹੇ ਬਣ ਗਏ। ਜਿਹੜੀ ਪਦਾਰਥਕ ਖੇਤਰ ਦੇ ਵਿੱਚ ਵੱਡੀ ਤਬਦੀਲੀ ਆਈ ਹੈ ਅੱਖਾਂ ਨੂੰ ਝੰਧਿਆ ਦੇਣ ਵਾਲੀ, ਉਸ ਦਾ ਮਨ 'ਤੇ ਇੱਕ ਪ੍ਰਭਾਵ ਪੈਂਦਾ ਕਿ ਮਾਡਰਨਿਟੀ ਆਹੀ ਹੈ। ਸੋ ਇਹ ਜਿਹੜਾ ਹੈਗੇ ਆ ਆਪਣੇ ਨੋਸ਼ਨ ਮਾਡਰਨਿਟੀ ਦੇ ਜੋ ਬਣ ਗਏ, ਐਕਚੁਅਲੀ ਆਪਾਂ ਅੱਜ ਗੱਲ ਕਰਾਂਗੇ ਕਿ ਇਹ ਗੱਲਾਂ ਵੀ ਹੈ, ਪਰ ਮਾਡਰਨਿਟੀ ਸਭ ਤੋਂ ਵੱਧ ਗਿਆਨ ਦੇ ਖੇਤਰ ਵਿੱਚ ਵਾਪਰੀ ਇੱਕ ਬਹੁਤ ਵੱਡੀ ਤਬਦੀਲੀ ਹੈ, ਬਹੁਤ ਵੱਡੀ, ਜਿਹੜੀ ਇਦੋਂ ਪਹਿਲਾਂ ਇਤਿਹਾਸ 'ਚ ਕਦੇ ਸ਼ਾਇਦ ਨਹੀਂ ਵਾਪਰੀ ਸੀ ਗਿਆਨ ਦੇ ਖੇਤਰ 'ਚ। ਸੋ ਗਿਆਨ ਦੇ ਖੇਤਰ 'ਚ ਆਈ ਤਬਦੀਲੀ ਨੇ ਬੰਦੇ ਦੇ ਜਿਹੜਾ ਜੀਵਨ ਦਾ ਸਾਰਾ ਆਧਾਰ ਜਾਂ ਧੁਰਾ ਜਾਂ ਉਹਦੀ ਚੂਲ ਹੀ ਹਿਲਾ ਦਿੱਤੀ। ਸੋ ਬਿਲਕੁਲ ਹੀ ਪਹਿਲਾਂ ਜੀਵਨ ਕੀ ਸੀ ਅਤੇ ਅੱਜ ਕੀ ਹੈ, ਪਹਿਲੇ ਜੀਵਨ ਦੀ ਸੇਧ, ਦਿਸ਼ਾ, ਤੋਰ, ਚਾਲ ਢਾਲ ਕੀ ਸੀ, ਅੱਜ ਕੀ ਹੈ, ਅਤੇ ਇਹਦਾ ਅੱਗੇ ਭਵਿੱਖ ਕੀ ਹੈ, ਇਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਨੇ।
ਸੋ ਇਸ ਕਰਕੇ ਇਸ ਨੂੰ ਆਪਾਂ ਇੱਕ ਗਿਆਨ ਦੇ ਖੇਤਰ ਵਿੱਚ ਕੀ ਵਾਪਰ ਗਿਆ ਹੈ ਜਾਂ ਜਿਹਨੇ ਫਿਰ ਸਾਰੇ ਕੁਛ ਦੇ ਉੱਤੇ ਫਰਕ ਪਾਤਾ। ਹਲ ਇੱਥੋਂ ਤੱਕ ਕਿ ਦੇਸ਼ਾਂ ਨੂੰ ਜਾ ਕੇ ਗੁਲਾਮ ਬਣਾਉਣਾ, ਬਸਤੀਆਂ ਬਣਾਉਣੀਆਂ, ਬਕਾਇਦਾ ਉੱਥੇ ਜਾ ਕੇ ਆਪਦੇ ਢਾਂਚੇ ਖੜੇ ਕਰਨੇ ਅਤੇ ਲੋਕਾਂ ਦੇ ਮਨਾਂ ਨੂੰ ਗੁਲਾਮ ਬਣਾ ਲੈਣਾ ਵਿਚਾਰਾਂ ਅਤੇ ਗਿਆਨ ਦੀ ਮਦਦ ਦੇ ਨਾਲ। ਉਹਦੇ ਵਿੱਚੋਂ ਜਿਹੜੀਆਂ ਜੰਗਾਂ ਨਿਕਲੀਆਂ, ਖੂਨ ਖਰਾਬਾ ਨਿਕਲਿਆ, ਹਿੰਸਾ ਨਿਕਲੀ, ਜਿੰਨੇ ਸੰਤਾਪ ਨਿਕਲੇ। ਅਤੇ ਇਸ ਤੋਂ ਵੀ ਵੱਡੀ ਗੱਲ, ਜਿਹੜਾ ਬੰਦੇ ਵਾਸਤੇ ਰੂਹਾਨੀ ਸੰਤਾਪ ਖੜਾ ਹੋਇਆ ਅੱਜ ਹਰ ਬੰਦੇ ਵਾਸਤੇ ਤਕਰੀਬਨ, ਕਿ ਬਹੁਤ ਪਦਾਰਥਕ ਬਹੁਲਤਾ ਦੇ ਬਾਵਜੂਦ ਇਹੋ ਜਿਹੇ ਬੰਦੇ ਤੁਹਾਨੂੰ ਬਹੁਤ ਘੱਟ ਮਿਲਣਗੇ ਜਿਹੜੇ ਪੂਰੇ ਖੁਸ਼ ਅਤੇ ਆਨੰਦਿਤ ਹੋਣ। ਖੁਸ਼ੀ ਦੀ, ਸੁੱਖ ਦੀ, ਆਨੰਦ ਦੀ ਤੜਫ ਬੰਦੇ 'ਚ ਮੁੱਢ ਤੋਂ ਹੀ ਹੈ, ਜਦੋਂ ਦੀ ਸੋਝੀ ਆ ਗਈ ਉਹਨੂੰ, ਕਿ ਜੋ ਕੁਛ ਕਰ ਰਿਹਾ ਜ਼ਿੰਦਗੀ 'ਚ, ਕਮਾ ਰਿਹਾ, ਜੋ ਕੁਛ ਵੀ ਘਾਲਣਾ ਕਰ ਰਿਹਾ, ਉਹਦਾ ਅਲਟੀਮੇਟ ਆਬਜੈਕਟ ਤਾਂ ਇਹ ਨਾ ਕਿ ਸੁੱਖ ਹਾਸਲ ਕਰਨਾ ਹੈ। ਅਤੇ ਇਹ ਜਿਹੜੀ ਹੈਗੀ ਹੈ ਬੰਦੇ ਦੀ ਤਲਾਸ਼ ਜਾਂ ਤਲਬ ਸੁੱਖ ਹਾਸਲ ਕਰਨ ਦੀ, ਉਹ ਜਿਵੇਂ ਮਿਰਗ ਤ੍ਰਿਸ਼ਨਾ ਹੁੰਦੀ ਹੈ ਕਿ ਜਿੰਨਾ ਸੁੱਖ ਦੇ ਨੇੜੇ ਨੂੰ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਸੁੱਖ ਹੋਰ ਅੱਖਾਂ ਤੋਂ ਓਝਲ ਹੋਈ ਜਾਂਦਾ ਹੈ ਅਤੇ ਨਵੇਂ ਤੋਂ ਨਵੇਂ ਸੰਤਾਪ ਬੰਦਾ ਸਹੇੜੀ ਤੁਰਿਆ ਜਾ ਰਿਹਾ ਹੈ। ਅੱਜ ਤੋਂ 500 ਸਾਲ ਪਹਿਲਾਂ ਬੰਦਾ ਜੋ ਸੀ, ਅੱਜ ਜੋ ਬੰਦਾ ਹੈ ਉਹਦੇ ਕੋਲ ਪਦਾਰਥਕ ਸੁੱਖ ਸਹੂਲਤਾਂ ਦਾ ਤਾਂ ਕੋਈ ਅੰਤ ਹੀ ਨਹੀਂ। ਪਰ ਜੇ ਅਸੀਂ ਰੂਹਾਨੀ ਤੌਰ 'ਤੇ ਦੇਖੀਏ, ਬੰਦਾ ਉਦੋਂ ਵੱਧ ਖੁਸ਼ ਸੀ ਜਾਂ ਅੱਜ ਖੁਸ਼ ਹੈ। ਚਿੰਤਾ, ਡਰ, ਖਤਰੇ, ਤਣਾਅ, ਬਿਮਾਰੀਆਂ, ਇਹ ਸਾਰਾ ਕੁਛ ਉਦੋਂ ਵੱਧ ਸੀ ਜਾਂ ਹੁਣ ਵੱਧ ਹੈ। ਸੋ ਜੇ ਸਾਰੀ ਇਹ ਭੱਜ ਦੌੜ ਦਾ ਨਤੀਜਾ ਇਹੀ ਨਿਕਲ ਰਿਹਾ ਕਿ ਜਿਹੜੀ ਚੀਜ਼ ਦੀ ਤਲਾਸ਼ ਹੈ ਉਹ ਹਾਸਲ ਨਹੀਂ ਹੋਈ, ਤਾਂ ਇਹਦਾ ਮਤਲਬ ਇਹ ਹੈ ਕਿ ਸੋਚੋ, ਬਹੁਤ ਸਦੀਆਂ ਹੋ ਗਈਆਂ, ਬਹੁਤ ਕੁਛ ਹੋ ਗਿਆ, ਬੜੇ ਖੂਨ ਖਰਾਬੇ ਹੋ ਗਏ, ਕਿ ਕਿਤੇ ਬੁਨਿਆਦੀ ਦਿਸ਼ਾ ਮਾਨ ਹੀ ਗਲਤ ਤਾਂ ਨਹੀਂ ਲੈ ਕੇ ਤੁਰ ਪਈ। ਸੋ ਇਹ ਮਾਡਰਨਿਟੀ ਨੂੰ ਅੱਜ ਆਪਾਂ ਜਦੋਂ ਦੇਖਾਂਗੇ ਤਾਂ ਥੋੜ੍ਹਾ ਕੁਛ ਹੱਦ ਤੱਕ ਇਸ ਅਰਥਾਂ ਦੇ ਵਿੱਚ ਦੇਖਾਂਗੇ ਕਿ ਉਹ ਬੰਦੇ ਦੀ ਜੀਵਨ ਦੀ ਸਾਰੀ ਝੂਲ ਕਿੱਥੋਂ ਹਿੱਲੀ ਅਤੇ ਕਿਵੇਂ ਹਿੱਲੀ। ਬਹੁਤ ਸਕੈਚੀ ਮੈਂ ਮਤਲਬ ਅੱਜ, ਕਿਉਂਕਿ ਵਰਤਾਰਾ ਬਹੁਤ ਵੱਡਾ ਹੈ, ਇਹ ਤਾਂ ਕਿਤੇ ਸੰਭਵ ਹੀ ਨਹੀਂ ਕਿਸੇ ਇੱਕ ਲੈਕਚਰ 'ਚ ਗੱਲ ਹੋ ਸਕੇ ਜਾਂ ਇੱਕ ਬੰਦਾ ਇਹਨੂੰ ਸਮਝਾ ਸਕੇ। ਹਰ ਬੰਦੇ ਦੀ ਇੱਕ ਆਪਦੀ ਸੀਮਾ ਹੈ। ਇਹ ਤਾਂ ਬਹੁਤ ਸਾਰੇ ਬੰਦੇ ਲੱਗੇ ਹੋਏ ਨੇ ਪਿਛਲੇ 100 ਸਾਲ ਤੋਂ। ਪਿਛਲੇ 100 ਸਾਲ ਤੋਂ ਇਹ ਸਵਾਲ ਖੜੇ ਹੋ ਗਏ ਵਿਦਵਾਨਾਂ ਦੇ ਮਨਾਂ 'ਚ, ਅਤੇ ਤਕਰੀਬਨ 100 ਸਾਲ ਤੋਂ 1920-25 ਤੋਂ ਸ਼ੁਰੂ ਹੋ ਗਿਆ ਸੀ ਇਹ ਸਿਲਸਿਲਾ, ਜਦੋਂ ਵੱਡੇ ਸਵਾਲ ਖੜੇ ਹੋਏ ਅਤੇ ਮਾਡਰਨਿਟੀ ਦਾ ਕ੍ਰਿਟੀਕ ਜਾਂ ਇਹਦੀ ਆਲੋਚਨਾ, ਉਹਦਾ ਅਮਲ ਸ਼ੁਰੂ ਹੋ ਗਿਆ। ਸਾਡੇ ਤੱਕ ਬਹੁਤ ਲੇਟ ਪਹੁੰਚਿਆ ਹੈ, ਬਹੁਤ ਮਾਮਲਿਆਂ 'ਚ ਅਸੀਂ ਲੇਟ ਹਾਂ, ਉਹਦੇ ਵੀ ਇਤਿਹਾਸਕ ਕਾਰਨ ਕੁਛ, ਪਰ ਇਹ ਸਿਲਸਿਲਾ ਅੱਜ ਬੌਧਿਕ ਪੱਧਰ ਦੇ ਤਾਂ ਉੱਤੇ ਵਿਦਵਾਨਾਂ ਦੀ ਦੁਨੀਆ ਦੇ ਵਿੱਚ ਬਹੁਤ ਰਿੜਕਿਆ ਜਾ ਰਿਹਾ ਹੈ, ਅਤੇ ਕੁਝ ਸਿੱਟੇ ਕੱਢੇ ਨੇ ਉਹਨਾਂ ਨੇ। ਉਹ ਸਿੱਟੇ ਕੀ ਨੇ, ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ। ਜਦੋਂ ਬੰਦੇ ਨੇ ਇੱਕ ਪਸ਼ੂ ਜਗਤ ਨਾਲੋਂ ਆਪਦਾ ਨਿਖੇੜਾ ਕੀਤਾ, ਜੇ ਆਪਾਂ ਦੇਖੀਏ ਕਿ ਜੋ ਪਸ਼ੂ ਜੀਵਨ ਹੈ, ਮਨੁੱਖ ਨੇ ਉਦੋਂ ਬਿਹਤਰ ਜੀਵਨ ਜਿਉਣ ਦਾ ਇੱਕ ਰਾਹ ਅਖਤਿਆਰ ਕੀਤਾ, ਤਾਂ ਜਿਹੜੀ ਗੱਲ ਇਹਦੇ ਵਿੱਚ ਸਹਾਈ ਜਾਂ ਨਿਰਣਾਕਾਰੀ ਬਣੀ ਉਹ ਇਹ ਸੀ ਕਿ ਕੁਦਰਤ ਨੇ ਜਾਂ ਕੁਦਰਤ ਦੇ ਮਾਲਕ ਨੇ ਬੰਦੇ ਨੂੰ ਪਸ਼ੂਆਂ ਨਾਲੋਂ ਇੱਕ ਪੱਖੋਂ ਬਿਹਤਰ ਸਿਰਜਿਆ, ਕਿ ਬੰਦੇ ਕੋਲ ਬੁੱਧੀ ਹੈ ਜਿਹੜੀ ਕਿ ਜਾਨਵਰ ਕੋਲ ਉਸ ਤਰ੍ਹਾਂ ਦੀ, ਪਸ਼ੂਆਂ ਪੰਛੀਆਂ ਕੋਲ ਉਸ ਤਰ੍ਹਾਂ ਦੀ ਵਿਕਸਿਤ ਬੁੱਧੀ ਨਹੀਂ ਜਿਹਦੇ ਨਾਲ ਉਹ ਵਿਚਾਰਾਂ ਕਰ ਸਕਣ। ਜਿਉਣ ਵਾਸਤੇ ਕੰਡੀਸ਼ਨਡ ਰਿਫਲੈਕਸਿਸ ਤਾਂ ਹੈ ਕਿ ਉਹ ਖਤਰੇ ਨੂੰ ਦੇਖ ਸਕਦੇ ਨੇ ਅਤੇ ਗਿਬਨ ਚੁਗਿਰਦੇ ਦੇ ਅੰਦਰ ਹੀ ਉਹ ਤੋਂ ਬਚਾਅ ਕਰ ਸਕਦੇ ਨੇ। ਇੰਨਾ ਕੁ ਤਜਰਬਾ, ਇੰਨੀ ਕੁ ਉਹਨਾਂ ਕੋਲ ਤਕਰੀਬਨ ਅਲੱਗ-ਅਲੱਗ ਜਾਨਵਰਾਂ ਪੰਛੀਆਂ ਕੋਲ ਅਲੱਗ-ਅਲੱਗ ਹੈ, ਨਹੀਂ ਤਾਂ ਅੱਜ ਨੂੰ ਖਤਮ ਹੋ ਜਾਂਦੇ। ਸੋ ਉਹ ਹੈਗੀ ਜਿਹਨੂੰ ਆਪਾਂ ਕਹਿੰਦੇ ਹਾਂ ਇਨਸਟਿੰਕਟ ਆਫ ਸਰਵਾਈਵਲ।
ਪਰ ਉਹਦੇ 'ਚ ਕੋਈ ਬਹੁਤ ਵੱਡੀ ਪਲਾਨ ਕਰ ਸਕਣ, ਆਲੇ ਦੁਆਲੇ ਨੂੰ ਤਬਦੀਲ ਕਰ ਸਕਣ ਆਪਦੀ ਕਿਸੇ ਲੋੜ ਤੇ ਸਮਝ ਦੇ ਮੁਤਾਬਕ ਜਾਂ ਪਲਾਨ ਦੇ ਮੁਤਾਬਕ, ਇਹ ਨਹੀਂ। ਬੰਦੇ ਦੇ ਵਿੱਚ ਇਹ ਆਈ ਹੈ ਬੁੱਧੀ ਦੀ ਗੱਲ। ਸੋ ਜਦੋਂ ਇਹ ਗੱਲ ਆਈ ਬੰਦੇ ਦੇ ਵਿੱਚ ਕਿ ਉਹ ਵਿਚਾਰਨ ਦੇ, ਸੋਚਣ ਦੇ ਸਮਰੱਥ ਹੋਇਆ, ਤਾਂ ਜੋ ਕੁਛ ਵਾਪਰ ਰਿਹਾ ਆਲੇ ਦੁਆਲੇ, ਉਸ ਨੇ ਮਨ 'ਚ ਸਵਾਲ ਖੜੇ ਕੀਤੇ। ਬਹੁਤ ਮੁੱਢਲੀ ਅਵਸਥਾ 'ਚ ਜਦੋਂ ਜੰਗਲਾਂ 'ਚ ਵੀ ਰਹਿੰਦਾ ਸੀ, ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਸੀ, ਅੱਗਾਂ ਲੱਗ ਗਈਆਂ, ਹਜ਼ਾਰਾਂ ਮੀਲਾਂ ਤੱਕ ਸੜ ਗਿਆ ਜੰਗਲ, ਉਹ 'ਚ ਬੰਦੇ ਵੀ ਜਾਂ ਪੰਛੀ ਸਭ ਕੁਝ ਤਬਾਹ ਹੋ ਗਿਆ। ਕਿੱਡੀ ਵੱਡੀ ਆਫਤ ਕਿ ਇਹ ਕੀ ਹੈ। ਹੜ੍ਹ ਆ ਗਏ, ਭੁਚਾਲ ਆ ਗਏ। ਇਹ ਜਿਹੜਾ ਸਾਰਾ ਵਰਤਾਰਾ ਹੈ ਵੀ ਇਹ ਗੱਲ ਕੀ ਹੈ ਇਹ, ਕਿਉਂਕਿ ਡਰ ਤਾਂ ਪੈਦਾ ਕਰਦਾ ਹੈ, ਚਿੰਤਾ ਪੈਦਾ ਕਰਦਾ ਹੈ। ਸੋ ਇਹ ਸਵਾਲ ਪਸ਼ੂ ਪੰਛੀਆਂ ਦੇ ਮਨ 'ਚ ਨਹੀਂ ਖੜੇ ਹੋਏ ਹੋਣੇ, ਬੰਦੇ ਦੇ ਮਨ 'ਚ ਖੜੇ ਹੋਏ, ਅਤੇ ਇਹਨਾਂ ਦੇ ਜਵਾਬ ਲੱਭਣ ਦਾ ਵੀ ਉਹਨੇ ਯਤਨ ਕੀਤਾ। ਸਭ ਤੋਂ ਬੁਨਿਆਦੀ ਸਵਾਲ ਬੰਦੇ ਦੇ ਸਾਹਮਣੇ ਇਹ ਸੀ ਕਿ ਜਿਹੜਾ ਕੁਦਰਤ ਰਚਨਾ ਦਾ ਪਸਾਰਾ ਅਤੇ ਵਰਤਾਰਾ ਹੈ ਸਾਰਾ, ਇਹ ਸਾਰੀ ਖੇਡ ਕੀ ਹੈ। ਕਿਉਂਕਿ ਵਾਪਰ ਰਹੀਆਂ ਗੱਲਾਂ ਦਿਸ ਰਹੀਆਂ, ਸਮਝ ਨਹੀਂ ਆ ਰਹੀ, ਉਹਨਾਂ 'ਤੇ ਬਸ ਵੀ ਨਹੀਂ, ਕੰਟਰੋਲ ਨਹੀਂ ਪੂਰਾ ਬੰਦੇ ਦਾ। ਇਸ ਕਰਕੇ ਉਹਨਾਂ ਤੋਂ ਡਰ ਵੀ ਹੈ ਅਤੇ ਚਿੰਤਾ ਵੀ ਹੈ ਵੀ ਇਹ ਸਾਰੀ ਖੇਡ ਕੀ ਹੈ। ਸੋ ਬਹੁਤਾ ਵਿਸਥਾਰ 'ਚ ਨਾ ਜਾਈਏ, ਤਾਂ ਇੱਕ ਸਟੇਜ 'ਤੇ ਜਾ ਕੇ ਬੰਦੇ ਨੇ ਇਹ ਵਿਚਾਰ ਬਣਾ ਲਿਆ ਕਿ ਇਹ ਸਾਰੀ ਖੇਡ ਦੇ ਪਿੱਛੇ ਕੰਮ ਕਰਦੀ ਕੋਈ ਪਰਮ ਸ਼ਕਤੀ ਹੈ, ਐਵੇਂ ਨਹੀਂ ਵਾਪਰ ਰਿਹਾ। ਇਹ ਸਾਰਾ ਕੁਝ ਐਕਸੀਡੈਂਟਲ ਨਹੀਂ, ਇਹ ਇੱਕ ਬਕਾਇਦਾ ਨਿਯਮ 'ਚ, ਜਿਹਨੂੰ ਅਸੀਂ ਗੁਰਬਾਣੀ ਦੇ ਵਿੱਚ ਹੁਕਮ 'ਚ ਕਹਿੰਦੇ ਹਾਂ, ਬੱਝਿਆ ਹੋਇਆ ਵਰਤਾਰਾ। ਸਾਨੂੰ ਲੱਗ ਸਕਦਾ ਕਈ ਵਾਰ ਕਿ ਇਹ ਐਕਸੀਡੈਂਟਲ ਹੈ ਜਾਂ ਉਂਝੀ ਹੋ ਗਏ, ਜਾਂ ਕੁਛ ਘਟਨਾਵਾਂ ਇਸ ਤਰ੍ਹਾਂ ਦੀ ਵੀ ਵਾਪਰਦੀਆਂ, ਪਰ ਮੂਲ ਗੱਲ ਜਿਹੜੀ ਤੇ ਅੱਜ ਆਪਾਂ ਕਰਦੇ ਹਾਂ ਕਿ ਬੰਦਾ ਇਸ ਨਿਰਣੇ 'ਤੇ ਪਹੁੰਚ ਗਿਆ ਕਿ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਕੰਮ ਕਰਦੀ ਕੋਈ ਪਰਮ ਸ਼ਕਤੀ, ਪਰਮ ਚੇਤਨਾ ਹੈ। ਉਹਨੂੰ ਨਾਂ ਦਿੱਤੇ ਅਲੱਗ-ਅਲੱਗ, ਕਿਉਂਕਿ ਇਕਸਾਰ ਜਿਹੜਾ ਵਿਕਾਸ ਨਹੀਂ ਹੋਇਆਗਾ, ਜਿਹਨੂੰ ਆਪਾਂ ਗਿਆਨ ਕਹਿ ਲਈਏ। ਪਹਿਲੀ ਦੁਨੀਆ ਜਿਹੜੀ ਸੀ, ਉਦੋਂ ਕਮਿਊਨੀਕੇਸ਼ਨ ਦੇ ਸਾਧਨ ਵੀ ਇੰਨੇ ਨਹੀਂ ਸੀ, ਬਾਕੀ ਵੀ ਨਹੀਂ ਸੀ ਕਿ ਕੋਈ ਬੰਦਾ ਅਫਰੀਕਾ 'ਚ ਬੈਠਾ ਕੀ ਸੋਚ ਰਿਹਾ, ਇੱਧਰ ਏਸ਼ੀਆ 'ਚ ਬੈਠਾ ਕੀ ਸੋਚ ਰਿਹਾ। ਟੋਟਲੀ ਨਿਖੜੀਆਂ ਹੋਈਆਂ ਜ਼ਿੰਦਗੀਆਂ। ਹਰ ਇੱਕ ਨੇ ਆਪਦੇ ਇੰਡੀਪੈਂਡੈਂਟਲੀ ਆਪਣੇ ਅਨੁਭਵ ਦੇ ਵਿੱਚੋਂ ਸੰਕਲਪ ਮਨ ਦੇ ਵਿੱਚ ਬਣਾ ਲਏ, ਅਤੇ ਬੰਦੇ ਨੂੰ ਇੱਕ ਪਸ਼ੂ ਨਾਲੋਂ ਵੱਧ ਜਿਹੜੀ ਦਿੱਤੀ ਦਾਤ ਜਾਂ ਆਈ, ਉਹ ਭਾਸ਼ਾ ਦੀ ਸੀ। ਕਿਉਂਕਿ ਭਾਸ਼ਾ ਤੋਂ ਬਿਨਾਂ ਕਮਿਊਨੀਕੇਸ਼ਨ ਬਹੁਤ ਔਖਾ ਹੈ। ਪਸ਼ੂ ਪੰਛੀ ਆਵਾਜ਼ਾਂ ਨਾਲ ਜਾਂ ਇਸ਼ਾਰਿਆਂ ਨਾਲ ਖਤਰਿਆਂ ਬਾਰੇ ਸੂਚਨਾ ਜਾਂ ਕੁਛ ਇਹੋ ਜਿਹੀਆਂ ਗੱਲਾਂ ਤਾਂ ਕਨਵੇ ਕਰ ਦਿੰਦੇ ਨੇ, ਪਰ ਉਹ ਬਕਾਇਦਾ ਗੱਲ ਸਮਝਾ ਸਕਣ ਇੱਕ ਦੂਜੇ ਨੂੰ, ਪਹਿਲਾਂ ਤਾਂ ਮਨ 'ਚ ਹੀ ਨਹੀਂ ਬਣਦੀ। ਸੋ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਬਣੂ ਤਾਂ ਤੁਸੀਂ ਢੂੰਡੋਗੇ ਉਹਨੂੰ ਕਿਵੇਂ ਐਕਸਪ੍ਰੈਸ ਕਰੀਏ, ਜਿਹਦੇ ਵਿੱਚੋਂ ਭਾਸ਼ਾ ਦੀ। ਫਿਰ ਇਹ ਬੰਦਾ ਕਮਿਊਨੀਕੇਟਿਵ ਹੈ, ਇਹ ਤੋਂ ਬਿਨਾਂ ਬੰਦਾ ਕੁਛ ਨਹੀਂ, ਜੇ ਉਹ ਇੱਕ ਦੂਜੇ ਤੱਕ ਗੱਲ ਨਹੀਂ ਪਹੁੰਚਾਉਂਦਾ। ਸੋ ਉਹਦੇ ਵਿੱਚੋਂ ਭਾਸ਼ਾ ਦੀ ਲੋੜ ਪੈਦਾ ਹੋਈ। ਚਲੋ ਗੱਲ ਇਹ ਹੈ ਕਿ ਜਦੋਂ ਆਪਾਂ ਟੂ ਕੱਟ ਸ਼ਾਰਟ ਕਰੀਏ ਗੱਲ, ਜਿੱਥੋਂ ਬਕਾਇਦਾ ਧਰਮ ਆਪਾਂ ਕਹੀਏ ਜਾਂ ਮਤ ਜਾਂ ਫਲਸਫੇ, ਉਹ ਹੋਂਦ ਦੇ ਵਿੱਚ ਆ ਗਏ ਕਿ ਸ੍ਰਿਸ਼ਟੀ ਬਾਰੇ, ਮਨੁੱਖ ਬਾਰੇ, ਜੀਵਨ ਬਾਰੇ, ਮੌਤ ਬਾਰੇ, ਸਮਾਜ ਬਾਰੇ ਬਕਾਇਦਾ ਬੰਦੇ ਕੋਲ ਧਾਰਨਾਵਾਂ ਸਾਹਮਣੇ ਆ ਗਈਆਂ, ਸਿਧਾਂਤ, ਉਹ 'ਚੋਂ ਫਲਸਫੇ, ਮਤ, ਵਿਚਾਰਧਾਰਾਵਾਂ। ਇਹ ਇੱਕ ਸਿਲਸਿਲਾ ਜਿਹਨੂੰ ਆਪਾਂ ਕਹੀਏ ਗਿਆਨ ਰਚਣ ਦਾ, ਗਿਆਨ ਪੈਦਾ ਕਰਨ ਦਾ, ਅਤੇ ਉਹਨੂੰ ਅੱਗੇ ਵਰਤਾਉਣ ਦਾ ਵੀ। ਸੋ ਇਹ ਇੱਕ ਬਹੁਤ ਵੱਡੀ ਲੀਪ ਸੀਗੀ ਜਿਹਦੇ ਵਿੱਚ ਜਾ ਕੇ ਇਹ ਸਿਲਸਿਲਾ ਚੱਲਿਆ। ਸੋ ਬਹੁਤ ਸਦੀਆਂ ਇਸ ਤਰ੍ਹਾਂ ਹੀ ਬੰਦੇ ਨੇ ਬਿਤਾਈਆਂ, ਇਹ ਸੋਚ ਕੇ ਕਿ ਕੋਈ ਅਜਿਹੀ ਤਾਕਤ ਹੈ ਜਿਹੜੀ ਸਾਰੇ ਕੁਛ ਨੂੰ ਚਲਾ ਰਹੀ ਹੈ, ਕੰਟਰੋਲ ਕਰ ਰਹੀ ਹੈ, ਅਤੇ ਉਸ ਦੇ ਵਿੱਚ ਨੈਚੁਰਲੀ ਉਹਦੇ ਅੱਗੇ ਸਰੈਂਡਰ ਕੀਤਾ, ਆਤਮ ਸਮਰਪਣ ਕੀਤਾ। ਸ਼ਰਧਾ ਜਾਗੀ, ਵਿਸ਼ਵਾਸ ਬਣੇ, ਵਿਸ਼ਵਾਸਾਂ ਦੇ ਪ੍ਰਤੀਕ ਵੀ ਸਿਰਜੇ ਗਏ। ਸੋ ਇਸ ਤਰ੍ਹਾਂ ਦਾ ਇੱਕ ਜੀਵਨ ਬੰਦੇ ਦਾ ਲੰਮਾ ਚਿਰ ਚੱਲਿਆ, ਜਿਹਨੂੰ ਇਹ ਕਹਿ ਲਈਏ
ਕਿ ਉਹਦੇ ਸਾਰੇ ਜੀਵਨ ਦਾ ਜਾਂ ਜੀਵਨ ਦੀ ਗਤੀ ਦਾ ਕੇਂਦਰ ਰੱਬ ਸੀ। ਉਹ ਇਹ ਮੰਨ ਕੇ ਚੱਲਿਆ ਕਿ ਮੇਰੀ ਸਾਰੀ ਸਰਗਰਮੀ ਕਿਸੇ ਨਾ ਕਿਸੇ ਤੋਂ ਸੰਚਾਲਿਤ ਕੀਤੀ ਜਾ ਰਹੀ ਹੈ ਅਤੇ ਮੈਂ ਉਹਦੇ ਅਨੁਸਾਰੀ ਹੋ ਕੇ ਚੱਲਾਂ। ਮਤਲਬ ਇਹ ਆਪਾਂ ਮੋਟੀ ਜਿਹੀ ਗੱਲ ਇਹ ਹੈ, ਜੇ ਤੁਸੀਂ ਕੋਈ ਵੱਡੀ ਸ਼ਕਤੀ ਪ੍ਰਵਾਨ ਕਰ ਲਈ ਅਤੇ ਤੁਸੀਂ ਉਹਦੀ ਆਗਿਆ ਦਾ ਪਾਲਣ ਨਾ ਕਰੋ, ਜਿਹੜੀ ਇਹ ਹੈ ਸਰਬ ਸ਼ਕਤੀਮਾਨ, ਉਹ ਕੁਛ ਵੀ ਕਰ ਸਕਦੀ ਹੈ। ਸੋ ਉਹਦੇ ਅਨੁਸਾਰੀ ਹੋਣ ਦੀ ਤਾਂ ਗੱਲ ਪਹਿਲਾਂ ਉੱਠਦੀ ਹੈ ਨਾ। ਸੋ ਸਮਾਜ ਇਸ ਤਰ੍ਹਾਂ ਚੱਲੇ ਕਿ ਰੱਬ ਜਾਂ ਪਰਮ ਸ਼ਕਤੀ ਉਸ ਕੇਂਦਰ, ਉਹ ਧੁਰਾ, ਉਹ ਚੂਲ ਬਣੀ ਜੀਵਨ ਦੀ, ਜਿਹਦੇ ਵਿੱਚੋਂ ਕੁਛ ਤੁਹਾਡੇ ਜਿਹੜੇ ਆਪਾਂ ਕਹਿ ਲਈਏ ਕਿ ਸਦਾਚਾਰਕ ਨਿਯਮਾਵਲੀ, ਐਥੀਕਲ ਸਿਸਟਮ ਜਾਂ ਮੋਰਲ ਕੋਡ ਆਫ ਕੰਡਕਟ, ਬੰਦੇ ਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਇਸ ਦੀਆਂ ਧਾਰਨਾਵਾਂ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ। ਬੰਦਾ ਆਪਦੀਆਂ ਇੰਪਲਸਿਸ ਮੁਤਾਬਕ ਨਹੀਂ ਕੰਮ ਕਰ ਸਕਦਾ ਕਿ ਮੇਰਾ ਜੀਅ ਕੀਤਾ ਕਿਸੇ ਨੂੰ ਮਾਰ ਦਿਆਂ, ਚਲੋ ਮਾਰ ਦਿਓ, ਜੀਅ ਕੀਤਾ ਕਿਸੇ ਨੂੰ ਗਾਲ ਕੱਢ ਦਿਆਂ, ਗਾਲ ਕੱਢ ਦਿਓ, ਇਹ ਨਹੀਂ। ਬਕਾਇਦਾ ਉਹਦੇ ਮਨ ਦੇ ਵਿੱਚ ਇੱਕ ਮੋਰੈਲਿਟੀ ਦਾ ਇੱਕ ਸਰੂਪ ਉੱਭਰਿਆ। ਉਹ ਸਰੂਪ ਉਸ ਪਰਮ ਸ਼ਕਤੀ ਬਾਰੇ ਜਿਹੜੀ ਉਹਦੀ ਚੇਤਨਾ ਹੈ, ਉਹ ਤੋਂ ਪ੍ਰਭਾਵਿਤ ਸੀ, ਹੋਰ ਉਹ ਕਿਸੇ ਖਿਲਾਅ 'ਚੋਂ ਨਹੀਂ। ਕਿ ਉਸ ਪਰਮ ਸ਼ਕਤੀ ਨੂੰ, ਪਰਮ ਚੇਤਨਾ ਦੇ ਉਹ ਐਟਰੀਬਿਊਟਸ ਕੀ ਸਮਝਦਾ ਹੈ, ਉਹ ਕੀ ਹੈ, ਉਹਨੂੰ ਕਿਵੇਂ ਪ੍ਰਭਾਸ਼ਿਤ ਕਰਦਾ ਹੈ, ਉਹਦਾ ਆਪਣੇ ਕੰਡਕਟ ਦੇ ਉੱਤੇ ਉਹਦਾ ਪਰਛਾਵਾਂ ਪੈਂਦਾ ਸੀ। ਸੋ ਇਹ ਸਿਲਸਿਲਾ ਬਹੁਤ ਸਦੀਆਂ ਆਲਮੋਸਟ ਕਹਿ ਲਓ ਨਿਰਵਿਘਨ ਚੱਲਿਆ। ਇਹ ਨਹੀਂ ਕਿ ਬਹੁਤ ਹੀ ਆਦਰਸ਼ਕ ਢੰਗ ਨਾਲ ਚੱਲਿਆ ਕਿ ਉਦੋਂ ਕੋਈ ਬੁਰਾਈ ਨਹੀਂ ਸੀ, ਬੰਦਾ ਕੋਈ ਗਲਤ ਕੰਮ ਕਰਦਾ ਹੀ ਨਹੀਂ ਸੀ, ਇਸ ਤਰ੍ਹਾਂ ਦਾ ਇਹੀ ਜਿਹੀ ਆਈਡਲਿਸਟ ਕਦੇ ਵੀ ਨਹੀਂ। ਗੱਲ ਹੈ ਕਿ ਇੱਕ ਮੋਰਲ ਸੈਂਟਰ ਸੀ ਬੰਦੇ ਦੇ ਜੀਵਨ ਨੂੰ ਰੈਗੂਲੇਟ ਕਰਨ ਵਾਲਾ ਅਤੇ ਸੇਧ ਦੇਣ ਵਾਲਾ, ਪਰ ਬੰਦੇ ਦੇ ਵਿੱਚ ਅਕਾਲ ਪੁਰਖ ਨੇ ਦੂਜੀ ਗੱਲ ਵੀ ਪਾਈ ਹੈ, ਮਨੋਵਿਕਾਰ ਵੀ ਨੇ। ਸੋ ਇੱਕ ਯੁੱਧ ਚੱਲਦਾ ਰਹਿੰਦਾ, ਇੱਕ ਸੰਘਰਸ਼ ਚੱਲਦਾ ਰਹਿੰਦਾ ਹੈ। ਤੁਹਾਡੇ ਵਿਕਾਰ ਕਿਸੇ ਹੋਰ ਪਾਸੇ ਨੂੰ ਲਿਜਾਂਦੇ ਨੇ, ਪਰ ਤੁਹਾਡੀ ਜਿਹੜੀ ਹੈਗੀ ਹੈ, ਜੋ ਤੁਹਾਡੇ ਮਨ ਦੇ ਵਿੱਚ ਬਣਿਆ ਇੱਕ ਨੈਤਿਕ ਪ੍ਰਬੰਧ, ਜਾਂ ਤੁਹਾਨੂੰ ਲੱਗਦਾ ਵੀ ਆਹ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ, ਉਹ ਪਤਾ ਹੋਣ ਦੇ ਬਾਵਜੂਦ ਕਈ ਵਾਰ ਉਹ ਚੀਜ਼ਾਂ ਹਾਵੀ ਹੁੰਦੀਆਂ ਹਨ। ਇਹ ਨਹੀਂ ਕਿ ਚੋਰ ਨੂੰ ਇਹ ਨਹੀਂ ਪਤਾ ਕਿ ਚੋਰੀ ਨਹੀਂ ਕਰਨੀ ਚਾਹੀਦੀ, ਝੂਠੇ ਬੰਦੇ ਨੂੰ ਇਹ ਨਹੀਂ ਪਤਾ ਕਿ ਝੂਠ ਨਹੀਂ ਬੋਲਣਾ ਚਾਹੀਦਾ, ਪਰ ਫਿਰ ਵੀ ਬੋਲਿਆ ਜਾਂਦਾ ਕਿਸੇ ਸਵਾਰਥ 'ਚੋਂ, ਕਿਸੇ ਲੋੜ 'ਚੋਂ, ਕਿਸੇ ਇੰਪਲਸ ਦੇ ਵਿੱਚੋਂ। ਸੋ ਇਹ ਇੱਕ ਵਿਕਾਰਾਂ ਦੇ ਵਿੱਚ, ਅਤੇ ਦੂਜਾ ਤੁਹਾਡਾ ਇੱਕ ਜੋ ਮੋਰਲ ਸਿਸਟਮ ਹੈ ਉਹਦੇ ਵਿੱਚ ਇਹ ਸੰਘਰਸ਼ ਚੱਲਿਆ। ਸੋ ਇਹ ਬਹੁਤ ਸਦੀਆਂ ਤੱਕ ਇਹ ਸਿਲਸਿਲਾ ਚੱਲਿਆ, ਅਤੇ 15ਵੀਂ ਜਾਂ ਸਦੀ ਦੇ ਵਿੱਚ ਜਾ ਕੇ ਜਾਂ 16ਵੀਂ ਦੇ ਵਿੱਚ ਯੂਰਪ ਦੇ ਅੰਦਰ ਇਸ ਸਿਲਸਿਲੇ 'ਚ ਬਹੁਤ ਵੱਡਾ ਵਿਘਨ ਪੈ ਗਿਆ ਹੈ। ਯੂਰਪ ਦੇ ਵਿੱਚ ਆਪਾਂ ਨੂੰ ਪਤਾ ਕਿ ਜਿਹੜਾ ਉਹਨਾਂ ਦਾ ਧਰਮ ਸੀਗਾ ਉਹ ਕ੍ਰਿਸਚੀਅਨਿਟੀ ਹੈ, ਈਸਾਈਅਤ। ਸੋ ਹਰ ਇੱਕ ਖਿੱਤੇ ਦੇ ਲੋਕ ਆਪਣੇ ਆਪਣੇ ਧਰਮ ਮੁਤਾਬਕ ਆਪਣਾ ਜੀਵਨ ਜਿਉਂ ਰਹੇ ਸੀ, ਅਤੇ ਯੂਰਪ ਦੇ ਲੋਕ ਈਸਾਈ ਧਰਮ ਤੋਂ ਪ੍ਰੇਰਨਾ ਲੈ ਕੇ ਜਾਂ ਸੇਧ ਲੈ ਕੇ ਜਾਂ ਉਹਦੇ ਅਨੁਸਾਰੀ ਹੋ ਕੇ ਚੱਲ ਰਹੇ ਸੀ। ਸੋ 15ਵੀਂ ਸਦੀ ਦੇ ਵਿੱਚ ਜਾ ਕੇ 14ਵੀਂ 15ਵੀਂ ਹੌਲੀ 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 ਜਿਹੜਾ ਈਸਾਈਅਤ ਹੈ, ਕ੍ਰਿਸਚੀਅਨਿਟੀ ਹੈ, ਉਹ ਇੱਕ ਬਹੁਤ ਵੱਡੇ ਸੰਕਟ ਦਾ ਸ਼ਿਕਾਰ ਹੋਇਆ, ਪਤਨ ਹੋਇਆ। ਕਿਉਂਕਿ ਧਰਮਾਂ ਦੇ ਉੱਤੇ ਵੀ ਅਹੀਆਂ ਸਟੇਜਾਂ ਆਉਂਦੀਆਂ ਜਦੋਂ ਉਹਨਾਂ ਦਾ ਪਤਨ ਹੋ ਜਾਂਦਾ ਜਾਂ ਨਿਘਾਰ ਦੀ ਅਵਸਥਾ 'ਚ ਚਲੇ ਜਾਂਦੇ। ਇਹ ਇੱਕ ਕਾਨੂੰਨ ਹੀ ਹੈ, ਨਿਯਮ ਹੀ ਹੈ ਕਿ ਇੱਕ ਸਟੇਜ 'ਤੇ, ਕਿਸੇ ਸਟੇਜ 'ਤੇ ਜਾ ਕੇ ਕੋਈ ਧਰਮ ਬਹੁਤ ਨਿਘਾਰ ਦਾ ਸ਼ਿਕਾਰ ਹੋ ਸਕਦਾ ਹੈ, ਉਹ 'ਚ ਸੰਕਟ ਆ ਸਕਦਾ, ਸੰਕਟ ਉਪਜ ਸਕਦਾ ਹੈ। ਇਹ ਸੰਕਟ ਕਿਉਂ ਪੈਦਾ ਹੁੰਦਾ ਹੈ, ਕਿਵੇਂ ਪੈਦਾ ਹੁੰਦਾ ਹੈ? ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਇਸ ਨੂੰ ਬਹੁਤ ਸੋਹਣੇ ਢੰਗ ਨਾਲ ਥਿਓਰਾਈਜ਼ ਕੀਤਾ। ਜਨਰਲ, ਕਿਸੇ ਖਾਸ ਧਰਮ ਦੇ ਮਾਮਲੇ 'ਚ ਨਹੀਂ, ਜਨਰਲ ਜੇ ਧਰਮਾਂ ਦੇ ਤੁਸੀਂ ਚੜ੍ਹਤਲ ਅਤੇ ਉਹਨਾਂ ਦੇ ਪਤਨ ਦੇ ਵਰਤਾਰੇ ਨੂੰ ਸਮਝਣਾ ਹੋਵੇ ਤਾਂ ਉਹਨੇ ਇੱਕ ਪਹਿਰੇ ਦੇ ਵਿੱਚ ਇਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮਜ਼ਹਬ ਉਦੋਂ ਤੱਕ ਜਿਉਂਦਾ ਰਹਿੰਦਾ ਹੈ ਜਿੰਨਾ ਚਿਰ ਉਹ ਪੈਗੰਬਰੀ ਬਜ਼ੁਰਗੀ ਦਾ ਸਾਥ ਨਹੀਂ ਛੱਡਦਾ। ਜਿਹੜੇ ਪੈਗੰਬਰ ਨੇ, ਜਿਹੜੇ ਪ੍ਰੋਫਿਟ ਨੇ, ਉਸ ਧਰਮ ਨੂੰ ਚਲਾਇਆ, ਪ੍ਰਕਾਸ਼ ਕੀਤਾ ਉਸ ਧਰਮ ਦਾ,
ਜਿੰਨਾ ਚਿਰ ਬੰਦਾ ਉਸ ਦੇ ਅਨੁਸਾਰੀ ਚੱਲੂ ਧਰਮ, ਉਹਨਾਂ ਚਿਰ ਮਜ਼ਹਬ ਜਿਉਂਦਾ ਰਹਿੰਦਾ ਹੈ। ਸੋ ਜਿੰਦਾ ਮਜ਼ਹਬ ਇਲਾਹੀ ਕੀਮਤਾਂ ਵਿੱਚ ਢਲਿਆ ਹੁੰਦਾ ਹੈ। ਇਹ ਇਲਾਹੀ ਕੀਮਤਾਂ ਬਿਸਮਾਦ ਦੀ ਇੱਕ ਤਰਜ ਵਿੱਚ ਢਲ ਕੇ ਉਸ ਕੋਲ ਆਉਂਦੀਆਂ ਹਨ। ਜਦ ਬਿਸਮਾਦ ਵਿੱਚੋਂ ਇਲਾਹੀ ਕੀਮਤਾਂ ਦੀ ਤਾਜ਼ਗੀ ਮੁੱਕ ਜਾਂਦੀ ਹੈ ਤਾਂ ਉਸ ਦਾ ਜਲਾਲ ਕਮਜ਼ੋਰ ਪੈ ਜਾਂਦਾ ਹੈ। ਨਾਲ ਦੀ ਨਾਲ ਮਜ਼ਹਬ ਦੇ ਦੈਵੀ ਤੱਤ ਕਮਜ਼ੋਰ ਹੋਣ ਲੱਗਦੇ ਹਨ। ਬਸ ਇੱਥੋਂ ਹੀ ਬੁੱਤ ਪ੍ਰਸਤੀ ਦਾ ਜਨਮ ਹੁੰਦਾ ਹੈ। ਧਰਮ ਜਦੋਂ ਮਜ਼ਹਬ ਦੇ ਦੈਵੀ ਤੱਤ ਕਮਜ਼ੋਰ ਪੈਂਦੇ ਹਨ ਤਾਂ ਇਸ ਅੰਦਰਲਾ ਸੂਖਮ ਤੇ ਕੋਮਲ ਜਜ਼ਬਾ ਅਲਚਕ ਕਾਨੂੰਨਾਂ ਦੀ ਜਕੜ ਵਿੱਚ ਆ ਜਾਂਦਾ ਹੈ। ਅਧਿਆਤਮਕ ਸੋਹਜ ਰੀਤੀ ਰਸਮਾਂ ਹੇਠ ਦਬ ਜਾਂਦਾ ਹੈ। ਸੋ ਇਹ ਇੱਕ ਉਹਨੇ ਕਾਰਨ ਦੱਸੇ ਜਿਹਦਾ ਸਾਰ ਅੰਸ਼ ਇਹ ਹੈ ਕਿ ਧਰਮ ਦੀ ਸਾਰੀ ਤਾਕਤ ਉਹਦੇ ਦੈਵੀ ਤੱਤਾਂ ਦੇ ਅੰਦਰ ਹੈ। ਜਦੋਂ ਦੈਵੀ ਤੱਤ ਕਮਜ਼ੋਰ ਹੋਊ ਧਰਮ 'ਚੋਂ ਤਾਂ ਫਿਰ ਉਹਦਾ ਪਤਨ ਸ਼ੁਰੂ ਹੋਊ। ਸੋ ਉਸ ਮੌਕੇ ਦੇ ਉੱਤੇ ਇਹ ਜਿਹੜਾ ਕ੍ਰਿਸਚੀਅਨਿਟੀ ਸੀ ਉਹਦੇ ਵਿੱਚ ਇਹ ਗੱਲ ਵਾਪਰੀ। ਹੁਣ ਜਦੋਂ ਧਰਮ ਦੇ ਉੱਤੇ ਕੋਈ ਸੰਕਟ ਆਊ, ਕਮਜ਼ੋਰੀ ਆਊ, ਜਦੋਂ ਧਰਮ ਦਾ ਪਤਨ ਹੋਊ, ਉਹਦਾ ਸਭ ਤੋਂ ਗੂੜਾ ਇਜ਼ਹਾਰ, ਕੰਸਨਟਰੇਟਡ ਐਕਸਪ੍ਰੈਸ਼ਨ, ਉਹ ਪੁਜਾਰੀ ਦੇ ਕੰਡਕਟ 'ਚੋਂ, ਉਹ ਪੁਜਾਰੀ ਦੇ ਵਿਹਾਰ 'ਚੋਂ ਸਭ ਪ੍ਰਗਟ ਹੋਊਗਾ। ਜਿਵੇਂ ਆਪਾਂ ਰਾਜਨੀਤੀ ਦਾ ਸੰਕਟ ਦੇਖਣਾ ਹੋਵੇ ਕਿ ਜੇ ਰਾਜਨੀਤੀ ਦੇ ਵਿੱਚ ਸੰਕਟ ਆ ਗਿਆ ਤਾਂ ਜਿਹੜੇ ਰਾਜਨੀਤੀਵਾਨ ਉਹਨਾਂ ਦੇ ਅਮਲ 'ਚੋਂ ਸਿੱਧਾ ਪ੍ਰਗਟ ਹੋਊਗਾ। ਸੋ ਜਿਹੜੇ ਉਸ ਸਿਸਟਮ ਦੀ ਅਥਾਰਟੀ ਨੂੰ, ਸੋ ਪੁਜਾਰੀ ਕਿਉਂਕਿ ਅਥਾਰਟੀ ਹੈ, ਇਸ ਕਰਕੇ ਜਦੋਂ ਧਰਮ 'ਚ ਗਿਰਾਵਟ ਆਊ ਤਾਂ ਉਹ ਅਥਾਰਟੀ ਦੀ ਦੁਰਵਰਤੋਂ ਸ਼ੁਰੂ ਹੋਊਗੀ। ਸੋ ਉਹਨਾਂ ਦਾ ਕੰਡਕਟ ਸੱਚਾ ਨਹੀਂ ਰਹੂਗਾ, ਉਹਨਾਂ 'ਚ ਝੂਠ, ਫਰੇਬ, ਉਹ ਸਭ ਕੁਝ ਸ਼ਾਮਲ ਹੋ ਜੂ। ਅਤੇ ਜਦੋਂ ਧਰਮ ਦੇ ਠੇਕੇਦਾਰ ਦੇ ਝੂਠ ਫਰੇਬ ਆਉਂਦਾ, ਰਾਜਨੀਤੀ ਬਾਰੇ ਤਾਂ ਸਾਡੇ ਲੋਕਾਂ ਨੂੰ ਬਣ ਇਹ ਗਿਆ, ਚਲੋ ਉਹ ਤਾਂ ਰਾਜਨੀਤੀਵਾਨ, ਉਹ ਤਾਂ ਝੂਠਾ, ਉਹ ਤਾਂ ਕੋਈ ਗੱਲ, ਉਹਨੂੰ ਛੱਡ ਦਿਓ। ਪਰ ਧਰਮ ਬਾਰੇ ਤਾਂ ਬੜੀ ਪਵਿੱਤਰ ਧਾਰਨਾ ਮਨ 'ਚ ਬਣੀ ਹੋਈ ਹੈ। ਸੋ ਜਦੋਂ ਪਵਿੱਤਰ ਮੰਡਲਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਵਾਪਰਦੀ ਹੈ ਤਾਂ ਉਹ ਮਨ ਦੇ ਉੱਤੇ ਬਹੁਤ ਅਸਰ ਕਰਦੀ ਹੈ। ਸੋ ਇਹ ਇੱਕ ਸੰਕਟ ਆ ਗਿਆ ਸੀਗਾ ਬਹੁਤ ਵੱਡਾ, ਜਿੱਥੇ ਸਵਾਲ ਖੜਾ ਹੋ ਗਿਆ ਸੀ ਕਿ ਇਹ ਧਰਮ ਹੁਣ ਜਿਉਂਦਾ ਰਹਿ ਸਕੂਗਾ। ਸੋ ਜਦੋਂ ਸੰਕਟ ਆਉਂਦਾ ਹੈ ਤਾਂ ਸੰਕਟ ਪ੍ਰਤੀ ਇੱਕ ਖਾਸ ਕਿਸਮ ਦਾ ਪ੍ਰਤੀਕਰਮ ਪੈਦਾ ਹੁੰਦਾ ਹੈ। ਖਾਸ ਕਰਕੇ ਜਦੋਂ ਕ੍ਰਿਟੀਕਲ ਸਿਚੁਏਸ਼ਨ ਆ ਜਾਂਦੀ ਹੈ, ਉਦੋਂ ਸੰਤੁਲਨ ਰੱਖਣਾ ਬਹੁਤ ਔਖਾ ਹੈ। ਛੇਤੀ ਉਪਾਅ ਕਰਨਾ ਹੁੰਦਾ ਕੋਈ ਨਾ ਕੋਈ, ਸੁਧਾਰਾਂ ਦੀ ਲੋੜ, ਕਿ ਜੇ ਛੇਤੀ ਸੁਧਾਰ ਨਾ ਕੀਤੇ ਗਏ ਤਾਂ ਸਭ ਕੁਝ ਢਹਿ ਢੇਰੀ ਹੋ ਜੂ। ਸੋ ਸੰਕਟ ਦੀ ਘੜੀ ਦੇ ਵਿੱਚ ਲਏ ਹੋਏ ਫੈਸਲੇ ਕਈ ਵਾਰ ਬਹੁਤੇ ਸੰਤੁਲਿਤ ਨਹੀਂ ਹੁੰਦੇ, ਅਕਸਰ ਇਹ ਨਿਜਮੀ ਹੈ। ਸੋ ਉਹਨਾਂ ਦੇ ਇਸ ਤਰ੍ਹਾਂ ਵਾਪਰਿਆ ਕ੍ਰਿਸਚੀਅਨਟੀ ਦੇ ਵਿੱਚ। ਸੰਕਟ ਆ ਗਿਆ, ਕ੍ਰਿਟੀਕਲ ਸਿਚੁਏਸ਼ਨ ਹੈ, ਕੁਝ ਫੈਸਲੇ ਲੈਣੇ ਨੇ, ਜੇ ਫੈਸਲੇ ਨਾ ਲਏ ਤਾਂ ਧਰਮ ਡੁੱਬ ਰਿਹਾ ਹੈ, ਖਤਰਾ ਵੱਡਾ ਦਿਸ ਰਿਹਾ ਬਹੁਤ। ਉਸ ਮੌਕੇ ਫਿਰ ਜੋ ਉਹਨਾਂ ਨੇ ਫੈਸਲੇ ਲਏ, ਉਹ ਫੈਸਲੇ ਮਾਡਰਨਿਟੀ ਦੀ ਜਿਹੜੀ ਬੁਨਿਆਦ ਹੈ ਉਹ ਬਣੇ। ਕੁਝ ਸਟੈਪ ਚੁੱਕੇ ਉਹਨਾਂ ਨੇ, ਉਦੋਂ ਕਦਮ ਉਠਾਏ, ਜਿਹਦੇ ਵਿੱਚੋਂ ਆਪਾਂ ਨੂੰ ਪਤਾ ਹੈ, ਜਿਹੜੇ ਇਤਿਹਾਸ ਦੇ ਥੋੜ੍ਹੇ ਵਿਦਿਆਰਥੀ ਹੈ, ਪ੍ਰੋਟੈਸਟੈਂਟਿਜ਼ਮ ਪੈਦਾ ਹੋਇਆ ਜਾ ਕੇ 16ਵੀਂ ਸਦੀ ਦੇ ਵਿੱਚ। ਆਲਮੋਸਟ ਗੁਰੂ ਨਾਨਕ ਸਾਹਿਬ ਦੇ ਸਮਕਾਲ 'ਚ, ਜਿਹਦਾ ਬਾਨੀ ਲੂਥਰ ਸੀ। ਸੋ ਲੂਥਰ ਨੇ ਕਿਉਂਕਿ ਸੁਧਾਰ ਕਰਨੇ ਨਾ, ਅਤੇ ਸੁਧਾਰ ਕਰਨ ਦੇ, ਤਿੱਖੇ ਸੁਧਾਰਾਂ ਦੀ ਮਨ ਦੇ ਉੱਤੇ ਦਬਾਅ ਪੈਂਦਾ, ਤਿੱਖੇ ਸੁਧਾਰ ਕੀਤੇ ਜਾਣ ਅਤੇ ਛੇਤੀ ਕੀਤੇ ਜਾਣ, ਫੈਸਲੇ ਵੀ ਛੇਤੀ ਕੀਤੇ ਜਾਣ। ਸੋ ਉਦੋਂ ਇੱਕ ਖਾਸ ਕਿਸਮ ਦੀ ਮਾਨਸਿਕਤਾ ਵੀ ਬਣ ਜਾਂਦੀ ਹੈ ਕਿ ਤੁਹਾਨੂੰ ਸੰਕਟ ਦਿਸ ਰਿਹਾ ਹੈ, ਨੁਕਸਾਨ ਦਿਸ ਰਹੇ, ਨਿਘਾਰ ਦਿਸ ਰਿਹਾ ਹੈ,
ਤੇ ਕੋਈ ਫੈਸਲੇ ਲੈਣੇ ਨੇ ਤਾਂ ਲੋਕਾਂ ਦੀ ਮਾਨਸਿਕਤਾ ਵੀ ਇਹ ਬਣ ਜਾਂਦੀ ਹੈ ਕਿ ਕੋਈ ਤਿੱਖੀ ਜੀ ਗੱਲ, ਕੋਈ ਛੇਤੀ ਕਦਮ ਤਿੱਖੇ ਚੁੱਕੇ ਜਾਣ ਤੇ ਨਹੀਂ ਇਹ ਗੱਲ ਗੜਬੜ ਹੋ ਜੂ। ਇਹਦੀ ਇੱਕ ਛੋਟੀ ਜਿਹੀ ਉਦਾਹਰਨ ਆਪਣੇ ਪ੍ਰੈਕਟਿਸ ਦੇ ਵਿੱਚ ਜਿਹੜਾ ਕਾਲਾ ਅਫਗਾਨਾਂ ਦਾ ਵਰਤਾਰਾ ਵਾਪਰਿਆ, ਉਹ ਤਕਰੀਬਨ ਇਹੀ ਜਿਹੀ ਮਨੋਵਿਗਿਆਨਕ ਸਥਿਤੀ ਦੇ ਵਿੱਚ ਹੀ ਵਾਪਰਿਆ ਕਿ ਖਾੜਕੂ ਲਹਿਰ ਦਬ ਚੁੱਕੀ ਸੀ ਤੇ ਕੋਈ ਅਥਾਰਟੀ ਸਿੱਖ ਪੰਥ ਦੇ ਵਿੱਚ ਨਹੀਂ ਰਹੀ ਸੀ, ਮੋਰਲ ਤੇ ਸਪਿਰਚੁਅਲ ਅਥਾਰਟੀ। ਨੁਕਸਾਨ ਲੱਗਿਆ, ਬਹੁਤ ਹੋ ਗਿਆ। ਉਦੋਂ ਬਾਅਦ ਉਹੀ ਪੁਰਾਣੇ ਅਕਾਲੀ ਲਾਗੂ ਟ੍ਰੈਡੀਸ਼ਨਲ ਰਵਾਇਤੀ ਉਹਨਾਂ ਦਾ ਮੁੜ ਕੇ ਫੇਰ ਪਾਵਰ 'ਚ ਆ ਜਾਣਾ, ਇਹ ਬਹੁਤ ਹੀ ਸ਼ੌਕਿੰਗ ਗੱਲ ਸੀ, ਸਦਮੇ ਵਾਲੀ। ਕਿਉਂਕਿ ਇਹ ਹੋ ਗਿਆ ਸੀ ਕਿ ਹੁਣ ਘੱਟੋ ਘੱਟ ਇਹ ਤਾਂ ਨਹੀਂ ਕੁਛ ਨਵਾਂ ਆਊ ਤੇ ਕੁਛ ਚੰਗਾ ਆਊ। ਸੋ ਇਹਨਾਂ ਲਹੂ ਵੀ ਡੁੱਲਿਆ, ਸਭ ਕੁਛ ਹੋਇਆ, ਤੇ ਜਦੋਂ ਇਹ ਲੱਗਿਆ ਕਿ ਕੁਛ ਨਹੀਂ ਆ ਰਿਹਾ, ਨਵਾਂ ਕੁਛ ਵੀ ਨਹੀਂ, ਤਾਂ ਦੇਖਣ ਦੀ ਕੋਸ਼ਿਸ਼ ਕਰਦਾ ਬੰਦਾ ਵੀ ਸਾਡੀਆਂ ਗੜਬੜਾਂ ਕਿੱਥੇ ਨੇ। ਹੁਣ ਜੇ ਤਾਂ ਉਹਦੇ ਕੋਲੇ ਵੱਡੀ ਅੰਤਰਦ੍ਰਿਸ਼ਟੀ ਹੈ ਕੋਈ ਜਿਹੜੀ ਕਿ ਇਲਾਹੀ ਕੀਮਤਾਂ ਨੂੰ ਪਰਨਾਏ ਵਿਅਕਤੀ ਅੰਦਰ ਹੀ ਆ ਸਕਦੀ ਹੈ, ਜਦੋਂ ਉਹਦੀ ਅੰਤਰਦ੍ਰਿਸ਼ਟੀ ਬਹੁਤ ਸੂਖਮ ਹੋ ਜਾਂਦੀ ਹੈ। ਨਹੀਂ ਵਿਹਾਰਕ ਸੋਚਣੀ ਨਾਲ ਬੰਦਾ ਸੋਚਦਾ ਇਹਦੇ ਕਾਰਨ ਕੀ ਨੇ ਤੇ ਫਟਾਫਟ ਉਹਦੇ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ। ਸੋ ਕਾਲੇ ਅਫਗਾਨੇ ਦਾ ਜਿਹੜਾ ਸਾਰਾ ਇੱਕ ਧਾਰਾ ਸੀ ਕਿ ਆਹ ਗਲਤ ਹੋ ਗਿਆ, ਆਹ ਗਲਤ ਹੋ ਗਿਆ, ਆਹ ਗਲਤ ਹੋ ਗਿਆ, ਵਿਹਾਰਕ ਸੋਚਣੀ ਦੀ ਪੱਧਰ 'ਤੇ ਖੜ੍ਹ ਕੇ ਵੀ ਇਹ ਚੀਜ਼ਾਂ ਬੰਦ ਕਰ ਦਿਓ ਬਸ। ਸੋ ਸੰਕਟ ਨੂੰ ਜਾਂ ਉਹਦੇ ਕਾਰਨਾਂ ਨੂੰ ਉਹ ਬੜੇ ਹੋਰ ਪੱਧਰ ਦੇ ਉੱਤੇ, ਸਤਹੀ ਪੱਧਰ 'ਤੇ ਦੇਖ ਕੇ ਉਹ ਸਟੈਪ ਚੁੱਕਣ ਦੀ ਯਤਨ ਕਰਦੇ ਆ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਉੱਥੋਂ ਤੱਕ ਨਹੀਂ ਜਾ ਸਕਦੀ ਕਿ ਜੜ ਜਿਹੜੀ ਹੈ ਸੰਕਟ ਦੀ ਉਹ ਤਾਂ ਹੈ ਵੀ ਦੈਵੀ ਤੱਤ ਕਮਜ਼ੋਰ ਹੋ ਗਿਆ। ਸੋ ਉਹ ਮੁੜ ਕੇ ਸਪਿਰਚੁਅਲ ਰੀਜਨਰੇਸ਼ਨ ਕਿਵੇਂ ਹੋਵੇ, ਉਹ ਤਾਂ ਕੋਈ ਸਪਿਰਚੁਅਲ ਹਸਤੀ ਨੂੰ ਇਹ ਗੱਲ ਆਊ ਤੇ ਉਹੀ ਇਹਨੂੰ ਰੀਜਨਰੇਟ ਕਰ ਸਕੂ ਜਿਹੜੀ ਆਪ ਉਸ ਅਵਸਥਾ 'ਚ ਹੋਊ। ਹੁਣ ਸਧਾਰਨ ਬੰਦਾ ਉੱਠ ਕੇ ਮਲ ਸਮਾਜ ਦੇ ਵਿੱਚ ਸੁਧਾਰ ਦਾ ਬੀੜਾ ਚੁੱਕਦਾ ਜਦੋਂ, ਉਹ ਫਿਰ ਇਹੋ ਜਿਹੀ ਕੁਛ ਹੀ ਕਰਦਾ। ਜਿਵੇਂ ਜਿਹੜਾ ਬੰਦਾ ਟ੍ਰੇਨਡ ਸਰਜਨ ਨਹੀਂ, ਜਿਹੜੇ ਆਪਰੇਸ਼ਨ ਇੱਕ ਸੂਖਮ ਔਜ਼ਾਰਾਂ ਨਾਲ ਹੀ ਹੋ ਸਕਦੇ ਨੇ, ਤੇ ਆਮ ਬੰਦਾ ਉੱਠ ਕੇ ਕਹੇ ਵੀ ਯਾਰ ਹੁਣ ਆਹ ਅੰਗ ਕੱਟਣ ਦੀ ਲੋੜ ਹੈ, ਉਹਨੇ ਉਹ ਕੁਹਾੜੇ ਨਾਲ ਹੀ ਕੱਟਣਾ, ਉਹਦੇ 'ਚੋਂ ਸੂਖਮਤਾ ਨਹੀਂ ਹੋ। ਸੋ ਇਹ ਇੱਕ ਮੈਂ ਬਹੁਤ ਇੱਕ ਹਿੰਟ ਜਿਹਾ ਦਿੱਤਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਵਾਪਰਦੀਆਂ ਨੇ। ਸੋ ਇਹ ਵਰਤਾਰਾ ਕ੍ਰਿਸਚੀਅਨਟੀ ਦੇ ਵਿੱਚ ਵੀ ਵਾਪਰਿਆ, ਅਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਧਰਮ ਦੇ ਵਿੱਚ ਸੁਧਾਰ ਕੀਤੇ ਜਾਣ, ਗੜਬੜਾਂ ਕਿੱਥੇ ਹੋ ਗਈਆਂ, ਇਹ 'ਚ ਮਿਲਾਵਟ ਕਿੱਥੇ ਹੋ ਗਈ, ਇਹ ਧਰਮ ਕੀ ਸੀ, ਉਹਨੂੰ ਰੀਇੰਟਰਪ੍ਰੈਟ ਕਰਨਾ ਸ਼ੁਰੂ ਕਰਤਾ। ਹੁਣ ਉਹਨਾਂ ਦੀ ਟ੍ਰੈਜਡੀ ਇਹ ਸੀ ਕਿ ਉਹਨਾਂ ਕੋਲੇ ਮੌਲਿਕ ਜਾਂ ਪ੍ਰਮਾਣਿਕ ਸੋਮਾ ਕੋਈ ਨਹੀਂ ਸੀ ਵੀ ਆਹ ਈਸਾ ਦੀ ਜਿਹੜੀ ਬਾਈਬਲ ਵੀ ਚੱਲਦੀ ਸੀ ਉਹਦੇ ਬਹੁਤ ਸੰਸਕਰਨ ਚੱਲ ਰਹੇ ਸੀਗੇ, ਐਡੀਸ਼ਨ। ਇਹੀ ਰੌਲਾ ਪਿਆ ਰਿਹਾ ਕਿ ਕਿਹੜੀ ਓਰੀਜਨਲ ਹੈ, ਜਿਹਦੀ ਨਕਲ ਫਿਰ ਇਹ ਆਪਾਂ ਬਾਅਦ 'ਚ ਆਵਾਂਗੇ ਕਿ ਜੋ ਉੱਥੇ ਵਾਪਰਿਆ ਉਹਦੀ ਬਿਲਕੁਲ ਹੂ ਬਹੂ ਨਕਲਾਂ ਹੋਣ ਲੱਗੀਆਂ, ਇਹ ਮੰਨ ਕੇ ਕਿ ਯੂਰਪ ਬਹੁਤ ਐਡਵਾਂਸਡ ਹੈ, ਉਹਨਾਂ ਨੇ ਮਸਲੇ ਇਸ ਤਰ੍ਹਾਂ ਹੱਲ ਕੀਤੇ ਸੀ ਅਤੇ ਅਸੀਂ ਵੀ ਉਵੇਂ ਹੀ ਕਰੀਏ। ਜਿੱਥੇ ਸਾਡੇ ਪੋਥੀਆਂ ਬਾਰੇ ਜੋ ਸਾਰਾ ਇੱਕ ਚੱਲਿਆ ਨਾ ਅਕੈਦਮਿਕ ਖੋਜ ਕਿ ਇਸ ਪੋਥੀ 'ਚ ਆਹ ਹੈ, ਇਸ 'ਚ ਆਹ ਹੈ, ਜਿਹਦਾ ਮਤਲਬ ਆਹ ਅਸਲੀ ਨਹੀਂ, ਆਹ ਅਸਲੀ ਹੈ। ਐਕਚੁਅਲੀ ਇਹ ਸਾਰੀ ਐਕਸਰਸਾਈਜ਼ ਜਿਹੜੀ ਹੈ ਇਹ ਉੱਥੇ ਚੱਲੀ ਸੀ ਕ੍ਰਿਸਚੈਨਿਟੀ ਦੇ, ਕਿਉਂਕਿ ਕੋਈ ਇਹੀ ਜਿਹੀ ਉਹ ਗ੍ਰੰਥ ਨਹੀਂ ਸੀ ਜਿਹੜੇ ਇਹ ਕਹਿ ਸਕਣ ਵੀ ਈਸਾ ਨੇ ਲਿਖੀ ਹੋਈ ਹੈ। ਉਹਦੇ ਫਾਲੋਅਰਸ ਨੇ ਬਾਅਦ 'ਚ ਕਿ ਈਸਾ ਦੇ ਆ ਸੀ, ਇਹ ਇਸ ਤਰ੍ਹਾਂ ਹੀ ਵਾਪਰਿਆ ਸੀ ਉੱਥੇ। ਸੋ ਉਹਦੇ ਵਿੱਚੋਂ ਉਹਨਾਂ ਨੇ ਫਿਰ ਇੱਕ ਤਾਂ ਜਿਹੜੇ ਉਹਨਾਂ ਨੂੰ ਲੱਗਿਆ ਕਿ ਜਿਹੜੇ ਲੋਕ ਵਿਸ਼ਵਾਸ ਹੈ ਉਹਨਾਂ ਦੀ ਜਿਹੜੀ ਮਿਲਾਵਟ ਹੋ ਗਈ ਧਰਮ ਦੇ ਵਿੱਚ, ਉਹ ਛਾਂਗਣੇ ਸ਼ੁਰੂ ਕਰਤੇ। ਅਤੇ ਦੂਜੀ ਗੱਲ ਧਰਮ ਦੀ ਮੁੜ ਵਿਆਖਿਆ ਉਹਨਾਂ ਨੇ ਕਰਤੀ। ਹੁਣ ਉਹ ਕੀਤੀ ਸੰਕਟ ਦੀ ਹਾਲਤ 'ਚ ਸਾਹਮਣੇ ਪਈਆਂ ਸਮੱਸਿਆਵਾਂ ਦੇ ਪ੍ਰਸੰਗ 'ਚ ਵੀ ਕਿਵੇਂ ਬਚਾਇਆ ਜਾ ਸਕਦਾ ਹੈ। ਉਹ ਸਮੱਸਿਆਵਾਂ ਕੀ ਸੀ, ਉਹ ਪ੍ਰਸੰਗ ਕੀ ਸੀ ਉਦੋਂ, ਇੱਥੋਂ ਇਹ ਗੱਲ ਵੱਧ ਸਮਝ ਆਊ ਆਪਾਂ ਨੂੰ। ਪ੍ਰਸੰਗ ਇਹ ਸੀ ਕਿ ਦਸਤਕਾਰੀ ਇਨਕਲਾਬ, ਜਿਹਨੂੰ ਸਨਅਤੀ ਇਨਕਲਾਬ ਕਹਿੰਦੇ ਜਾਂ ਇੰਡਸਟਰੀਅਲ ਰੈਵੋਲੂਸ਼ਨ, ਸੋ ਕੈਪੀਟਲਿਜ਼ਮ ਅਤੇ ਇੰਡਸਟਰੀਅਲ ਰੈਵੋਲੂਸ਼ਨ ਉਹ ਆਰੰਭ, ਉਹਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀਗਾ।
कि कैपिटलिज्म ने विकास करना है अगे, तो साइंस ने अगे, क्योंकि संती जिहड़ा इनकलाब है जां विकास है वो साइंस ते टैक्नोलॉजी तो बिना तो संभव नहीं। तो साइंस दीयां जो खोजां हो रही सी ਉਹ क्रिश्चियनिटी के मूल विश्वासां ते सੱਟ ਵੱਜ रही सी ਉਹਦੇ ਨਾਲ। समझ लो ਕੋਪਰਨਿਕਸ ਵੱਲੋਂ यही कहना कि धरती सूरज दुआले घूमती है, सूरज नहीं धरती दुआले। ਹੁਣ ਲੱਗਿਆ ਤਾਂ ਬਾਈਬਲ ਨਾਲ टकराउंदी है। सो उस नूं सप्रैस करन दी लोड़ बनी, जिहदे चों फिर बहुत जुल्म चले भी तुसीं उन्हां नूं सप्रैस करन दी। हुण जे तुसीं साइंस के विकास नूं इस तरह ब्रेकां लाओगे तो वो कैपिटलिज्म ग्रो नहीं कर सकता। सो सरमाएदारी नूं अगे विकास करने वास्ते एक खास किस्म का अनुकूल वातावरण चाहिदा सी। ज्ञान के खेत्र च भी, सूक्ष्म पद्धर ते भी ते स्थूल पद्धर ते भी। सो ਉਹਦੇ ਵਿੱਚੋਂ उन्होंने लग्या कि ਜਿਹੜੀਆਂ ਸਾਡੀਆਂ ਮਨੌਤਾਂ इस तरह विकास नूं ठल पा रहीਆਂ ਨੇ ਉਹਨਾਂ ਨੂੰ ਪਾਸੇ ਕਰਤਾ ਜਾਵੇ। ਉਹਦੇ 'ਚ ਉਹਨਾਂ ਨੇ ਫਿਰ ਜਿਹੜੀ ਆਪਾਂ ਅੱਜ ਜਿਹੜੀ ਸਾਡੇ ਵਾਸਤੇ ਰੈਲੇਵੈਂਟ ਗੱਲ ਹੈ, ਜਿਹੜੀ ਲੂਥਰ ਲੈ ਕੇ ਆਇਆ ਜਾਂ ਜਿਹਦੇ ਬੀਜ ਲੂਥਰ ਦੇ ਸਾਰੇ ਸੋਚ ਪ੍ਰਬੰਧ ਦੇ ਵਿੱਚ ਪਏ ਸੀ। ਲੂਥਰ ਜੀ ਨੇ ਪ੍ਰੋਟੈਸਟੈਂਟਿਜ਼ਮ ਸ਼ੁਰੂ ਕੀਤਾ। ਉਹਦਾ ਇਹ ਸੀ ਕਿ ਧਰਮ ਨੂੰ ਜਨਤਕ ਜੀਵਨ ਨਾਲੋਂ ਪਾਸੇ ਕਰ ਦਿਓ, ਇਹਨੂੰ ਪ੍ਰਾਈਵੇਟ ਬਣਾ ਦਿਓ, ਨਿੱਜੀ ਵਿਸ਼ਵਾਸ ਦਾ ਮਾਮਲਾ ਬਣਾ ਦਿਓ। ਸੋ ਉਹਨੂੰ ਲੱਗਿਆ ਕਿ ਪ੍ਰੋਬਲਮ ਇੱਥੋਂ ਆ ਰਹੀ ਹੈ ਕਿ ਜਿਹੜੇ ਧਾਰਮਿਕ ਵਿਸ਼ਵਾਸ ਨੇ ਉਹ ਜਦੋਂ ਇਸ ਤਰ੍ਹਾਂ ਇੰਸਟੀਟਿਊਸ਼ਨਲ ਪਾਵਰ ਅਥਾਰਟੀ ਬਣ ਜਾਂਦੇ ਨੇ, ਉਹ ਸਾਡੇ ਸਾਰੀ ਪਬਲਿਕ ਜੀਵਨ ਦੀ ਸਰਗਰਮੀ ਉੱਤੇ ਅਸਰਅੰਦਾਜ਼ ਹੁੰਦੇ ਹੈ। ਸੋ ਧਰਮ ਨੂੰ ਨਿੱਜੀ ਵਿਸ਼ਵਾਸ ਤੱਕ ਬਣਾ ਦੇਣਾ, ਜਿਵੇਂ ਪਹਿਲਾਂ ਕਿਹਾ, ਪਹਿਲਾਂ ਧਰਮ ਜੀਵਨ ਦਾ ਧੁਰਾ ਸੀ, ਸਾਰੀ ਸਰਗਰਮੀ ਉਸ ਧੁਰੇ ਦੁਆਲੇ ਘੁੰਮਦੀ ਸੀ। ਤੁਹਾਡਾ ਕੰਡਕਟ ਕੀ ਹੈ, ਤੁਹਾਡਾ ਪਬਲਿਕ ਜੀਵਨ ਦੇ ਵਿੱਚ ਸਾਰਾ ਵਿਹਾਰ ਤੇ ਅਮਲ ਕੀ ਹੈ, ਉਹ ਧਰਮ ਤੋਂ ਹੀ ਨਿਰਧਾਰਿਤ ਹੁੰਦਾ ਸੀ। ਧਰਮ ਹੀ ਰੈਫਰੈਂਸ ਪੁਆਇੰਟ ਬਣਦਾ ਸੀ ਕਿ ਇਹ ਠੀਕ ਹੈ ਕਿ ਗਲਤ ਹੈ। ਸਦਾਚਾਰ ਕੀ ਹੈ, ਇਹ ਉੱਥੋਂ ਨਿਰਧਾਰਿਤ ਹੁੰਦਾ ਸੀ ਕਿ ਆਹ ਮੋਰਲ ਕੰਡਕਟ ਹੈ, ਆਹ ਇਮੋਰਲ ਕੰਡਕਟ ਹੈ। ਉਹ ਸੈਂਟਰ ਉੱਡ ਗਿਆ ਫਿਰ ਕਿ ਧਰਮ ਜੋ ਜਨਤਕ ਜੀਵਨ 'ਚੋਂ ਕੱਢਣਾ ਹੈ ਕਿ ਤੁਸੀਂ ਬਾਕੀ ਕੀ ਕਰਨਾ ਹੈ, ਇਹਨੂੰ ਇੱਕ ਘਰ ਤੱਕ ਸੰਘੇੜ ਦਿਓ। ਬੰਦਾ ਜੋ ਮਰਜ਼ੀ ਆਪਦੇ ਨਿੱਜੀ ਵਿਸ਼ਵਾਸਾਂ 'ਚ ਬਣਾਈ ਰੱਖੇ। ਸੋ ਧਰਮ ਨੂੰ ਜਨਤਕ ਜੀਵਨ 'ਚੋਂ ਬੇਦਖਲ ਕਰਨਾ ਇਹ ਇੱਕ ਬਹੁਤ ਵੱਡਾ ਸਟੈਪ ਸੀ। ਬਸ ਇਸ ਨੇ ਫਰਕ ਪਾਤਾ, ਜਿੱਥੇ ਮੈਂ ਕਿਹਾ ਸੀ ਕਿ ਜੀਵਨ ਦੀ ਚੂਲ ਬਦਲ ਗਈ ਅਤੇ ਉਖੜ ਗਈ। ਪਹਿਲਾਂ ਧੁਰਾ ਧਰਮ ਜਾਂ ਪਰਮ ਸ਼ਕਤੀ ਸੀ, ਮੁੜ ਕੇ ਉਹਦੀ ਜਗ੍ਹਾ 'ਤੇ ਕੀ ਆਇਆ ਇਹ ਸਮਝਣ ਦੀ ਲੋੜ ਹੈ। ਅਤੇ ਉਸ ਨੇ ਫਿਰ ਕੀ ਫਰਕ ਪਾਇਆ, ਕਿਉਂਕਿ ਇਹ ਤਾਂ ਪਹਿਲਾ ਸਟੈਪ ਤਾਂ ਇਹੀ ਹੈ। ਉਹਦੀ ਬਜਾਏ ਇਹ ਧਾਰਨਾ ਵਿਕਸਿਤ ਹੋ ਗਈ ਜਾਂ ਇੱਕ ਇਹੋ ਜਿਹੀ ਸਮਝ ਬਣ ਗਈ ਕਿ ਜੋ ਕੁਛ ਵਾਪਰ ਰਿਹਾ ਹੈ ਇਹਦੇ ਪਿੱਛੇ ਕੋਈ ਪਰਮ ਸ਼ਕਤੀ, ਸੁਪਰੀਮ ਪਾਵਰ ਜਾਂ ਪਰਮ ਚੇਤਨਾ ਕੋਈ ਨਹੀਂ। ਜੋ ਕੁਛ ਵਾਪਰਦਾ ਹੈ ਉਹਦੇ ਕੋਈ ਕਾਰਨ ਹੈ। ਹਰ ਵਾਪਰ ਰਹੇ ਵਰਤਾਰੇ ਦਾ ਕੋਈ ਕਾਰਨ ਹੈ, ਬਿਨਾਂ ਕਾਰਨ ਤੋਂ ਕੁਛ ਨਹੀਂ ਵਾਪਰਦਾ। ਉਹ ਕਾਰਨ ਦਾ ਹੀ ਗਾਹਾਂ ਪ੍ਰਭਾਵ ਪੈਂਦਾ, ਇਫੈਕਟ। ਅਤੇ ਬੰਦਾ ਉਹ ਕਾਰਨ ਲੱਭ ਸਕਦਾ ਹੈ, ਜਾਣ ਸਕਦਾ ਹੈ, ਸਿਰਫ ਤਾਂ ਜੋ ਆਪਦੇ ਵਿਵੇਕ ਦੀ ਵਰਤੋਂ ਕਰੇ। ਰੀਜਨ ਜਾਂ ਤਰਕ। ਸੋ ਤਰਕਸ਼ੀਲਤਾ ਨੂੰ ਜਾਂ ਤਰਕ ਨੂੰ ਜਾਂ ਰੀਜਨ ਨੂੰ ਸੈਂਟਰਲ ਪਲੇਸ ਦੇਣੀ ਕਿ ਜਦੋਂ ਬੰਦੇ ਕੋਲ ਇਹ ਆ ਗਿਆ ਤਾਂ ਜਿਹੜੇ ਸਵਾਲ ਉਹਨੂੰ ਲੱਗਦੇ ਨੇ ਇੱਕ ਬੁਝਾਰਤਾਂ ਜਾਂ ਰਹੱਸ ਹੈ, ਜਿਹੜੀਆਂ ਚੀਜ਼ਾਂ ਤੋਂ ਖਾਹ ਡਰ ਸਹੇੜੀ ਬੈਠਾ ਹੈ, ਉਹਨਾਂ ਸਾਰੀਆਂ ਚੀਜ਼ਾਂ ਦੀ ਵਿਆਖਿਆ ਸੰਭਵ ਹੈ। ਕੁਛ ਦੀ ਅੱਜ ਹੈ, ਕੁਛ ਦੀ ਹੋਰ ਆਉਣ ਵਾਲੇ ਭਵਿੱਖ 'ਚ ਹੋ ਜੂ। ਨੋਏਬਲ ਹੈ ਦੁਨੀਆ, ਸਿੱਧਾ ਉਹਨਾਂ ਦਾ ਦੁਨੀਆ ਜਾਣੀ ਜਾ ਸਕਦੀ ਹੈ। ਕੁਛ ਵੀ ਅਜਿਹਾ ਨਹੀਂ ਵੀ ਜਿਹੜਾ ਜਾਣਿਆ ਨਾ ਜਾ ਸਕਦਾ ਹੋਵੇ। ਜੋ ਵਾਪਰ ਰਿਹਾ ਉਹੀ ਹੈ ਸਭ ਕੁਛ, ਉਦੋਂ ਅੱਗੇ ਕੁਛ ਨਹੀਂ। ਜੋ ਦ੍ਰਿਸ਼ਟਮਾਨ ਹੈ
ਇਹੀ ਜਗਤ ਹੈ। ਅਦ੍ਰਿਸ਼ਟ ਜਿਹੜੀਆਂ ਕੁਛ ਧਾਰਨਾਵਾਂ ਬਣਾ ਲਈਆਂ ਕਿ ਦ੍ਰਿਸ਼ਟਮਾਨ ਦੇ ਪਿਛੋਕੜ 'ਚ ਕੋਈ ਅਦ੍ਰਿਸ਼ਟ ਵੀ ਹੈ, ਵੀ ਉਹ ਨਹੀਂ, ਉਹ ਕੋਈ ਗੱਲ ਨਹੀਂ। ਸੋ ਦ੍ਰਿਸ਼ਟਮਾਨ ਹੈ, ਸਮਝਿਆ ਜਾ ਸਕਦਾ ਹੈ ਅਤੇ ਸਮਝ ਕੇ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਸੋ ਜਦੋਂ ਇਹ ਵਿਸ਼ਵਾਸ ਆਇਆ ਬੰਦੇ ਦੇ ਕੋਲ ਕਿ ਜੇ ਤੁਹਾਡਾ ਮਨ ਤਰਕਸ਼ੀਲ ਹੋ ਜੇ, ਵਿਵੇਕਸ਼ੀਲ ਹੋ ਜੇ, ਤਾਂ ਤੁਸੀਂ ਬਹੁਤ ਕੁਛ ਸਭ ਕੁਛ ਕਰ ਸਕਦੇ ਹੋ। ਬੰਦਾ ਆਪਦੀ ਤਕਦੀਰ ਆਪ ਸਿਰਜ ਸਕਦਾ ਹੈ, ਉਹਨੂੰ ਕੰਟਰੋਲ ਕਰ ਸਕਦਾ ਹੈ, ਉਹਨੂੰ ਬਦਲ ਸਕਦਾ ਹੈ, ਉਹਨੂੰ ਮੈਨੀਪੂਲੇਟ ਕਰ ਸਕਦਾ ਹੈ। ਇਹ ਡੋਰ ਹੋਰ ਕਿਸੇ ਦੇ ਹੱਥ ਨਹੀਂ, ਬੰਦੇ ਦੇ ਆਪਦੇ ਹੱਥ ਹੀ ਹੈ। ਉਹਦੇ 'ਚ ਉਹ ਵਿਸ਼ਵਾਸ, ਸਵੈ ਵਿਸ਼ਵਾਸ ਜਗਾਉਣਾ ਅਤੇ ਇਹ ਸਮਝ ਨਾਲ ਲੈਸ ਕਰਨਾ ਕਿ ਗੱਲ ਆਹੀ ਆ ਬਸ। ਇਹ ਜਿਹੜਾ ਵਰਤਾਰਾ ਵਾਪਰਿਆ, ਇਸ ਨੇ ਪਹਿਲਾਂ ਸਾਰਾ ਕੁਛ ਨਾਲੋਂ ਇੱਕ ਬਿਲਕੁਲ ਵੱਖਰੀ ਡਾਇਰੈਕਸ਼ਨ ਜਿਹੜੀ ਸੀਗੀ ਜੀਵਨ ਦੀ ਗਤੀ ਦੀ ਅਤੇ ਵਿਕਾਸ ਦੇ ਸਰੋਤ ਵੱਲ, ਜੀਵਨ ਦੇ ਵਿਕਾਸ ਦਾ ਸਰੋਤ ਅਤੇ ਉਹਦਾ ਕੇਂਦਰ ਉਹ ਬਦਲ ਗਿਆ। ਉਹਦੀ ਥਾਂ 'ਤੇ ਤਰਕ ਆ ਗਿਆ, ਰੱਬ ਦੀ ਥਾਂ 'ਤੇ ਤਰਕ ਆ ਗਿਆ। ਸੋ ਤਰਕਸ਼ੀਲਤਾ ਨੂੰ ਇੱਕ ਐਡਾ ਵੱਡਾ ਰੁਤਬਾ ਦੇਤਾ ਕਿ ਉਹਦੇ ਨਾਲ ਜਿਹੜਾ ਸਾਰੇ ਬਾਕੀ ਗੱਲਾਂ ਉਹ ਦੋਮ ਦਰਜੇ 'ਤੇ ਜਾ ਡਿੱਗੀਆਂ। ਇੱਕ ਮਿੰਟ। ਸੋ ਇੱਕ ਸਾਇੰਟੀਫਿਕ ਬਲੀਫ ਜਿਹਨੂੰ ਕਹਿੰਦੇ ਆ, ਵਿਗਿਆਨਕ ਵਿਸ਼ਵਾਸ ਬਣਿਆ ਬੰਦੇ ਦਾ, ਦੇਅਰ ਇਜ਼ ਨੋ ਗੋਡ, ਰੱਬ ਕੋਈ ਨਹੀਂ, ਮਨੁੱਖ ਦੇ ਜੀਵਨ ਨੂੰ ਕੰਟਰੋਲ ਕਰਨ ਵਾਲੀ ਕੋਈ ਭਰਮ ਸ਼ਕਤੀ ਨਹੀਂ, ਉਹ ਆਪਣੀ ਤਕਦੀਰ ਦਾ ਆਪ ਹੀ ਜ਼ਿੰਮੇਵਾਰ ਹੈ। ਉਹ ਇਸ ਨੂੰ ਬਦਲ ਸਕਦਾ ਹੈ, ਕੰਟਰੋਲ ਕਰ ਸਕਦਾ ਹੈ, ਮੈਨੀਪੂਲੇਟ ਕਰ ਸਕਦਾ ਹੈ। ਸੋ ਇਸ ਗੱਲ ਨੇ ਬੰਦੇ ਦੇ ਮਨ ਅੰਦਰ ਇੱਕ ਤਰਕ ਦਾ ਅਤੇ ਬੁੱਧੀ ਦਾ ਗੁਮਾਨ ਪੈਦਾ ਕਰਤਾ। ਰੱਬ ਤੋਂ ਡਰਨੋਂ ਹਟ ਗਿਆ, ਕਿਉਂਕਿ ਰੱਬ ਹੈ ਹੀ ਨਹੀਂ। ਫਰੈਡ ਨੇ ਕਿਹਾ, ਇੱਕ ਮਿੰਟ, ਨੀਟਸ਼ੇ ਨੇ, ਜਿਹੜਾ ਪੱਛਮ ਦਾ ਬਹੁਤ ਵੱਡਾ ਵਿਦਵਾਨ ਸੀ, 1882 ਦੇ ਵਿੱਚ ਕਿਤਾਬ ਲਿਖੀ। ਉਹਦੇ ਵਿੱਚ ਲਿਖਿਆ ਉਹਨੇ, ਰੱਬ ਮਰ ਗਿਆ ਹੈ, ਰੱਬ ਹਾਲਾਂ ਵੀ ਮਰਿਆ ਹੋਇਆ ਹੈ ਅਤੇ ਅਸੀਂ ਉਸ ਨੂੰ ਮਾਰਿਆ ਹੈ। ਪਿੱਛੋਂ ਜੋ ਵੀ ਜੰਮੇਗਾ ਉਹ ਇਸ ਕਰਮ ਕਾਰਨ ਅਜੇ ਤੱਕ ਦੇ ਸਭ ਇਤਿਹਾਸ ਨਾਲੋਂ ਉਚੇਰੇ ਇਤਿਹਾਸ ਨਾਲ ਸੰਬੰਧਿਤ ਹੋਵੇਗਾ। ਸੋ ਇਹ ਐਲਾਨ ਕਰਤਾ ਨੀਟਸ਼ੇ ਨੇ ਕਿ ਰੱਬ ਐਵੇਂ ਬੰਦੇ ਦੀ ਕਲਪਨਾ ਸੀ, ਬੰਦੇ ਦਾ ਸਿਰਜਿਆ ਹੋਇਆ ਸੀ, ਅਤੇ ਤਰਕ ਨੇ ਉਹ ਰੱਬ ਮਾਰਤਾ। ਹੁਣ ਇਸ ਕਰਕੇ ਜਿਹੜਾ ਇਦੋਂ ਬਾਅਦ ਜੰਮੂਗਾ ਬੰਦਾ, ਉਹ ਇੱਕ ਬਹੁਤ ਉੱਚੇ ਇਤਿਹਾਸ ਨਾਲ ਸੰਬੰਧਿਤ ਹੋਊਗਾ। ਉਹ ਇਤਿਹਾਸ ਕੀ ਹੈ? ਜਿਸ ਦੀ ਸਾਜਨਾ ਰੱਬ ਕੇਂਦਰਿਤ ਹੋਣ ਦੀ ਥਾਂ ਨਿਸ਼ਚੇ ਭਰਪੂਰ ਮਨੁੱਖ ਨਾਲ ਹੋਵੇਗੀ। ਇਸ ਮਨੁੱਖ ਨੂੰ ਨੀਟਸ਼ੇ ਨੇ ਸੁਪਰਮੈਨ ਕਿਹਾ। ਇਹ ਸੀ ਜਿਹੜਾ ਉਹਦਾ ਸੁਪਰਮੈਨ, ਵੀ ਜਿਹੜਾ ਆਪਦੀ ਨਿਸ਼ਚੇ ਨਾਲ ਹੀ, ਆਪਦੀ ਕਨਵਿਕਸ਼ਨ ਨਾਲ ਹੀ ਸਭ ਕੁਛ ਕਰ ਸਕੂਗਾ। ਸੋ ਬੰਦੇ 'ਚ ਜਦੋਂ ਇਸ ਕਿਸਮ ਦਾ ਭਰੋਸਾ ਪੈਦਾ ਕਰਤਾ ਅਤੇ ਉਹਨੂੰ ਲੱਗਿਆ ਰੱਬ ਦੀ ਲੋੜ ਨਹੀਂ। ਸੋ ਰੱਬ ਕੀ ਹੈ? ਫਰੈਡ ਨੇ ਕਿਹਾ ਕਿ ਰੱਬ ਜਿਹੜਾ ਹੈ ਇਹ ਇੱਕ ਕਲੈਕਟਿਵ ਨਿਊਰੋਸਿਸ ਹੈ, ਤੰਤ ਵਿਕਾਰ। ਨਿਊਰੋਸਿਸ ਹੁੰਦਾ ਤੁਹਾਡੇ ਤੰਤ ਵਿਕਾਰ ਆ ਜਾਣਾ, ਕੋਈ ਬਿਮਾਰੀ ਜਿਵੇਂ। ਸੋ ਕਹਿੰਦਾ ਇਹ ਐਕਚੁਅਲੀ ਬੰਦੇ ਦੀ ਬਚਪਨ ਦੀ ਮੈਮਰੀ ਹੈ ਕਿ ਬਚਪਨ ਦੇ ਵਿੱਚ ਬੱਚੇ ਨੂੰ ਕਿਸੇ ਵੀ ਆਫਤ ਤੋਂ ਉਹਦਾ ਬਾਪ ਬਚਾਉਂਦਾ ਸੀ, ਪ੍ਰੋਟੈਕਟਰ ਦੇ ਤੌਰ 'ਤੇ ਦੇਖਦਾ ਸੀ। ਸੋ ਉਹਨੇ ਉਸ ਤਰ੍ਹਾਂ ਹੀ ਜੋ ਕੁਦਰਤੀ ਆਫਤਾਂ ਤੋਂ ਸਾਨੂੰ ਕੌਣ ਬਚਾਉਂਦਾ ਹੈ, ਸੋ ਇੱਕ ਫਾਦਰ ਫਿਗਰ ਕੱਢ ਲਈ, ਉਹਨੂੰ ਅੱਡ ਅੱਡ ਨਾਂ ਦੇ ਤੇ ਰੱਬ ਦੇ। ਸੋ ਇਹ ਇੱਕ ਗਿਆਨ ਜਾਂ ਇੱਕ ਸੋਚ ਇਹ ਪੈਦਾ ਹੋਈ ਕਿ ਹੁਣ ਇਸ ਤਰ੍ਹਾਂ ਜੀਵਨ ਨੂੰ ਦੇਖਿਆ ਜਾਵੇ। ਸੋ ਜਿੱਥੋਂ ਫਿਰ ਸਾਰਾ ਸ਼ੁਰੂ ਹੋਇਆ, ਕਾਂਤ ਨੇ ਵਿਵੇਕ ਜਾਂ ਰੀਜਨ ਨੂੰ
ਮਨੁੱਖੀ ਮੁਕਤੀ ਲਈ ਆਧਾਰ ਬਣਾਇਆ। ਰੈਸ਼ਨਲ ਮਨੁੱਖ ਅਤੇ ਸਮਾਜ ਸਿਰਜਣ ਦਾ ਨਿਸ਼ਾਨਾ ਮਿਥਿਆ ਗਿਆ। ਸੋ ਇਹ ਇੱਕ ਟਾਸਕ ਏਜੰਡਾ ਤੈਅ ਹੋ ਗਿਆ ਹੁਣ ਮਨੁੱਖਤਾ ਦੇ ਸਾਹਮਣੇ ਕਿ ਕੀ ਕਰਨਾ ਹੈ। ਪਹਿਲਾਂ ਕੀ ਸੀ, ਜੀਵਨ ਦਾ ਮਨੋਰਥ ਕੀ ਸੀ ਜਦੋਂ ਧਰਮ ਕੇਂਦਰ 'ਚ ਸੀ ਕਿ ਮਨੁੱਖ ਨੂੰ ਬਾਕੀ ਸਾਰੇ ਜੀਵਾਂ ਨਾਲੋਂ ਇੱਕ ਵੱਖਰੀ ਵਿਸ਼ੇਸ਼ ਦਾਤ ਵਾਹਿਗੁਰੂ ਨੇ ਦਿੱਤੀ ਹੈ, ਉਹ ਹੈ ਬੁੱਧੀ ਦੀ, ਉਹ ਚੇਤਨਾ। ਅਤੇ ਉਸ ਚੇਤਨਾ ਨੂੰ ਤੁਸੀਂ ਇੰਨਾ ਐਲੀਵੇਟ ਕਰੋ, ਉਸ ਅਵਸਥਾ 'ਤੇ ਲੈ ਜਾਓ ਕਿ ਉਹ ਪਰਮ ਚੇਤਨਾ ਨਾਲ ਜਾ ਮਿਲੇ, ਮੁਕਤੀ। ਕਿਉਂਕਿ ਬੰਦੇ ਦੇ ਸਾਹਮਣੇ ਮੁਕਤੀ ਦੀ ਜਿਹੜੀ ਤਾਂਘ ਹੈ, ਤਲਬ ਹੈ, ਉਹ ਹਮੇਸ਼ਾ ਹੀ ਰਹੀ ਹੈ ਕਿ ਇਹ ਜੀਵਨ ਕੀ ਹੈ, ਸਾਰਾ ਜਨਮ ਮਰਨ ਦਾ ਗੇੜ ਕੀ ਹੈ, ਇਹ ਤੋਂ ਕਦੋਂ ਛੁਟਕਾਰਾ ਹੋ ਜਾਂ ਕਿਵੇਂ ਹੋਊਗਾ, ਉਹ ਵਿਧੀ ਕੀ ਹੈ। ਸੋ ਧਰਮ ਦਾ ਇਹ ਯਤਨ ਸੀ ਕਿ ਇਹ ਮੌਤ, ਜਨਮ, ਦੁੱਖ, ਵਿਛੋੜਾ, ਇਹ ਸਾਰਾ ਕੁਛ ਕੀ ਹੈ, ਇਹਦਾ ਹੱਲ ਕੀ ਹੈ। ਹੱਲ ਫਿਰ ਧਰਮ ਦੇ ਵਿੱਚੋਂ ਮੁਕਤੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇਹੀ ਦੱਸਿਆ ਗਿਆ ਕਿ ਤੁਸੀਂ ਆਪਣੇ ਆਪ ਨੂੰ ਸਪਿਰਚੁਅਲੀ, ਰੂਹਾਨੀ ਤੌਰ 'ਤੇ ਉਸ ਅਵਸਥਾ 'ਤੇ ਲੈ ਜਾਓ ਜਿੱਥੇ ਤੁਸੀਂ ਉਸ ਪਰਮ ਚੇਤਨਾ ਦੇ ਵਿੱਚ ਹੀ ਅਭੇਦ ਹੋ ਜਾਓਗੇ। ਫਿਰ ਜਿਹੜਾ ਦ੍ਰਿਸ਼ਟਮਾਨ ਸੰਸਾਰ ਹੈ, ਉਹਦੇ ਜਿਹੜੇ ਦੁੱਖ ਸੰਤਾਪ ਹੈ, ਉਹ ਤੁਹਾਡੇ 'ਤੇ ਅਸਰਅੰਦਾਜ਼ ਨਹੀਂ ਹੋਣਗੇ, ਕਿਉਂਕਿ ਮੈਟਾਫਿਜ਼ੀਕਲੀ ਤੁਹਾਡੀ ਹਸਤੀ ਖਤਮ ਹੋ ਜਾਂਦੀ ਹੈ, ਤੁਸੀਂ ਉੱਥੇ ਪਹੁੰਚ ਜਾਂਦੇ ਹੋ। ਸੋ ਇਹ ਜੋ ਸਾਰਾ ਕੁਝ ਵਾਪਰ ਰਿਹਾ ਹੈ, ਇਹਦਾ ਕੋਈ ਨਹੀਂ, ਜੰਮਣਾ, ਮਰਨਾ, ਵਿਛੋੜਾ, ਇਹ ਸਭ ਕੁਛ ਇਹਨੂੰ ਇਸ ਤਰ੍ਹਾਂ ਐਕਸਪਲੇਨ ਹੋ ਜਾਂਦਾ ਹੈ। ਸੋ ਇਸ ਕਰਕੇ ਉਸ ਮੌਕੇ ਮੁਕਤੀ ਦਾ ਜਿਹੜਾ ਸੀਗਾ ਲਕਸ਼ ਅਤੇ ਸਾਧਨ ਅਤੇ ਰਾਹ, ਉਹ ਇਹ ਸੀ ਕਿ ਸਪਿਰਚੁਅਲੀ ਆਪਦੇ ਆਪ ਨੂੰ ਐਲੀਵੇਟ ਕਰਨਾ, ਜਿਹਦਾ ਮਤਲਬ ਆਪਦੇ ਆਚਾਰ ਨੂੰ ਇੰਨਾ ਸਦਾਚਾਰੀ ਬਣ ਜਾਣਾ ਕਿ ਹਰ ਕਿਸਮ ਦੇ ਵਿਕਾਰਾਂ ਤੋਂ ਮੁਕਤ ਹੋ ਜਾਣਾ। ਇਦੋਂ ਬਿਨਾਂ ਤਾਂ ਪੋਸੀਬਲ ਨਹੀਂ, ਨਾ ਕਿਸੇ ਤਪ ਨਾਲ ਹੋਣੀ ਹੈ, ਨਾ ਯੋਗ ਨਾਲ ਹੋਣੀ ਹੈ, ਨਾ ਕਿਸੇ ਹੋਰ ਸਾਧਨਾ ਨਾਲ ਹੋਣੀ ਹੈ। ਗੁਰਬਾਣੀ 'ਚ ਤਾਂ ਆਪਣੇ ਬਹੁਤ ਹੀ ਸਪਸ਼ਟ ਹੈ ਕਿ ਕਿਵੇਂ ਹੋਊਗੀ। ਇਹ ਨਾ ਕਿਸੇ ਚਤਰਾਈ ਨਾਲ ਹੋਣੀ ਹੈ, ਨਾ ਇਹ ਗੱਲਾਂ ਨਾਲ ਹੋਣੀ ਹੈ। ਸੋ ਇੱਕ ਬਕਾਇਦਾ ਬੜਾ ਸਪਸ਼ਟ ਰਾਹ ਅਤੇ ਤਰੀਕਾ ਉਹ ਬਿਆਨ ਕੀਤਾ ਗਿਆ ਸੀ, ਜਿਹਦੇ ਕਰਕੇ ਬੰਦੇ ਦੇ ਉੱਤੇ ਇੱਕ ਜਿਹਨੂੰ ਆਪਾਂ ਕਹਿ ਲਈਏ ਕਿ ਕੰਟਰੋਲ ਸਥਾਪਿਤ ਹੁੰਦਾ ਸੀ ਕਿ ਜੋ ਮੈਂ ਕਰ ਰਿਹਾ, ਮਨ ਮੈਨੂੰ ਜਿੱਧਰ ਨੂੰ ਲਿਜਾ ਰਿਹਾ, ਉਹ ਤੋਂ ਕਿਵੇਂ ਮੁੜਨਾ ਹੈ। ਇਹਦੀ ਬਜਾਏ ਮੋਡਰਨਿਟੀ ਨੇ ਕੀ ਕੀਤਾ, ਉਹ ਡਰ ਤਾਂ ਕੱਢਤਾ ਰੱਬ ਵਾਲਾ ਜਿਹੜਾ ਮੋਰਲ ਸੀ ਜਾਂ ਸਪਿਰਚੁਅਲ, ਉਹਦੀ ਜਗ੍ਹਾ 'ਤੇ ਕੀ ਕੀਤਾ ਕਿ ਕਾਨੂੰਨ ਘੜ ਲਏ। ਕਿਉਂਕਿ ਸਮਾਜ ਨੂੰ ਤਾਂ ਇੱਕ ਖਾਸ ਆਰਡਰ ਦੇ ਵਿੱਚ ਰੱਖਣਾ ਹੈ, ਨਹੀਂ ਤਾਂ ਉਹਨਾਂ ਦੇ ਕਾਰੋਬਾਰ ਪੂੰਜੀਵਾਦ ਵੀ ਨਹੀਂ ਚੱਲ ਸਕੂਗਾ, ਜੀਵਨ ਦੀ ਕੋਈ ਵੀ ਸਮਾਜ ਦੀ ਕਾਰ ਹੀ ਨਹੀਂ ਚੱਲ ਸਕੂਗੀ। ਵੀ ਇਸ ਨੂੰ ਇੱਕ ਜ਼ਾਬਤੇ ਦੇ ਵਿੱਚ ਰੱਖਣਾ, ਸੋ ਉਹਦੇ ਵਾਸਤੇ ਰੱਬ ਦਾ ਡਰ ਜਾਂ ਮੋਰਲ ਫੀਅਰ ਜਾਂ ਸਪਿਰਚੁਅਲ ਉਹ ਖਤਮ ਕਰਕੇ ਕਾਨੂੰਨ ਘੜ ਲਏ ਅਤੇ ਢਾਂਚੇ ਸਿਰਜ ਲਏ, ਸਿਸਟਮ, ਕਿ ਬੰਦੇ ਨੂੰ ਠੀਕ ਕੀਤਾ ਜਾ ਸਕਦਾ ਹੈ ਜੇ ਸਿਸਟਮ ਠੀਕ ਹੋਵੇ ਅਤੇ ਉਹਦੇ ਰੈਗੂਲੇਸ਼ਨਸ ਠੀਕ ਹੋਣ ਅਤੇ ਉਹਨਾਂ ਦੀ ਪਾਲਣਾ ਕੀਤੀ ਜਾਵੇ। ਸੋ ਇਹਨਾਂ ਯਤਨਾਂ ਦੇ ਨਾਲ ਬੰਦੇ ਦੇ ਸਾਰੇ ਅਮਲਾਂ ਨੂੰ ਕੰਟਰੋਲ ਕਰਨ ਦਾ ਇੱਕ ਨਵਾਂ ਰਾਹ ਨਿਕਲਿਆ ਆ, ਜਾਂ ਉਹਨਾਂ ਨੇ ਢੰਗ ਕੱਢ ਲਿਆ ਹੈ। ਸੋ ਇਹ ਇੱਕ ਬਹੁਤ ਵੱਡਾ ਫਰਕ ਸੀਗਾ ਪਹਿਲੇ ਨਾਲੋਂ। ਸੋ ਜੇ ਕਾਨੂੰਨ ਦਾ ਡਰ ਦੇਣਾ ਤਾਂ ਕਾਨੂੰਨ ਘੜਨ ਵਾਲੀ ਸੰਸਥਾ ਵੀ ਚਾਹੀਦੀ ਹੈ, ਅਤੇ ਕਾਨੂੰਨ ਨੂੰ ਲਾਗੂ ਕਰਨ ਵਾਲੀ ਸੰਸਥਾ ਵੀ ਚਾਹੀਦੀ ਹੈ, ਅਤੇ ਉਹਦੀ ਉਲੰਘਣਾ ਦੀ ਸਜ਼ਾ ਦੇਣ ਵਾਲੀ ਵੀ ਚਾਹੀਦੀ ਹੈ। ਸੋ ਫਿਰ ਇਹ ਵਿਧਾਨ ਪਰਿਸ਼ਦਾਂ, ਅਸੈਂਬਲੀਆਂ, ਬਿਊਰੋਕਰੇਸੀ, ਅਦਾਲਤਾਂ, ਪੁਲਿਸ, ਕਾਨੂੰਨ, ਜੇਲ੍ਹਾਂ, ਇਹ ਸਾਰਾ ਕੁਛ ਆਇਆ ਵੀ ਬੰਦੇ ਨੂੰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਸੋ ਜੇਲ੍ਹਾਂ ਦਾ ਡਰ, ਕਾਨੂੰਨ ਦਾ ਡਰ, ਸਜ਼ਾ ਦਾ ਡਰ, ਇਹ ਇੱਕ ਜਿਹੜਾ ਸੀਗਾ, ਇਸ ਡਰ ਨਾਲ ਬੰਦੇ ਨੂੰ ਕੰਟਰੋਲ ਕੀਤਾ ਗਿਆ। ਹੁਣ ਇਹ ਡਰ ਬੰਦੇ ਦਾ ਘਾਣ ਕੀ ਕਰਦਾ, ਹੋ ਤਾਂ ਜਾਂਦਾ ਬੰਦਾ ਕੁਛ ਹੱਦ ਤੱਕ। ਪਹਿਲੀ ਗੱਲ ਤਾਂ ਇਹ ਬੁਰਾਈ ਦੇ ਸੋਮੇ ਨੂੰ ਬੰਦ ਨਹੀਂ ਕਰਦਾ। ਬੰਦੇ ਦਾ ਕਿਸੇ ਨੂੰ ਕਤਲ ਕਰਨ ਨੂੰ ਜੀ ਕਰਦਾ ਆਪਦੀ ਕਿਸੇ ਨਿੱਜੀ ਇੰਪਲਸ 'ਚੋਂ, ਉਹ ਜੀ ਕਰਨ ਨੂੰ ਨਹੀਂ ਇਹ ਕੁਛ ਕਹਿੰਦਾ। ਜਦੋਂ ਤੁਸੀਂ ਕਤਲ ਕਰ ਦਿਓਗੇ ਉਹਦੇ ਬਾਰੇ ਬਕਾਇਦਾ ਕਾਨੂੰਨ ਹੈ,
इस तरह ही ठगी है, चोरी है, बलात्कार है, जो भी बुराई है, भी उस बुराई ਨੂੰ ਇਸ ਤਰ੍ਹਾਂ ਕੰਟਰੋਲ ਕਰਨ ਦਾ ਇੱਕ ਯਤਨ, ਇਹ ਜਿਹੜੀ ਸਿਸਟਮ ਦੀ ਪ੍ਰਧਾਨਤਾ ਹੈ। ਫਿਰ ਇਹਨਾਂ ਨੇ ਕੀ ਕੀਤਾ ਕਿ ਸਿਸਟਮ ਦੇ ਵਿੱਚ ਬੜੀ ਪਰਫੈਕਸ਼ਨ ਦੀ ਲੈਵਲ 'ਤੇ ਸਟਰਕਚਰ ਖੜੇ ਕਰ ਲਏ, ਕਿਉਂਕਿ 300 ਸਾਲ ਹੋ ਗਿਆ। ਅਤੇ ਜੇ ਅੱਜ ਆਪਾਂ ਦੇਖੀਏ ਵੈਸਟ ਦੇ ਜਾਂ ਬਾਕੀ ਸਾਰੇ ਥਾਵਾਂ 'ਤੇ ਵੀ ਉਹ ਸਟਰਕਚਰ ਬੜੇ ਕਮਾਲ ਦੇ ਖੜੇ ਕਰ ਲਏ, ਪਰ ਕਿਤੇ ਵੀ ਮਸਲਾ ਹੱਲ ਨਹੀਂ ਹੋਇਆ। ਨਾ ਜੁਰਮ ਬੰਦ ਹੋਏ ਨੇ, ਨਾ ਹਿੰਸਾ ਬੰਦ ਹੋਈ ਹੈ, ਅਤੇ ਨਾ ਬੰਦੇ ਦੀ ਜਿਹੜੀ ਹੈਗੀ ਹੈ ਤੜਫ ਉਹ ਕਿਤੇ ਖਤਮ ਹੋਈ ਹੈ। ਨਾ ਮਾਨਸਿਕ ਚੈਨ ਮਿਲਿਆ, ਨਾ ਜਿਸਮਾਨੀ ਵੀ ਬੰਦੇ ਨੂੰ। ਸਿਰਜ ਬਹੁਤ ਕੁਛ ਲਿਆ। ਸੋ ਇਹ ਜਿਹੜਾ ਮੋਡਰਨਿਟੀ ਦਾ ਪ੍ਰੋਜੈਕਟ ਸੀ, ਇਹ ਤੱਤ ਰੂਪ ਦੇ ਵਿੱਚ ਇੱਕ ਤਾਂ ਇੱਕ ਕੈਪੀਟਲਿਸਟ ਪ੍ਰੋਜੈਕਟ ਸੀ, ਦੂਜਾ ਇਹ ਕ੍ਰਿਸਚੈਨਿਟੀ ਦੇ ਪ੍ਰਸੰਗ ਦੇ ਵਿੱਚ ਹੀ ਪੈਦਾ ਹੋਇਆ। ਜੋ ਕੁਛ ਵੀ ਹੋਇਆ, ਜਿੰਨਾ ਗਿਆਨ ਪੈਦਾ ਹੋਇਆ, ਉਹਦਾ ਪ੍ਰਸੰਗ ਸੀ ਉਹ ਕ੍ਰਿਸਚੈਨਿਟੀ ਦੇ ਫਰੇਮਵਰਕ ਦੇ ਵਿੱਚ ਹੀ ਹੋਇਆ ਹੈ। ਜੋ ਵੀ ਗਿਆਨ ਰਚਿਆ ਗਿਆ ਉਹਨੂੰ ਮੁਖਾਤਬ ਹੋ ਕੇ ਉਹਨਾਂ ਸਮੱਸਿਆਵਾਂ ਦੇ ਵਿੱਚੋਂ ਨਿਕਲੀਆਂ, ਕ੍ਰਿਸਚੈਨਿਟੀ ਦੇ ਸੰਕਟ 'ਚੋਂ ਨਿਕਲੀਆਂ ਸਮੱਸਿਆਵਾਂ ਦੇ ਹੱਲ ਲੱਭੇ ਗਏ। ਸੋ ਦੈਟ ਵੇ ਇਹ ਇੱਕ ਹਿਸਾਬ ਨਾਲ ਕ੍ਰਿਸਚੈਨਿਟੀ ਦੇ ਸੁਧਾਰ ਦਾ ਪ੍ਰੋਜੈਕਟ ਹੀ ਸੀ ਕਿ ਉਹਦੀਆਂ ਵੈਲਿਊਜ਼ ਨੂੰ ਹੋਰ ਅੱਗੇ ਕਿਵੇਂ ਲਿਜਾਇਆ ਜਾਵੇ। ਸੋ ਇਹ ਅਮਲ ਚੱਲਿਆ। ਸੋ ਪੂੰਜੀਵਾਦ ਨੇ, ਸਰਮਾਏਦਾਰੀ ਨੇ ਵਿਕਾਸ ਕਰਨਾ ਹੈ, ਜਿਹੜਾ ਯੂਰਪ ਦੇ ਵਿੱਚ ਸ਼ੁਰੂ ਹੋ ਗਿਆ। ਸਨਅਤੀ ਇਨਕਲਾਬ ਆ ਗਿਆ, ਵਪਾਰ ਵੱਧ ਗਿਆ, ਪੈਦਾਵਾਰ ਵੱਧ ਗਈ, ਸਰਮਾਏਦਾਰ ਵਰਗ ਪੈਦਾ ਹੋ ਗਿਆ। ਪੂੰਜੀ ਦੀ ਜਾਂ ਕੈਪੀਟਲ ਦੇ 3 ਬੁਨਿਆਦੀ ਲੱਛਣ ਸਾਨੂੰ ਕਦੇ ਵੀ ਨਹੀਂ ਸਮਝਣੇ ਚਾਹੀਦੇ, ਜਿਹੜੇ ਉਹਦੇ ਜਮਾਂਦਰੂ ਆ, ਇਨਹੈਰੈਂਟ ਹੈ। ਇੱਕ ਤਾਂ ਇਹ ਹੈ ਕਿ ਪੂੰਜੀ ਕੌਨਸਟੈਂਟ ਐਕਸਪੈਂਸ਼ਨ ਦੀ ਮੰਗ ਕਰਦੀ ਹੈ। ਜੇ ਸਰਮਾਇਆ ਵੱਧਦਾ ਨਹੀਂ ਤਾਂ ਉਹ ਸਰਮਾਇਆ ਨਹੀਂ, ਫਿਰ ਉਹ ਪੂੰਜੀ ਨਹੀਂ ਬਣਦੀ। ਪੈਸਾ ਤਾਂ ਹੋਊ ਤੁਹਾਡੇ ਕੋਲ, ਤੁਹਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੋ। ਪੂੰਜੀ ਦਾ ਮਤਲਬ ਵੀ ਆ ਉਹ ਵਧੇ, ਹੋਰ ਵਧੇ, ਅਤੇ ਜੇ ਉਹਨੇ ਐਕਸਪੈਂਡ ਕਰਨਾ ਤਾਂ ਮੁਕਾਬਲਾ ਵੀ ਹੋਊ। ਪਿੜ ਖਾਲੀ ਤਾਂ ਹੈ ਨਹੀਂ, ਹੋਰ ਪੂੰਜੀਵਾਦੀ ਵੀ ਹੋਣਗੇ। ਸੋ ਇੱਕ ਉਹਦਾ ਜਿਹੜਾ ਹੈਗਾ ਕੰਪੀਟੀਸ਼ਨ, ਉਹ ਕੰਪੀਟੀਸ਼ਨ ਤੋਂ ਬਿਨਾਂ ਪੂੰਜੀ ਨਹੀਂ ਵੱਧ ਸਕਦੀ। ਪੂੰਜੀ ਨੇ ਵਧਣਾ ਵੀ ਹੈ, ਉਹ ਕੰਪੀਟੀਸ਼ਨ ਵਿਘਨ ਵੀ ਪਾਉਂਦਾ ਹੈ, ਟਕਰਾਅ ਪੈਦਾ ਹੁੰਦੇ ਨੇ। ਉਹ ਟਕਰਾਅ ਸਭ ਤੋਂ ਵੱਡੀ ਗੱਲ ਹੈ ਮਾਰਕੀਟ ਤੋਂ ਬਗੈਰ ਪੂੰਜੀ ਨਹੀਂ ਚੱਲ ਸਕਦੀ, ਪੂੰਜੀਵਾਦ ਨਹੀਂ ਚੱਲ ਸਕਦਾ। ਸੋ ਜਦੋਂ ਟਕਰਾਅ ਵੱਧ ਗਏ, ਇਹੀ ਪਤਾ ਨਹੀਂ ਲੱਗ ਰਿਹਾ ਆਹ ਮਾਰਕੀਟ ਮੇਰੀ ਹੈ ਕਿਹਦੀ ਹੈ। ਫਿਰ ਜਿਹਦਾ ਜਿਵੇਂ ਮਾਈਟ ਇਜ਼ ਰਾਈਟ, ਜਿਹਦੇ ਕੋਲ ਤਾਕਤ ਆ ਉਹ ਖੋ ਕੇ ਲੈ ਗਿਆ। ਇਸ ਤਰ੍ਹਾਂ ਫਿਰ ਪੂੰਜੀਵਾਦ ਨਹੀਂ ਵਿਕਾਸ ਕਰ ਸਕਦਾ। ਏਡੀ ਗੜਬੜ ਵਾਲੀ, ਏਡੀ ਉਥਲ ਪੁਥਲ ਦੇ ਵਿੱਚ ਉਹਨੂੰ ਟਿਕਟਕਾ ਚਾਹੀਦਾ। ਇਸ ਕਰਕੇ ਫਿਰ ਕੁਛ ਪ੍ਰਿੰਸੀਪਲ ਘੜਨ ਦੇ ਯਤਨ ਕੀਤੇ ਗਏ ਕਿ ਕੰਪੀਟੀਸ਼ਨ ਚੱਲੇ, ਪਰ ਕੰਪੀਟੀਸ਼ਨ ਨੂੰ ਆਪਾਂ ਇੱਕ ਖਾਸ ਸੀਮਾਵਾਂ ਦੇ ਵਿੱਚ ਮਰਿਆਦਾ 'ਚ ਰੱਖਿਆ ਜਾਵੇ। ਉਹਦੇ ਵਾਸਤੇ ਕੁਛ ਘੜ ਲਏ, ਮਰਿਆਦਾ ਘੜ ਲਈ। ਸਭ ਤੋਂ ਪਹਿਲਾਂ ਮੰਡੀ ਦੀ। ਕਿਹੜੀ ਮੰਡੀ ਕਿਹਦੀ? ਜਿਹਦੇ ਵਿੱਚੋਂ ਫਿਰ ਨੇਸ਼ਨ ਦਾ, ਨੈਸ਼ਨਲਿਜ਼ਮ ਦਾ ਅਤੇ ਨੇਸ਼ਨ ਸਟੇਟ ਦਾ ਸੰਕਲਪ ਆਇਆ ਕਿ ਆਹ ਇਲਾਕਾ ਜਿੱਥੇ ਫਰੈਂਚ ਬੋਲੀ ਜਾਂਦੀ ਹੈ, ਜਿੱਥੇ ਫਰੈਂਚ ਜਿਹਨੂੰ ਸੱਭਿਆਚਾਰ ਕਹਿ ਸਕਦੇ ਹਾਂ, ਇਹ ਫਰਾਂਸ ਦੇ ਲੋਕਾਂ ਦਾ ਆਪਦਾ ਸੋਵਰਨ ਹੋਵੇ, ਇੱਥੇ ਉਹੀ ਰਾਜ ਕਰਨ। ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਨਾ, ਝਗੜੇ ਹੁੰਦੇ ਸੀਗੇ, ਜਾਂ ਥਾਂ 'ਤੇ ਬੈਰੀਅਰ 'ਚ ਚੁੰਗੀਆਂ ਲੱਗ ਗਈਆਂ, ਉਹ ਚੁੰਗੀਆਂ ਖਤਮ ਕਰਨੀਆਂ। ਸੋ ਇੱਕ ਫਰੀ ਫਲੋ ਆਫ ਕੈਪੀਟਲ ਅਤੇ ਗੁਡਸ, ਉਹਦੇ ਵਾਸਤੇ ਮਾਰਕੀਟ ਕੋਈ ਨਿਯਮ ਵੀ ਚਾਹੀਦੇ ਨੇ ਅਤੇ ਕੁਛ ਰੋਕਾਂ ਖਤਮ ਹੋਣੀਆਂ ਚਾਹੀਦੀਆਂ। ਸੋ ਆਪਾਂ ਇਹਦਾ ਬਹੁਤਾ ਵਿਸਥਾਰ 'ਚ ਨਾ ਜਾਈਏ, ਮੇਰਾ ਖਿਆਲ ਥੋੜ੍ਹਾ ਬਹੁਤਾ ਕਤਾਊ ਜੀ ਵੀ ਗੱਲ ਲੱਗਦੀ ਹੈ। ਪਰ ਇਹ ਹੈ ਕਿ ਜਿਹੜਾ ਨੇਸ਼ਨ ਦਾ ਸੰਕਲਪ ਪੈਦਾ ਹੋਇਆ, ਜਾਂ ਨੈਸ਼ਨਲਿਜ਼ਮ ਦਾ ਜਾਂ ਨੇਸ਼ਨ ਸਟੇਟ ਦਾ, ਉਹ ਆਹ ਲੋੜ ਦੇ ਵਿੱਚੋਂ ਜੇ ਇਹ ਗੱਲ ਨਾ ਹੋਈ ਹੁੰਦੀ, ਕੋਈ ਨਿਯਮ ਹੀ ਨਾ ਤੈਅ ਹੋਏ ਹੁੰਦੇ, ਤਾਂ ਇੱਥੇ ਪੂੰਜੀਵਾਦ ਦਾ ਵਿਕਾਸ ਕੁਛ ਵੀ ਪੈਦਾ ਨਹੀਂ ਹੋਣਾ ਸੀ। ਬੰਦਿਆਂ ਨੇ ਲੜ ਕੇ ਮਰ ਜਾਣਾ ਸੀ। ਸੋ ਇਹ ਪੂੰਜੀਵਾਦੀ ਜਿਹੜਾ ਹੈਗਾ ਸਿਸਟਮ, ਉਹ ਇਹ ਅਫੋਰਡ ਨਹੀਂ ਕਰ ਸਕਦਾ ਲੰਮਾ ਚਿਰ ਉਥਲ ਪੁਥਲ ਅਤੇ ਬੇਚੈਨੀ। ਆਰਡਰ ਅਤੇ ਟਿਕ ਟਕਾ ਦੀ ਲੋੜ ਹੁੰਦੀ ਹੈ। ਸੋ ਇੱਥੋਂ ਫਿਰ ਇਹ, ਕਿਉਂਕਿ ਜਿਹੜੀਆਂ ਗੱਲਾਂ ਨੂੰ ਅੱਜ ਅਸੀਂ ਦੇਖਦੇ ਹਾਂ ਨਾ, ਸਾਨੂੰ ਇੰਨੀ ਨੈਚੁਰਲ ਲੱਗ ਰਿਹਾ ਕਿ ਵਾਟ ਇਜ਼ ਰੋਂਗ ਇਨ ਇਟ। ਨੈਸ਼ਨਲਿਜ਼ਮ 'ਚ ਕੀ ਗਲਤ ਹੈ?
ਜਦੋਂ ਅਸੀਂ ਇਹਨੂੰ ਹਿਸਟੋਰੀਸਾਈਜ਼ ਕਰਾਂਗੇ, ਇੱਕ ਹਿਸਟੋਰਿਕ ਪ੍ਰਸੰਗ ਦੇ ਵਿੱਚ ਰੱਖ ਕੇ ਦੇਖਾਂਗੇ, ਫਿਰ ਸਾਨੂੰ ਪਤਾ ਲੱਗੂ ਇਹ ਕਿਸ ਲੋੜ 'ਚੋਂ ਸਿਰਜਿਆ ਅਤੇ ਇਹਨੇ ਫਿਰ ਇਤਿਹਾਸ 'ਚ ਕੀਤਾ। ਇਹਨੇ ਕੰਪੀਟੀਸ਼ਨ ਨੂੰ ਖਤਮ ਨਹੀਂ ਕੀਤਾ, ਕਿਉਂਕਿ ਜਿੰਨਾ ਚਿਰ ਸਰਮਾਏਦਾਰੀ ਹੈ ਕੰਪੀਟੀਸ਼ਨ ਕਿਵੇਂ ਖਤਮ ਹੋ ਸਕਦਾ ਹੈ? ਮੁਕਾਬਲਾ ਤਾਂ ਚੱਲੂ, ਪਰ ਉਸ ਮੁਕਾਬਲੇ ਨੂੰ ਥੋੜ੍ਹਾ ਰੈਗੂਲੇਟ ਕਰ ਲਿਆ ਕਿ ਕੁਛ ਨਿਯਮ ਕੱਢ ਲਏ, ਪਰ ਉਹ ਨਿਯਮਾਂ ਦੀ ਉਲੰਘਣਾ ਵੀ ਹੋਊ। ਜਿਵੇਂ ਹੁਣ ਅਸੀਂ ਕੁਛ ਮੋਰਲ ਕੰਡਕਟ ਬਾਰੇ ਨਿਯਮ ਕੱਢ ਲਏ ਵੀ ਚੋਰੀ ਨਹੀਂ ਕਰਨੀ, ਕਤਲ ਨਹੀਂ ਕਰਨਾ, ਹਿੰਸਾ ਨਹੀਂ ਕਰਨੀ, ਇਹਦੇ ਬਾਵਜੂਦ ਹੁੰਦੀਆਂ ਤਾਂ ਹੈ। ਸੋ ਉੱਥੇ ਵੀ ਫਿਰ ਵਾਇਲੇਸ਼ਨਸ ਹੋਈਆਂ, ਕਿਉਂਕਿ ਅਖੀਰ ਨੂੰ ਫਿਰ ਇਹ ਗੱਲਾਂ ਪਾਵਰ ਨਾਲ ਹੀ ਤੈਅ ਹੁੰਦੀਆਂ। ਕਿਹੜੀ ਸਰਮਾਏਦਾਰੀ ਦੀ ਕਿਹੜੀ ਮਾਰਕੀਟ ਹੈ, ਇਹ ਕਿਸੇ ਪੁਆਇਸ ਵਿਸ਼ ਨਾਲ ਨਹੀਂ ਹੋਣੀ, ਕਿਸੇ ਪਵਿੱਤਰ ਭਾਵਨਾ ਨਾਲ ਨਹੀਂ ਕਦੇ ਹੁੰਦੀ। ਕਿਹਦੇ 'ਚ ਜ਼ੋਰ ਕਿੰਨਾ ਹੈ, ਕਿੱਲਾ ਕਿਹਦਾ ਤਕੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਜਿਹੜੀ ਤਾਕਤ ਪਾਵਰਫੁੱਲ ਹੈ ਉਹਦੀ ਮਾਰਕੀਟ ਉਸ ਹਿਸਾਬ ਨਾਲ ਬਣਦੀ ਹੈ। ਅਮਰੀਕਾ ਹੈ, ਮਤਲਬ ਕੀ ਮਤਲਬ ਬਣਦਾ ਦੁਨੀਆ ਦੇ ਕਿਹੜਾ ਦੇਸ਼ ਹੈ ਜਿੱਥੇ ਜਾ ਕੇ ਫੌਜੀ ਟਿਕਾਣੇ ਨਹੀਂ ਬਣਾਏ ਹੋਏ, ਅਤੇ ਕੀ ਸੋਵਰੈਂਟੀ ਰਹਿ ਜਾਂਦੀ ਹੈ ਉਸ ਦੇਸ਼ ਦੀ ਜਦੋਂ ਕੋਈ ਦੂਜਾ ਦੇਸ਼ ਆ ਕੇ ਆਪਣੀ ਫੌਜ ਦਾ ਉੱਥੇ ਅੱਡਾ ਕਾਇਮ ਕਰਦਾ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅਲਟੀਮੇਟਲੀ ਪਾਵਰ ਨਾਲ ਹੀ ਹੈ। ਇਸ ਕਰਕੇ ਬੰਦੇ ਨੂੰ ਪਾਵਰ ਹਾਸਲ ਕਰਨੀ ਅਤੇ ਪਾਵਰ ਐਕਸਰਸਾਈਜ਼ ਕਰਨੀ, ਇਹ ਸਵਾਰਥ ਦਾ ਸਭ ਤੋਂ ਉਚੇਰਾ ਅਤੇ ਸਭ ਤੋਂ ਘਿਨਾਉਣਾ ਰੂਪ ਹੈ। ਇਹਦੇ ਵਿੱਚੋਂ ਹੀ ਨਿਕਲਦੀਆਂ ਸਾਰੀਆਂ ਬਾਕੀ ਗੱਲਾਂ ਕਿ ਪਾਵਰ ਗ੍ਰਹਿਣ ਕਰਨੀ ਹੈ। ਸੋ ਇਹ ਸੀਗਾ ਮਤਲਬ ਜਿੱਥੋਂ ਇੱਕ ਨੇਸ਼ਨਸ ਦਾ ਅਤੇ ਨੈਸ਼ਨਲਿਜ਼ਮ ਦਾ ਉਹ ਵਰਤਾਰਾ ਆਇਆ। ਯੂਰਪ ਦੇ ਵਿੱਚ ਅਲੱਗ-ਅਲੱਗ ਖੇਤਰਾਂ ਦੀ ਸਰਮਾਏਦਾਰੀ ਨੇ ਆਪਦੇ ਆਪ ਨੂੰ ਕੰਸੋਲੀਡੇਟ ਕਰ ਲਿਆ, ਪੱਕੇ ਪੈਰੀਂ ਕਰ ਲਿਆ, ਐਂਟਰੈਂਚ ਕਰ ਲਿਆ ਆਪਦੇ ਖਿੱਤਿਆਂ 'ਚ, ਅਤੇ ਆਪਦੀਆਂ ਮਾਰਕੀਟਾਂ ਸੁਰੱਖਿਅਤ ਕਰ ਲਈਆਂ। ਹੁਣ ਜਦੋਂ ਸਾਰਾ ਯੂਰਪ ਇਸ ਤਰ੍ਹਾਂ ਵੰਡਿਆ ਗਿਆ ਵੀ ਆਹ ਮਾਰਕੀਟ ਇਹਦੀ, ਆਹ ਖੇਤਰ ਇਹਦਾ, ਆਹ ਖੇਤਰ ਇਹਦਾ, ਅਤੇ ਜਿਹੜਾ ਮੈਂ ਪਹਿਲਾਂ ਹੀ ਗੱਲ ਕਹੀ ਹੈ ਕਿ ਜੇ ਕੈਪੀਟਲ ਐਕਸਪੈਂਡ ਨਹੀਂ ਕਰਦੀ, ਪੂੰਜੀ ਜੇ ਫੈਲਦੀ ਨਹੀਂ, ਜੇ ਸਰਮਾਇਆ ਵੱਧਦਾ ਨਹੀਂ ਤਾਂ ਉਹ ਮਰੂ। ਇੱਥੇ ਵੀ ਐਡਵਾਂਸ ਔਰ ਪੈਰਿਸ਼, ਐਕਸਪੈਂਡ ਔਰ ਪੈਰਿਸ਼। ਆਪਾਂ ਦੇਖਿਆ ਕਿੰਨੇ ਉੱਜੜਦੇ ਨੇ ਬੰਦੇ ਕਾਰੋਬਾਰਾਂ 'ਚ, ਵੀ ਕਾਰੋਬਾਰ ਚੰਗਾ ਚੱਲਿਆ ਸੀ ਪਰ ਅਖੀਰ ਨੂੰ ਮੁਕਾਬਲੇ 'ਚ ਨਾ ਟਿਕ ਸਕਿਆ ਅਤੇ ਉੱਜੜ ਗਿਆ। ਸੋ ਇਹ ਬੜਾ ਬੇਰਹਿਮ ਜਿਹੜਾ ਹੈਗਾ ਕਾਨੂੰਨ ਮੁਕਾਬਲੇ ਦਾ, ਉਹ 'ਤੇ ਲਾਗੂ ਹੁੰਦਾ ਹੈ। ਸੋ ਜਦੋਂ ਯੂਰਪ ਦੀਆਂ ਮੰਡੀਆਂ ਉਹਨਾਂ ਨੇ ਕਰ ਲਈਆਂ ਅਤੇ ਉਦੋਂ ਬਾਅਦ ਇਹ ਸੀ ਵੀ ਹੋਰ ਮਾਰਕੀਟ, ਉੱਥੇ ਗੁੰਜਾਇਸ਼ ਕੋਈ ਰਹਿ ਨਹੀਂ ਗਈ। ਫਿਰ ਬਾਹਰ ਨੂੰ ਦੇਖੋ, ਯੂਰਪ ਤੋਂ ਬਾਹਰ ਫਿਰ ਉਹ ਧਰਤੀਆਂ ਲੱਭਣ ਦੀ, ਧਰਤੀਆਂ 'ਤੇ ਕਬਜ਼ੇ ਕਰਨ ਦੀ ਉਹ ਸਿਲਸਿਲਾ ਸ਼ੁਰੂ ਹੋ ਗਿਆ। ਹੋਰ ਅਮਰੀਕਾ ਲੱਭਣਾ ਜਾਂ ਹਿੰਦੁਸਤਾਨ ਲੱਭਣਾ ਇਹ ਕਿਸੇ ਦੇ ਉਂਝੀ ਐਡਵੈਂਚਰ ਨਹੀਂ ਸੀ, ਇਹ ਸਪੌਂਸਰਡ ਸੀਗੇ ਪੁਰਤਗਾਲ ਦੇ ਹੁਕਮਰਾਨਾਂ ਵੱਲੋਂ। ਵਾਸਕੋ ਡੀ ਗਾਮਾ, ਕੋਲੰਬਸ ਉਹ ਤਾਂ ਕਰਿੰਦੇ ਸੀ ਜਿਹੜੇ ਆਪਦਾ ਉਹਦਾ ਮੁੱਲ ਲੈਂਦੇ ਸੀ। ਉਹ ਸੀ ਜਿਨ੍ਹਾਂ ਨੇ ਮੰਡੀਆਂ ਲੱਭਣੀਆਂ ਸੀ। ਹੁਣ ਜਦੋਂ ਇੱਥੋਂ ਕੁਛ ਬੰਦਿਆਂ ਨੇ ਆ ਕੇ ਲਿਖਿਆ ਕਿ ਉੱਥੇ ਇੰਨੇ ਗਰਮ ਮਸਾਲੇ, ਉੱਥੇ ਆਹ ਚੀਜ਼, ਉੱਥੇ ਆਹ ਚੀਜ਼, ਵੀ ਆਹ ਕੁਛ ਹੋ ਜਾਂਦਾ, ਬੰਦਾ ਮਨ ਲਲਚਾਏ ਵੀ ਜੇ ਉਹ ਧਰਤੀ 'ਤੇ ਕਬਜ਼ਾ ਹੋ ਗਏ ਬਸ ਸਾਡਾ ਤਾਂ ਬਾਰੇ ਨਿਆਰੇ ਹੋ ਜਾਣਗੇ। ਸੋ ਮਤਲਬ ਇਹ ਇੱਕ ਪਿੱਛੇ ਇੰਪਲਸ ਜਾਂ ਇੱਕ ਕੰਮ ਕਰਦੀ ਸੀ, ਜਿਹਦੇ ਵਿੱਚੋਂ ਫਿਰ ਬਾਕੀ ਧਰਤੀਆਂ ਜਿਹੜੀਆਂ ਜਾ ਕੇ ਲੱਭੀਆਂ ਗਈਆਂ, ਲੱਭ ਕੇ ਉਹਨਾਂ 'ਤੇ ਕਬਜ਼ੇ ਕੀਤੇ ਗਏ। ਉਹ ਕਬਜ਼ੇ ਕਰਨ ਵਾਸਤੇ ਫਿਰ ਲੜਾਈਆਂ ਹੋਈਆਂ ਆਪਸ ਵਿੱਚ ਹੀ ਉਹਨਾਂ ਦੀਆਂ, ਕਿ ਫਰਾਂਸ ਦਾ, ਇੰਗਲੈਂਡ ਦਾ, ਉਹ ਵੀ ਲੜਾਈਆਂ ਹੋਈਆਂ ਤੋਂ ਇੱਥੇ ਵੀ ਆ ਕੇ, ਜਿਹਦੇ 'ਚੋਂ ਫਿਰ ਕਲੋਨੀਅਲਿਜ਼ਮ ਨਿਕਲਿਆ। ਸੋ ਮੋਡਰਨਿਟੀ ਦਾ ਚੋਂ ਕਲੋਨੀਅਲਿਜ਼ਮ ਨਿਕਲਣਾ ਇਨਐਵੀਟੇਬਲ ਸੀ। ਜਿਸ ਲੌਜਿਕ 'ਚੋਂ ਮੋਡਰਨਿਟੀ ਪੈਦਾ ਹੋਈ, ਉਸ ਲੌਜਿਕ ਦੇ ਵਿੱਚੋਂ ਕਲੋਨੀਅਲਿਜ਼ਮ ਪੈਦਾ ਹੋਇਆ। ਉਸ ਲੌਜਿਕ 'ਚੋਂ ਹੀ ਸੰਸਾਰ ਜੰਗਾਂ ਪੈਦਾ ਹੋਈਆਂ। ਉਸ ਲੌਜਿਕ 'ਚੋਂ ਹੀ ਪਰਮਾਣੂ ਸ਼ਕਤੀ ਦੀ ਇਸ ਤਰ੍ਹਾਂ ਵਰਤੋਂ ਕਰਨ ਦਾ ਉਹ ਸਾਰਾ ਸਿਲਸਿਲਾ ਚੱਲਿਆ। ਜਿੱਥੇ ਆਪਾਂ ਫਿਰ ਗੱਲ, ਜਿੱਥੇ ਫੋਕਸ ਕਰਨ ਦੀ ਲੋੜ ਹੈ ਕਿ ਜਦੋਂ ਜੀਵਨ ਦਾ ਧੁਰਾ ਜਾਂ ਚੂਲ ਧਰਮ ਨਾ ਰਿਹਾ, ਸਰਮਾਇਆ ਬਣ ਗਿਆ, ਪੂੰਜੀ ਬਣ ਗਈ ਸਾਰਾ ਕੇਂਦਰ, ਉਦੋਂ ਉਹਦੇ ਵਿੱਚੋਂ ਇਹ ਗੱਲਾਂ ਨਿਕਲਣੀਆਂ ਸੀ। ਹੁਣ ਇਹ ਕਿ ਦੂਜੀਆਂ ਧਰਤੀਆਂ 'ਤੇ ਕਬਜ਼ੇ ਹੋ ਗਏ, ਫਿਜ਼ੀਕਲੀ ਤਾਂ ਜਾ ਕੇ ਫੌਜਾਂ ਨੇ ਬੰਦਿਆਂ ਨੂੰ ਗੁਲਾਮ ਬਣਾ ਲਿਆ, ਪਰ ਇਕੱਲੇ ਫੌਜਾਂ ਨਾਲ, ਜਿਸਮਾਨੀ ਬਲ ਨਾਲ ਤੁਸੀਂ ਬਹੁਤਾ ਲੰਮਾ ਚਿਰ ਕਿਸੇ ਨੂੰ ਗੁਲਾਮ ਬਣਾ ਕੇ ਨਹੀਂ ਰੱਖ ਸਕਦੇ, ਖਾਸ ਕਰਕੇ 7 ਸਮੁੰਦਰ ਪਾਰ ਜਾ ਕੇ।
ਕਿੰਨੇ ਕੁ ਆ ਇੱਥੇ ਅੰਗਰੇਜ਼ ਕਿੰਨੇ ਕੁ ਆ ਗਏ ਸੀ, ਕਿੰਨੇ ਕੁ ਆ ਸਕਦੇ ਸੀ। ਪਹਿਲੀ ਗੱਲ ਤਾਂ ਗਿਣਤੀ ਸਾਡੇ ਨਾਲ ਫਿਰ ਵੀ ਥੋੜ੍ਹੀ ਸੀ। ਸਾਡੇ ਨਾਲ ਤੋਂ ਭਾਵ ਇਕੱਲੇ ਹਿੰਦੁਸਤਾਨ ਦੀ ਗੱਲ ਨਹੀਂ, ਏਸ਼ੀਆ, ਅਫਰੀਕਾ ਜਾਂ ਲਤੀਨੀ ਅਮਰੀਕਾ, ਜਿਹੜਾ ਨਾਨ ਯੂਰਪੀਅਨ ਵਰਲਡ। ਹੁਣ ਉਸ ਜੇ ਵਰਡ ਨੂੰ ਤੁਸੀਂ ਜਾ ਕੇ ਕੰਟਰੋਲ ਕਰਨਾ, ਡੋਮੀਨੇਟ ਕਰਨਾ, ਗਲਬਾ ਪਾਉਣਾ, ਤਾਂ ਨਿਰੋਲ ਫਿਜ਼ੀਕਲ ਮਾਈਟ ਉਹਦੇ ਨਾਲ ਪੋਸੀਬਲ ਹੀ ਨਹੀਂ। ਫਿਰ ਕੀ ਕੀਤਾ ਜਾਵੇ? ਫਿਰ ਜਿਹੜੀ ਉਹੀ ਗੱਲ ਜਿਹੜੀ ਅੱਜ ਸਾਡੇ ਵਾਸਤੇ ਸਮਝਣ ਦੀ ਲੋੜ ਹੈ ਕਿ ਉਹਨਾਂ ਦੇ ਮਨ ਕੰਟਰੋਲ ਕੀਤੇ ਜਾਣ, ਮਨ ਗਿਆਨ ਨਾਲ ਹੋਣਗੇ। ਜੇ ਉਹਨਾਂ ਨੂੰ ਇਹ ਜਚਾ ਦਿਓ ਕਿ ਜਿਹੜਾ ਸਾਡਾ ਗਿਆਨ ਪ੍ਰਬੰਧ ਹੈ, ਸਾਡਾ ਗਿਆਨ ਐਡਵਾਂਸਡ ਹੈ, ਤੁਹਾਡਾ ਬੈਕਵਰਡ ਹੈ। ਜਦੋਂ ਬੰਦੇ ਦੇ ਮਨ ਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਬੈਕਵਰਡ ਹੈ, ਕੌਣ ਚਾਹੂ ਮੈਂ ਬੈਕਵਰਡ ਨਾਲ ਜਿਉਵਾਂ? ਮੈਂ ਕਿਉਂ ਨਾ ਮਾਡਰਨ ਬਣਾ, ਮੈਂ ਕਿਉਂ ਨਾ ਨਵਾਂ ਗ੍ਰਹਿਣ ਕਰਾਂ? ਸੋ ਇਹਨੂੰ ਮੈਂ ਬਹੁਤ ਓਵਰ ਸਿੰਪਲੀਫਾਈ ਕਰਕੇ ਗੱਲਾਂ ਕਹਿ ਰਿਹਾ, ਕਹਿਣੀਆਂ ਵੀ ਪੈਂਦੀਆਂ ਕਈ ਗੱਲ ਵਾਰ ਆਪਾਂ ਨੂੰ, ਪਰ ਜਿੱਡੀ ਇਹ ਕੰਪਲੈਕਸਿਟੀ 'ਚ ਵਾਪਰਿਆ, ਇੰਨਾ ਸਮੂਥ ਨਹੀਂ ਸੀ ਸਾਰਾ ਕੁਛ। ਇਹ ਵਰਤਾਰਾ ਬੜੇ ਕੰਪਲੈਕਸ ਹੈ। ਸੋ ਹੁਣ ਗਿਆਨ ਜਿਹੜਾ ਹੈ, ਤੁਸੀਂ ਇਹ ਬੰਦਿਆਂ ਨੂੰ ਕਹਿਣਾ ਵੀ ਸਾਡਾ ਗਿਆਨ ਅਡਾਪਟ ਕਰ ਲਓ, ਜਿਹਦਾ ਮਤਲਬ ਤੁਹਾਡੇ ਜਿਹੜੇ ਦਿਮਾਗ ਨੇ ਉਹਨਾਂ ਦੇ ਉਹ ਮਤਲਬ ਧਰਤੀਆਂ ਨੂੰ ਕੋਲੋਨਾਈਜ਼ ਕੀਤਾ, ਫਿਰ ਮਾਈਂਡਸ ਨੂੰ ਕੋਲੋਨਾਈਜ਼ ਕਰਨਾ ਸੀ। ਉਹਦੇ ਵਾਸਤੇ ਫਿਰ ਉਹ ਗਿਆਨ ਦਾ ਹਥਿਆਰ ਵਰਤਿਆ ਗਿਆ। ਹੁਣ ਗਿਆਨ ਕੀ ਹੈ? ਆਪਾਂ 5 ਮਿੰਟਾਂ ਦੇ ਵਿੱਚ ਗਿਆਨ ਦੀ ਰਚਨਾ ਕੀ ਹੁੰਦੀ ਹੈ? ਇਮਾਰਤ ਆਪਾਂ ਖੜੀ ਕਰਦੇ ਹਾਂ, ਉਹਦੇ ਬਿਲਡਿੰਗ ਬਲਾਕਸ ਇੱਟਾਂ। ਇਸ ਤਰ੍ਹਾਂ ਨੌਲੇਜ ਜਿਹੜਾ ਰਜੀਮ ਹੈ ਜਾਂ ਸਿਸਟਮ ਹੈ, ਉਹਦੇ ਬਿਲਡਿੰਗ ਬਲਾਕਸ ਹੈਗੇ ਕਨਸੈਪਟਸ ਐਂਡ ਕੈਟੇਗਰੀਜ਼। ਹੋਰ ਗਿਆਨ ਕੀ ਹੈ? ਤੁਸੀਂ ਕੁਛ ਇਹੀਆਂ ਟਰਮਾਂ ਵਰਤੋਗੇ, ਕਨਸੈਪਟ ਵਰਤੋਗੇ, ਉਹਦੇ ਨਾਲ ਉਹਦਾ ਕੋਈ ਮੀਨਿੰਗ ਬਣੂਗਾ। ਹੁਣ ਜਿਹੜੇ ਸੰਕਲਪ ਹੈ, ਕੈਟੇਗਰੀ ਜਿਹਨੂੰ ਅਸੀਂ ਕਹਿੰਦੇ ਆ, ਜਿਹਦੇ ਵਾਸਤੇ ਮੈਨੂੰ ਪੰਜਾਬੀ ਦੇ ਵਿੱਚ ਕੋਈ ਸ਼ਬਦ ਨਹੀਂ ਔੜ ਰਿਹਾ, ਐਵੇਂ ਆਪਾਂ ਪ੍ਰਵਰਗ ਕਹਿ ਲੈਂਦੇ ਹਾਂ, ਸ਼੍ਰੇਣੀਆਂ ਕਹਿ ਲੈਂਦੇ ਹਾਂ। ਗੱਲ ਤਾਂ ਇਹ ਵੀ ਤੁਸੀਂ ਕੁਛ ਟਰਮਾਂ ਵਰਤਦੇ ਹੋ। ਆਪਾਂ ਇਹ ਕਹਿੰਦੇ ਵੀ ਆਹ ਬੰਦਾ ਧਾਰਮਿਕ ਹੈ, ਆਹ ਸੈਕੂਲਰਿਸਟ ਹੈ। ਹੁਣ ਲਿਖਿਆ ਤਾਂ ਨਹੀਂ ਕਿਤੇ ਹੁੰਦਾ ਉਹਦੇ ਮੱਥੇ 'ਤੇ। ਇਹ ਅਸੀਂ ਸ਼ਬਦ ਘੜ ਲਿਆ ਇੱਕ ਉਸ ਨੂੰ ਡਿਸਕ੍ਰਾਈਬ ਕਰਨ ਵਾਸਤੇ। ਇਹੀ ਸ਼ਬਦ ਘੜਨ ਦੀ, ਇਹ ਸ਼ਬਦਾਂ ਦੇ ਜੋੜ ਨਾਲ ਗਿਆਨ ਬਣਦਾ, ਸਿਧਾਂਤ ਬਣਦੇ ਨੇ, ਪਰਸਪੈਕਟਿਵ ਬਣਦੇ ਨੇ, ਜਾਵੀਏ ਬਣਦੇ ਨੇ। ਸੋ ਇਹ ਜਿਹੜੇ ਕਨਸੈਪਟ ਪੈਦਾ ਹੋਏ, ਜਿਹੜਾ ਸਭ ਤੋਂ ਵੱਧ ਸਾਡੇ ਵਾਸਤੇ ਇਸ ਮੌਕੇ ਸਮਝਣ ਦੀ ਗੱਲ ਹੈ, ਉਹ ਕਿਸੇ ਕੰਟੈਕਸਟ 'ਚ ਹੀ ਪੈਦਾ ਹੁੰਦੇ ਨੇ, ਠੋਸ। ਕਿਹੜੀ ਕਲਚਰ ਕਿਹੜਾ ਪੈਦਾ ਕਰਦੀ ਹੈ। ਸਾਡੇ ਕਨਸੈਪਟ, ਸਾਡੇ ਸ਼ਬਦ ਹੋਰ ਸੀ। ਜਿਵੇਂ ਧਰਮ ਹੈ, ਬੜਾ ਮੋਟਾ ਸਵਾਲ ਹੈ। ਰਿਲੀਜਨ, ਸਾਡੀ ਵੋਕੈਬਲਰੀ 'ਚ ਰਿਲੀਜਨ ਸ਼ਬਦ ਨਹੀਂ ਸੀ, ਇਹ ਅੰਗਰੇਜ਼ਾਂ ਦਾ ਹੈ। ਸਾਡੇ ਅਲੱਗ-ਅਲੱਗ ਚੱਲਦੇ ਸੀ, ਪੰਥ ਕਹਿੰਦੇ ਸੀ ਮੇਰਾ ਖਿਆਲ ਜਿੰਨਾ, ਜਾਂ ਮਾਰਗ। ਹਰ ਕਲਚਰ ਨੇ ਆਪਦੇ ਉਸ ਨੂੰ ਡਿਸਕ੍ਰਾਈਬ ਕਰਨ ਵਾਸਤੇ ਆਪਦੀ ਟ੍ਰੈਡੀਸ਼ਨ 'ਚੋਂ ਅਤੇ ਆਪਦੀ ਭਾਸ਼ਾ 'ਚੋਂ ਸ਼ਬਦ ਲੈਣੇ ਹੁੰਦੇ, ਅਤੇ ਉਹਨਾਂ ਦਾ ਇੱਕ ਖਾਸ ਮੀਨਿੰਗ ਹੁੰਦਾ, ਐਵੇਂ ਨਹੀਂ ਕਿ ਜਿਹੜਾ ਮਰਜ਼ੀ ਵਰਤ ਲਓ। ਸੋ ਉਹਨਾਂ ਨੇ ਰਿਲੀਜਨ ਸ਼ਬਦ ਲਿਆਂਦਾ, ਅਤੇ ਅੱਜ ਫਿਰ ਸਾਰੇ ਉਹ ਰਿਲੀਜਨ, ਸਿੱਖ ਰਿਲੀਜਨ, ਹਿੰਦੂ ਰਿਲੀਜਨ, ਬੁੱਧ ਰਿਲੀਜਨ, ਬੁੱਧਿਸਟ, ਉਹ ਸਾਰਿਆਂ ਨੂੰ ਧਰਮ ਆਪਾਂ ਰਿਲੀਜਨ ਕਹਿ ਕੇ ਉਹ ਇੱਕ ਡੈਫੀਨੇਸ਼ਨ ਘੜਤੀ, ਸਾਰਿਆਂ ਨੇ ਉਹ ਅਡੋਪਟ ਕਰ ਲਈ। ਸੋ ਇਸ ਨੂੰ ਸਿਧਾਂਤਕ ਭਾਸ਼ਾ 'ਚ ਕਹਿੰਦੇ ਨੇ ਯੂਨੀਵਰਸਲਾਈਜੇਸ਼ਨ ਆਫ ਕਨਸੈਪਟਸ, ਕਿ ਕੋਈ ਕਨਸੈਪਟ ਪੈਦਾ ਘੜਿਆ ਕਿਸੇ ਮਰਜ਼ੀ ਵਿਸ਼ੇਸ਼ ਪ੍ਰਸੰਗ ਜਾਂ ਕਲਚਰ 'ਚੋਂ ਗਿਆ ਹੋਵੇ, ਉਹਨੂੰ ਯੂਨੀਵਰਸਲ ਬਣਾਉਣ ਦਾ ਮਤਲਬ ਹੈ ਕਿ ਹਰ ਥਾਂ 'ਤੇ ਚੱਲ ਸਕਦਾ, ਹਰ ਥਾਂ 'ਤੇ ਲਾਗੂ ਹੋਣ ਯੋਗ ਹੈ। ਅਤੇ ਜਦੋਂ ਤੁਸੀਂ ਇੱਕ ਕਲਚਰ 'ਚੋਂ, ਇੱਕ ਗਿਆਨ ਪ੍ਰਬੰਧ 'ਚੋਂ ਸਿਰਜੇ ਉੱਭਰੇ ਸੰਕਲਪ ਯੂਨੀਵਰਸਲਾਈਜ਼ ਕਰ ਲਓਗੇ, ਤਾਂ ਉਸ ਗਿਆਨ ਪ੍ਰਬੰਧ ਦੀ ਸਰਬ ਪ੍ਰਧਾਨਤਾ ਸਥਾਪਿਤ ਹੋਗੀ, ਜਿਹਦਾ ਮਤਲਬ ਤੁਸੀਂ ਉਸ ਗਿਆਨ ਪ੍ਰਬੰਧ ਨੂੰ ਕਬੂਲ ਕਰ ਲਿਆ, ਕਿਉਂਕਿ ਤੁਸੀਂ ਆਪਣੀਆਂ ਸਮੱਸਿਆਵਾਂ ਵੀ ਉਹਨਾਂ ਹੀ ਟੂਲਸ ਦੇ ਨਾਲ, ਉਹਨਾਂ ਹੀ ਗੱਲਾਂ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰੋਗੇ। ਤੁਹਾਨੂੰ ਉਹ ਦੇਤੀ, ਇੱਕ ਦ੍ਰਿਸ਼ਟੀ ਵੀ ਦੇਤੀ,
ਸੰਕਲਪ ਦੇ ਤੇ ਸ਼ਬਦ ਦੇ ਤੇ ਬਸ ਤੁਸੀਂ ਉਹਨਾਂ ਨੂੰ ਉਸ ਰੂਪ ਦੇ ਵਿੱਚ ਦੇਖਣਾ ਹੈ। ਹੁਣ ਅੱਤਵਾਦ ਆਪਾਂ ਆਪਣੇ ਦੇਖੀਏ, ਦਹਿਸ਼ਤਗਰਦ ਹੈ, ਟੈਰਰਿਸਟ ਜਾਂ ਫੰਡਾਮੈਂਟਲਿਸਟ ਹੈ। ਹੁਣ ਇਹ ਸ਼ਬਦ ਕਿੱਥੋਂ ਆਏ? ਹੁਣ ਫੰਡਾਮੈਂਟਲਿਸਟ ਮੇਰੇ ਮੁਤਾਬਕ ਤਾਂ ਹੈ ਕਿ ਇਹ ਕ੍ਰਿਸਚੀਅਨ ਪਰੰਪਰਾ ਦੇ ਵਿੱਚੋਂ ਆਇਆ ਹੈ ਕਿ ਜਦੋਂ ਉਹਨਾਂ ਨੇ ਧਰਮ 'ਚ ਸੁਧਾਰ ਕਰ ਲਏ, ਧਰਮ ਨੂੰ ਤਰਾਸ਼ ਲਿਆ, ਸੋਧ ਲਿਆ ਆਪਦੀਆਂ ਨਵੀਆਂ ਲੋੜਾਂ ਮੁਤਾਬਕ, ਵੀ ਤਾਂ ਕਿ ਸਾਰਾ ਕੁਛ ਰਵਾਂ ਚੱਲੇ, ਕਿਤੇ ਡਿੱਕਾ ਨਾ ਪੈਦਾ ਹੋਵੇ ਪ੍ਰੋਟੈਸਟੈਂਟ ਦੇ ਰੂਪ ਵਿੱਚ। ਤੋ ਜਿਹੜੇ ਬੰਦੇ ਅਜੇ ਵੀ ਪੁਰਾਣੀਆਂ ਗੱਲਾਂ 'ਤੇ ਖੜ੍ਹੇ ਸੀ, ਉਹ ਬੇਸਿਕ ਬੁਨਿਆਦੀ ਫੰਡਾਮੈਂਟਲਸ 'ਤੇ, ਉਹਨਾਂ ਨੂੰ ਉਹਨਾਂ ਨੇ ਫੰਡਾਮੈਂਟਲਿਸਟ ਕਹਿਤਾ। ਇੱਕ ਨੈਗੇਟਿਵ ਟਰਮ ਜਿਹੜੇ ਰਾਹ ਦੇ ਵਿੱਚ ਸਮਾਜਿਕ ਵਿਕਾਸ ਦੇ ਰਾਹ 'ਚ ਰੁਕਾਵਟ ਬਣ ਰਹੇ ਨੇ ਅਤੇ ਬੇੜਾ ਵਹਾ ਚੁੱਕੇ ਨੇ ਆਪਦੀ, ਉਹਨਾਂ ਦਾ ਕੋਈ ਰੈਲੇਵੈਂਸ ਨਹੀਂ ਅੱਜ, ਵੀ ਉਹ ਪੁਰਾਣੇ ਯੁੱਗ ਦੇ ਬੰਦੇ ਨੇ। ਹੁਣ ਇਹ ਕ੍ਰਿਸਚੀਅਨ ਟਰਡੀਸ਼ਨ 'ਚੋਂ ਇੱਕ ਖਾਸ ਕੰਟੈਕਸਟ 'ਚੋਂ ਘੜਿਆ ਹੋਇਆ ਸ਼ਬਦ ਹੈ, ਕੈਟੇਗਰੀ ਜਿਹਨੂੰ ਕਹਿੰਦੇ ਆ। ਅਤੇ ਸਾਰੀ ਦੁਨੀਆ 'ਚ ਜਿੱਥੇ ਜਿਹਨੂੰ ਜੋ ਪ੍ਰੋਬਲਮ ਆਉਂਦੀ ਹੈ ਕਿਸੇ ਤੋਂ, ਇਸ ਕਿਸਮ ਦੇ ਧਰਮ ਵਾਲੇ ਬੰਦਿਆਂ ਤੋਂ, ਉਹ 'ਤੇ ਠੱਪਾ ਲੱਗ ਗਿਆ ਜੀ, ਇਹ ਫੰਡਾਮੈਂਟਲਿਸਟ ਹੈ। ਹੁਣ ਫੰਡਾਮੈਂਟਲਿਸਟ ਆਪਦੇ ਆਪ 'ਚ ਇੱਕ ਨੈਗੇਟਿਵ ਇਮੇਜ ਬਣਾ ਦਿੰਦਾ, ਜਿਹਦਾ ਮਤਲਬ 'ਤੇ ਉੱਕਰਤਾ ਸਟੈਂਪ ਲਾਤੀ ਬਸ, ਵੀ ਇਹ ਤਾਂ ਨੈਗੇਟਿਵ, ਇਹ ਬੁਰਾਈ ਹੈ ਇੱਕ। ਇਸ ਤਰ੍ਹਾਂ ਦਹਿਸ਼ਤਗਰਦ, ਮਤਲਬ ਬਹੁਤੀਆਂ ਉਦਾਹਰਨਾਂ ਦੇਣ ਦੀ ਲੋੜ ਨਹੀਂ, ਮਤਲਬ ਇੰਨੀ ਕੁ ਗੱਲ ਹੈ ਕਿ ਹਰ ਸੰਕਲਪ, ਹਰ ਕੈਟੇਗਰੀ ਇੱਕ ਕਿਸੇ ਖਾਸ ਕਲਚਰਲ ਕੰਟੈਕਸਟ ਅਤੇ ਹਿਸਟੋਰੀਕਲ ਕੰਟੈਕਸਟ 'ਚ ਘੜੀ ਜਾਂਦੀ ਹੈ। ਉਹਨੂੰ ਜਦੋਂ ਯੂਨੀਵਰਸਲ ਕਹਿਤਾ, ਜਿਹਦਾ ਮਤਲਬ ਉਹਦੇ ਨਾਲ ਜਿਹੜੇ ਤੁਹਾਡੇ ਅਬਦੇ ਗਿਆਨ ਹੈ ਉਹ ਪਛੜੇ ਹੋਏ, ਕਹਿ ਦਿਓ ਰਿਡੰਡੈਂਟ ਹੋ ਗਏ, ਬੇਕਾਰ ਹੋ ਗਏ। ਜਦੋਂ ਇਹ ਕਹਿਤਾ ਨਵਾਂ ਗਿਆਨ, ਕਿਉਂਕਿ ਮਾਡਰਨਿਟੀ ਦੀ ਜਿਹੜੇ ਸਾਰੇ ਐਨਲਾਈਟਨਮੈਂਟ ਦੇ ਜਿੰਨੇ ਵੀ ਵਿਦਵਾਨ ਸੀ, ਉਹਨਾਂ ਨੇ ਕਿਹਾ ਹੀ ਇਹ ਐਨਲਾਈਟਨਮੈਂਟ ਨਾ ਹੀ ਇਹ ਰੱਖਿਆ ਕਿ ਅੰਧ ਵਿਸ਼ਵਾਸ ਅਤੇ ਜਹਾਲਤ ਤੋਂ ਮਨ ਨੂੰ ਗਿਆਨ ਦੇ ਚਾਨਣ ਤੱਕ ਲੈ ਕੇ ਜਾਣਾ, ਰੌਸ਼ਨ ਕਰਨਾ ਹੈ ਮਾਈਂਡਸ ਨੂੰ। ਉਹ ਰੌਸ਼ਨ ਕੀਤਾ ਉਹਨਾਂ ਨੇ। ਉਹ ਰੌਸ਼ਨ ਕੀ ਸੀ? ਰੈਸ਼ਨੈਲਿਟੀ ਅਤੇ ਇੰਡੀਵਿਜੂਅਲਿਜ਼ਮ। ਮਾਡਰਨਿਟੀ ਦੀ ਜਿਹੜੀ ਸਾਰੀ ਬੁਨਿਆਦ ਹੈ ਨਾ, ਫਾਊਂਡੇਸ਼ਨਲ, ਉਹ ਇੱਕ ਤਾਂ ਕ੍ਰਿਟੀਕ 'ਚ ਪਈ ਹੈ, ਜਿਹੜੀ ਲੈ ਕੇ ਆਏ ਸਾਰੇ ਜਿੰਨੇ ਵੀ ਉਹਨਾਂ ਦੇ ਵਿਦਵਾਨ ਸੀਗੇ, ਕਿ ਆਲੋਚਨਾ, ਹਰ ਚੀਜ਼ 'ਤੇ ਸਵਾਲ, ਸ਼ੱਕ ਨਾ ਦੇਖੋ, ਸਵਾਲ ਖੜਾ ਕਰੋ, ਕੋਈ ਵੀ ਚੀਜ਼ ਅੱਖਾਂ ਮੀਚ ਕੇ ਪ੍ਰਵਾਨ ਨਾ ਕਰੋ, ਕੋਈ ਵਿਸ਼ਵਾਸ, ਸ਼ਰਧਾ ਇਸ ਤਰ੍ਹਾਂ ਨਾ ਕਰੋ। ਹੁਣ ਦੇਖਣ ਨੂੰ ਤਾਂ ਸਾਨੂੰ ਇਹ ਕਹਿਣ ਨੂੰ ਗੱਲ ਬਹੁਤੀ ਮਾੜੀ ਨਹੀਂ ਲੱਗਦੀ, ਵੀ ਠੀਕ ਹੈ ਸਵਾਲ ਖੜੇ ਹੋਣੇ ਚਾਹੀਦੇ ਨੇ, ਦੇਖਣੇ ਚਾਹੀਦੇ ਨੇ, ਪਰ ਇੱਕ ਖੇਤਰ ਹੈ, ਕੁਛ ਇੱਕ ਖੇਤਰ ਉਹ ਹੈ ਜਿਹੜਾ ਹੈ ਹੀ ਵਿਸ਼ਵਾਸ 'ਤੇ, ਉੱਥੇ ਤੁਸੀਂ ਆਲੋਚਨਾ ਕਿਵੇਂ ਕਰ ਲਓ? ਕਿਉਂਕਿ ਇਹ ਦ੍ਰਿਸ਼ਟਮਾਨ ਸੰਸਾਰ ਦਾ ਫਲਸਫਾ ਹੈ, ਇਹ ਆਲੋਚਨਾ, ਇਹ ਰੈਸ਼ਨੈਲਿਟੀ, ਇਹ ਸੈਕੂਲਰਿਜ਼ਮ, ਜੋ ਦਿਸਦਾ ਹੈ, ਜੋ ਵਿਜ਼ੀਬਲ ਹੈ। ਜਿਹੜਾ ਇਨਵਿਜ਼ੀਬਲ ਹੈ ਉਹ ਤਾਂ ਬਲੀਫ ਹੀ ਹੈ, ਥੋੜ੍ਹਾ ਫੇਥ ਹੀ ਹੈ ਨਾ। ਸੋ ਜਦੋਂ ਫੇਥ 'ਤੇ ਸਵਾਲ ਖੜਾ ਹੋ ਗਿਆ, ਫੇਥ ਤਾਂ ਉੱਡ ਗਿਆ ਉਹਦੀ। ਸੋ ਉਹ ਫੇਥ, ਉਹ ਵਿਸ਼ਵਾਸ ਉਡਾਉਣੇ ਸੀ ਉਹਨਾਂ ਨੇ। ਸੋ ਰੈਸ਼ਨਲਿਜ਼ਮ ਨੇ, ਤਰਕਸ਼ੀਲਤਾ ਨੇ, ਵਿਵੇਕਸ਼ੀਲਤਾ ਜਿਹਨੂੰ ਕਹਿੰਦੇ ਸੀ, ਐਨਲਾਈਟਨਮੈਂਟ ਨੇ, ਉਹ ਫੇਥ ਉਡਾਤੇ। ਸੋ ਇਹ ਇੱਕ ਪੂਰਾ ਪੈਕੇਜ ਬਣ ਗਿਆ ਫਿਰ, ਕਿ ਕੈਪੀਟਲਿਜ਼ਮ, ਸਾਇੰਸ, ਡਿਵੈਲਪਮੈਂਟ, ਰੈਸ਼ਨਲਿਜ਼ਮ, ਇੰਡੀਵਿਜੂਅਲਿਜ਼ਮ, ਸੈਕੂਲਰਿਜ਼ਮ, ਇਹ ਸਾਰਾ, ਇਹਨੂੰ ਤੋੜ ਕੇ ਨਹੀਂ ਦੇਖਿਆ ਜਾ ਸਕਦਾ, ਇਹ ਇਕੱਠੇ ਬਣਦੇ ਨੇ। ਇਹਦੇ ਵਿੱਚੋਂ ਇਹੀ ਨੈਸ਼ਨਲਿਜ਼ਮ, ਇਹ ਉਹਦਾ ਅੰਗ ਬਣਦੇ। ਹੁਣ ਜਿਹੜੀ ਨੈਸ਼ਨਲਿਜ਼ਮ ਦੀ ਗੱਲ ਆਪਾਂ 1-2 ਮਿੰਟ 'ਚ ਗੱਲ ਕਰੀਏ, ਇੱਕ ਪੱਖੋਂ ਤਾਂ ਠੀਕ ਹੈ ਕਿ ਕਿਸੇ ਕਲਚਰ ਦੇ ਲੋਕਾਂ ਨੂੰ ਆਪਦਾ ਹੀ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਦੀ ਕਲਚਰ ਨੂੰ ਕਿਵੇਂ ਪ੍ਰਜਰਵ ਕਰਦੇ ਨੇ ਅਤੇ ਕਿਵੇਂ ਡਿਵੈਲਪ ਕਰਦੇ। ਇਹ ਪ੍ਰਿੰਸੀਪਲ ਠੀਕ ਹੈ, ਨਹੀਂ ਮਰ ਜਾਣਗੀਆਂ, ਭਾਸ਼ਾਵਾਂ ਵੀ ਮਰ ਜਾਣਗੀਆਂ ਅਤੇ ਸੱਭਿਆਚਾਰ ਵੀ ਮਰ ਜਾਣਗੇ, ਜੇ ਤਾਂ ਇੱਥੋਂ ਤੱਕ ਗੱਲ ਹੋਵੇ। ਪਰ ਨਹੀਂ, ਨੈਸ਼ਨਲਿਜ਼ਮ ਇਦੋਂ ਗਾਹਾਂ ਲਿਜਾਂਦਾ। ਜਿਹੜੇ ਬੰਦੇ ਨੈਸ਼ਨਲਿਜ਼ਮ ਦਾ ਝੰਡਾ ਚੁੱਕਿਆ ਜਿਨ੍ਹਾਂ ਨੇ, ਉਹੀ ਜਾ ਕੇ ਦੂਜੇ ਦੇਸ਼ਾਂ ਨੂੰ ਜਾ ਕੇ ਕਬਜ਼ੇ ਕਰੀ ਜਾ ਰਹੇ ਨੇ, ਭਾਸ਼ਾਵਾਂ ਮਾਰ ਰਹੇ ਨੇ, ਕਲਚਰ ਤਬਾਹ ਕਰ ਰਹੇ ਨੇ, ਜਾਂ ਆਪਦੇ ਮੁਤਾਬਕ ਢਾਲ ਰਹੇ ਨੇ। ਸੋ ਇਸ ਜਿਹੜਾ ਹੈਗਾ ਵਿਰੋਧ, ਇੰਨੀ ਕੰਟਰਾਡਿਕਟਰੀ ਗੱਲ ਕਿਉਂ ਹੈ? ਜਿਹਦਾ ਮਤਲਬ ਨੈਸ਼ਨਲਿਜ਼ਮ ਉਹਨਾਂ ਦਾ ਕਿਸੇ ਬਹੁਤ ਪਵਿੱਤਰ ਖਿਆਲ 'ਚੋਂ ਨਹੀਂ ਪੈਦਾ ਹੋਇਆ ਸੀ,
ਜਿਵੇਂ ਪਹਿਲਾਂ ਕਿਹਾ ਪੂੰਜੀਵਾਦ ਦੀ ਲੋੜ 'ਚੋਂ ਪੈਦਾ ਹੋਇਆ ਸੀ, ਅਤੇ ਪੂੰਜੀਵਾਦ ਦੀ ਲੋੜ ਹੀ ਫਿਰ ਉਹਨਾਂ ਨੂੰ ਉਹਦੀ ਉਲਟ ਜਾਣ ਦੀ ਭੁੱਲ ਪਾਉਂਦੀ ਹੈ, ਉੱਧਰ ਨੂੰ ਧੱਕਦੀ ਹੈ। ਸੋ ਹੁਣ ਜਦੋਂ ਜਾ ਕੇ ਤੁਸੀਂ ਦੂਜਿਆਂ ਨੂੰ ਉਸ ਤਰ੍ਹਾਂ ਕਰਨਾ ਹੈ ਤਾਂ ਉਹਦੀ ਵੀ ਕੋਈ ਜਸਟੀਫਿਕੇਸ਼ਨ ਚਾਹੀਦੀ ਹੈ, ਕਿਉਂਕਿ ਸਵਾਲ ਤਾਂ ਖੜੇ ਹੋਣਗੇ ਨਾ ਵੀ ਤੁਸੀਂ ਇੱਕ ਪਾਸੇ ਆਹ ਕਹਿੰਦੇ ਹੋ, ਦੂਜੇ ਪਾਸੇ ਜਾ ਕੇ ਤੁਸੀਂ ਉਹਨਾਂ ਕਲਚਰਸ ਨੂੰ ਤਬਾਹ ਕਰ ਰਹੇ ਹੋ। ਉਹਦਾ ਉਹਨਾਂ ਕੋਲ ਕੋਈ ਨਾ ਕੋਈ ਤਾਂ ਜਸਟੀਫਿਕੇਸ਼ਨ ਹੋਵੇ। ਉਹ ਜਸਟੀਫਿਕੇਸ਼ਨ ਘੜੀ ਉਹਨਾਂ ਨੇ, ਫਿਰ ਉਹਨਾਂ ਨੇ ਇਹ ਕੱਢ ਲਈ ਕਿ ਜਿਹੜਾ ਯੂਰਪ ਹੈ ਇਹ ਹਿਸਟੋਰੀਕਲੀ ਐਡਵਾਂਸਡ ਹੈ, ਇਹਦਾ ਵਿਕਾਸ ਇਸ ਤਰ੍ਹਾਂ ਹੋਇਆ ਕੁਛ ਕਿ ਇਹ ਸਿਵਲਾਈਜੇਸ਼ਨ ਦੇ ਯੁੱਗ 'ਚ ਪਹੁੰਚ ਚੁੱਕਿਆ, ਬਰਬਰਤਾ ਨੂੰ ਪਿੱਛੇ ਛੱਡ ਕੇ, ਮੱਧ ਯੁੱਗ 'ਚੋਂ ਲੰਘ ਕੇ। ਸਿਵਲਾਈਜੇਸ਼ਨਲ ਜਿਹਦਾ ਆਧਾਰ ਰੈਸ਼ਨੈਲਿਟੀ, ਕ੍ਰਿਟੀਕ, ਕਿਉਂਕਿ ਉਹ ਕਹਿੰਦੇ ਕ੍ਰਿਟੀਕ ਤੋਂ ਬਿਨਾਂ ਕੁਛ ਨਹੀਂ। ਅਤੇ ਇਹ ਕ੍ਰਿਟੀਸਿਜ਼ਮ ਦੀ ਜਿਹੜੀ ਪਰੰਪਰਾ ਹੈ ਐਕਚੁਅਲੀ ਇਹ ਗਰੀਕ ਹੈ, ਬਹੁਤ ਐਂਸ਼ੀਐਂਟ। ਗਰੀਕਸ ਦਾ ਪੁਰਾਤਨ ਇਹ ਵਿਸ਼ਵਾਸ ਸੀ, ਡੇਅਰ ਟੂ ਕ੍ਰਿਟਿਸਾਈਜ਼ ਯੂਅਰ ਗੋਡਸ, ਵੀ ਆਪਣੇ ਦੇਵਤਿਆਂ ਨੂੰ ਵੀ ਕ੍ਰਿਟਿਸਾਈਜ਼ ਕਰਨ ਦੀ ਜ਼ਰੂਰਤ ਪੈਦਾ ਕਰੋ। ਇਹ ਬੜਾ ਥ੍ਰਿਲ ਕਰਦਾ ਬੰਦੇ ਨੂੰ ਜਿਹੜਾ ਰੈਸ਼ਨਲਿਸਟ ਹੈ, ਵੀ ਇਸ ਹੱਦ ਤੱਕ ਜਾਓ। ਹੁਣ ਜਿਹੜਾ ਰੈਸ਼ਨਲਿਸਟ ਬੰਦਾ ਹੋਊ ਫਿਰ ਉਹ ਆਪਦੀ ਜਿਹੜੀ ਖੁਦੀ ਆ ਉਹਦੇ ਵਿੱਚ ਉਹ ਬੜਾ, ਜਦੋਂ ਇਹ ਕਹਿਣਾ ਵੀ ਆਪਦੀਆਂ ਤਕਦੀਰਾਂ ਤੁਸੀਂ ਆਪ ਹੀ ਘੜ ਸਕਦੇ ਹੋ ਅਤੇ ਮੈਨੀਪੂਲੇਟ ਕਰ ਸਕਦੇ ਹੋ। ਸੋ ਇਸ ਸੋਚ ਦੇ ਅਸਰ ਹੇਠ ਅਲਾਮਾ ਇਕਬਾਲ ਨੇ ਜਿਹੜਾ ਇੱਕ ਸ਼ੇਅਰ ਲਿਖਿਆ ਸੀਗਾ, ਜਿਹੜਾ ਬਹੁਤ ਚੰਗਾ ਲੱਗਦਾ ਸਾਰੇ ਸੈਕੂਲਰਿਸਟਾਂ ਅਤੇ ਰੈਸ਼ਨਲਿਸਟਾਂ ਨੂੰ, ਅਤੇ ਜਿਹਨੂੰ ਅਸੀਂ ਬਹੁਤ ਵਾਰ ਦੁਹਰਾਉਂਦੇ ਸੀ। ਜਦੋਂ ਉਹ ਅਜੇ ਮॉडर्निटी ਦੇ ਅਸਰ ਹੇਠ ਸੀ ਇਕਬਾਲ, ਉਹਨੇ ਲਿਖਿਆ ਸੀ, खुदी को कर बुलंद इतना कि हर तदबीर से पहले खुदा बंदे से खुद पूछे बता तेरी रजा क्या है। भी बंदा खुदा बंदे तो पुछ के करे। सो ये है जो थोनू आपदे ये कह लो एक एरोगेंस आउंदी है कि रब की है, कि रब जो उन्हें ये कहता डर चो घड़ी हुई चीज़ है एक, तो जो डर खत्म हो गया, डर खत्म होना रैशनैलिटी नाल रोशन जो थोड़े मन हो जाएंगे तो फिर वो रब का डर तो गया। पर इस डर तो मुक्त फिर भी नहीं होया बंदा। वो आप अखीर ते जाके गल करांगे कि यतन है एक कि इन्हां चीज़ां दा सारा जो दिस रहा है कि दिस रहे संसार का फलसफा है ना, तो दिस रहा संसार नाशमान है, इत्थे कुछ भी थिर नहीं, सदा थिर नहीं। जो अज है वह कल नूं नहीं रहना, जिहड़ा अज जिहो जिहा है वह कल नूं इहो जिहा नहीं रहना, भी सब कुछ बदल रहा है। तो अखीर नूं जदों मौत आउंदी है वो एक चेतावनी है, एक्चुअली रिमाइंडर है बंदे नूं भी इत्थे कुछ सदा थिर नहीं। तो जे सदा थिर नहीं फिर जिंदगी का मतलब की अगला कहता है, जे इत्थों की कोई भी कमाई कोई भी सुख सहूलत का साधन नाल नहीं जाना, एक समय तक ही है बस। तो समय की बड़ी सीमा ओदी जिहड़ी हैगी है वो बहुती नहीं, ओदी हयाती आपां देखिए बंदे का जीवन वध तो वध आपां 90 साल ला लो चंगी जी, 90 सालों चों बचपन ते बुढ़ापा कढ दो, जवानी के किन्ने क साल, हार्डली 25 साल आपां कहने आ जो बंदा पूरा आनंद मान सकदा अपनी जवानी का। भी 25 सालों वास्ते सिर्फ वो सुख साधना वास्ते भी संसार च ये कुछ करो, इत्थे इन्ने कुकर्म इन्ने पाप इन्नियां छलावे किन्नियां खेडां करदा बंदा, भी सिर्फ इस किसे 25 साल का। जां अगला कहंदा आपदी औलाद नूं वो आपदा एक्सटेंशन है, दैट वे है तो आपदी ना आपदे वास्ते। सो जदों तुहानूं ये भी है भी ये नाल नहीं जाना किते, तो खत्म हो जाना, मौत एक तुहानूं रिमाइंडर दिंदी है। सो इको भै तो फिर खड़ा है ना तुहाडा कि जीवन के फिर अर्थ की है। सो धर्म तो बिना इस नाशवान जीवन के कोई अर्थ नहीं बनते, क्योंकि बंदे की जिहड़ी तलब है कि मैं इन्हां ते उत्ते इन्हां चीज़ां तो मैं उपर उठ जा किते। हुण बंदे की हस्ती बड़ी छोटी है, पर जी करता है कि समुचे ब्रह्मंड नूं मैं कलावे च लै ला आपदे, जां असीम अमर हो जावां। अमर होने की मेरा ख्याल है कि जिन्नी बंदे दे विच
ਤਾਂਘ ਹੈ ਵੀ ਮੈਂ ਕੋਈ ਜਾਂ ਤਾਂ ਮੇਰੀ ਉਮਰ ਇੰਨੀ ਹੋ ਜਾਏ। ਉਹ ਵੀ ਬੜੇ ਯਤਨ, ਅੱਜ ਕੱਲ੍ਹ ਤਾਂ ਦਵਾਈਆਂ ਚੱਲ ਰਹੀਆਂ ਵੀ ਉਮਰ ਕਿਵੇਂ ਵਧਾਈ ਜਾ ਸਕਦੀ, ਕਿਉਂਕਿ ਮਰਨ ਤੋਂ ਡਰ ਲੱਗਦਾ ਹੈ, ਮੌਤ ਦਾ ਭੈ ਹੈ। ਜਿੰਨਾ ਚਿਰ ਬੰਦੇ ਦੇ ਮਨ ਤੋਂ ਮੌਤ ਦਾ ਭੈ ਖਤਮ ਨਹੀਂ ਹੋਊ, ਉਹਦੇ ਜਿਹੜਾ ਜੀਵਨ ਹੈ ਜਿਹਨੂੰ ਖਤਮ ਹੋ ਜਾਣਾ ਮੌਤ ਤੋਂ ਬਾਅਦ, ਪਲਾਂ 'ਚ ਹੀ ਜੋ ਕਮਾਈ ਕੀਤੀ ਐ ਢੇਰੀ ਹੋ ਜਾਣੀ ਹੈ, ਉਹਦਾ ਕੋਈ ਅਰਥ ਨਹੀਂ ਬਣਦਾ। ਸੋ ਮੌਤ ਦੇ ਭੈ ਤੋਂ ਕੌਣ ਮੁਕਤ ਕਰਦਾ? ਜਦੋਂ ਤੁਹਾਨੂੰ ਇਹ ਲੱਗਦਾ, ਜੇ ਤੁਹਾਨੂੰ ਇਹ ਵੀ ਬਸ ਇੱਥੇ ਹੀ ਖਤਮ ਹੋ ਗਿਆ ਹੈ, ਇੱਥੋਂ ਤੱਕ ਹੀ ਸੀ, ਜਦ ਉੱਥੋਂ ਧਰਮ ਤੁਹਾਨੂੰ ਕੱਢ ਦਿੰਦਾ ਅਰਥ ਕਿ ਇੱਥੋਂ ਤੱਕ ਨਹੀਂ ਸੀ, ਇੱਥੋਂ ਉੱਪਰ ਉੱਠ, ਉਸ ਪਰਮ ਸ਼ਕਤੀ ਨਾਲ ਜਾ ਕੇ ਮਿਲ ਜਿਹਦਾ ਤੂੰ ਅੰਸ਼ ਹੈ। ਕਿਉਂਕਿ ਜੀਵਨ ਨੂੰ ਇੱਕ ਦੇਖਣਾ ਇਸ ਤਰ੍ਹਾਂ ਨਾ, ਇੱਕ ਤਾਂ ਸਾਇੰਸ ਦੱਸਦੀ ਹੈ ਕਿ ਬੰਦੇ ਦਾ ਜੀਵਨ ਆ ਹੈ, ਉਹਦੇ ਬੜੇ ਉਹਨਾਂ ਕੋਲ ਵਿਆਖਿਆ ਪੂਰੀ, ਉਹ ਤਾਂ ਇਹ ਫਿਰ ਪੈਦਾ ਹੋਇਆ ਅਤੇ ਉਹ ਮਿੱਟੀ ਹੈ, ਉਸ ਤੋਂ ਬਾਅਦ ਖਤਮ ਹੈ ਉਹ, ਅਤੇ ਜੇ ਇੰਨੇ ਕੁ ਸਾਲ ਲਈ ਹੈ ਫਿਰ ਇਹਦੇ ਅਰਥ ਕੀ ਨੇ, ਸਾਰੀਆਂ ਕਮਾਈਆਂ ਦੇ, ਸਭ ਕੁਛ ਦੇ। ਸੋ ਉਹ ਅਰਥ ਢੂੰਡਣ ਦੀ ਜਿਹੜਾ ਹੈਗਾ ਬੰਦੇ ਦੀ ਤਾਂਘ, ਤਲਬ ਅਤੇ ਲੋੜ, ਉਹਨੂੰ ਕਿਤੇ ਆਨੰਦ ਨਹੀਂ, ਜਿੰਨਾ ਚਿਰ ਉਹ ਨਹੀਂ ਲੱਭਦਾ ਜਾ ਕੇ। ਸੋ ਆਨੰਦ ਦੀ ਅਵਸਥਾ 'ਚ ਆਉਣਾ ਜੇ ਬੰਦੇ ਨੇ, ਤਾਂ ਉਹ ਉਸ ਤਰ੍ਹਾਂ ਹੀ ਹੋਊ ਜਦੋਂ ਉਹ ਮੈਟਾਫਿਜ਼ੀਕਲੀ ਆਪਦੀ ਹਸਤੀ ਖਤਮ ਕਰਕੇ ਉਹਦੇ 'ਚ ਅਭੇਦ ਹੋ ਜੂ, ਮੈਟਾਫਿਜ਼ੀਕਲ ਲੈਵਲ 'ਤੇ। ਫਿਰ ਇੱਥੇ ਉਹਨੂੰ ਨਾ ਮੌਤ ਦੇ ਜਸ਼ਨ ਵੀ ਮਨਾ ਸਕਦਾ ਹੈ ਵੀ ਮੌਤ ਤੋਂ ਡਰੋ ਨਾ, ਮੌਤ ਦੇ ਜਸ਼ਨ ਮਨਾਓ, ਕਿਉਂਕਿ ਇੱਕ ਬਹੁਤ ਵੱਡਾ ਬੰਧਨ ਕੱਟਿਆ ਜਾ ਰਿਹਾ ਹੈ ਅਤੇ ਤੁਸੀਂ ਕਿਤੇ ਹੋਰ ਪਹੁੰਚ ਰਹੇ ਹੋ। ਸੋ ਇਹ ਜਿਹੜਾ ਹੈਗਾ ਬੰਦੇ ਦੇ ਵਿੱਚ ਜਿਹੜਾ ਇਸ ਕਿਸਮ ਦੀ ਸੋਚ, ਭਾਵਨਾ ਅਤੇ ਬਲ, ਇਹ ਧਰਮ, ਜੇ ਇਹ ਨਹੀਂ ਹੋਊ ਤਾਂ ਸਾਰਾ ਜੀਵਨ ਬੇਕਾਰ ਹੈਗਾ, ਸਾਰੀ ਭੱਜ ਨੱਠ ਕੁਛ ਚਿਰ ਵਾਸਤੇ ਐਵੇਂ, ਕਿਉਂਕਿ ਇਹ ਜਿਹਨੂੰ ਕਹਿੰਦੇ ਫਾਈਨਾਈਟ, ਸੀਮਾ, ਇਹਦੀ ਇੱਕ ਸੀਮਾ ਹੀ ਹੈ, ਇਹ ਦੇਸ਼ ਕਾਲ 'ਚ ਵਾਪਰੀਆਂ ਗੱਲਾਂ ਹੀ ਹੈ। ਸੋ ਟਰਾਂਸੈਂਡ ਕਰਨਾ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ, ਉਹ ਧਰਮ ਤੁਹਾਨੂੰ ਤਸੱਲੀ ਦਿੰਦਾ ਹੈ। ਜੇ ਵਾਕਈ, ਅਤੇ ਜਿਵੇਂ ਮਹਿਬੂਬ ਸਾਹਿਬ ਨੇ ਕਿਹਾ, ਜਦੋਂ ਧਰਮ 'ਚੋਂ ਦੈਵੀ ਦੱਤ ਕਮਜ਼ੋਰ ਹੋਊ ਤਾਂ ਧਰਮ ਕਰਮ ਕਾਂਡਾਂ 'ਤੇ ਆ ਜਾਊ। ਸੋ ਜੇ ਤਾਂ ਕਰਮ ਕਾਂਡਾਂ ਵਾਲਾ ਧਰਮ ਹੈ, ਫਿਰ ਤਾਂ ਐਵੇਂ ਤਰਲੇ ਆ, ਉਹ ਤਾਂ ਇੱਕ ਬਣਾਉਟੀ, ਉਹਦੇ ਨਾਲ ਕੋਈ ਨਹੀਂ, ਉਹਨਾਂ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ, ਦੂਜੇ ਲੋਕਾਂ ਵਰਗੇ ਹੀ ਉਹ ਰਹਿੰਦੇ ਨੇ। ਅਤੇ ਜੇ ਸਪਿਰਚੁਅਲ ਰਿਲੀਜਨ ਆ ਵਾਕਈ, ਤਾਂ ਆਪਾਂ ਦੇਖਿਆ, ਮਤਲਬ ਇਹ ਕੋਈ ਇਕੱਲੀਆਂ ਐਵੇਂ ਖਿਆਲੀ ਗੱਲਾਂ ਨਹੀਂ। ਆਪਾਂ ਧਾਰਮਿਕ ਮਹਾਂਪੁਰਸ਼ ਜਾਂ ਜਿਹੜੇ ਬੰਦੇ ਧਾਰਮਿਕ ਦੈਵੀ ਤੌਰ 'ਤੇ ਜਾਗਰਤ ਨੇ, ਉਹਨਾਂ ਨੂੰ ਵਿਚਰਦੇ ਦੇਖਿਆ ਜੀਵਨ ਦੇ ਵਿੱਚ। ਉਹ ਕੁਛ ਵੀ ਕਰਦੇ ਹੋਣ, ਉਹ ਖੇਤੀ ਕਰਦੇ ਹੋਣ, ਉਹ ਆਰਥਿਕਤਾ ਨਾਲ ਜੁੜੇ ਹੋਣ। ਸੋ ਟਾਈਮ ਹੋ ਗਿਆ ਨਾ, ਆ ਗਿਆ ਕਮਲਜੀਤ? ਅੱਛਾ, ਮੇਰਾ ਖਿਆਲ ਟਾਈਮ ਬਹੁਤ ਜ਼ਿਆਦਾ ਹੋ ਗਿਆ, ਅਤੇ ਮੈਂ ਹੁਣ ਗੱਲ ਨੂੰ ਤਕਰੀਬਨ ਆਪਾਂ ਸਮੇਟ ਹੀ ਲਈਏ ਕਿ ਜਦੋਂ ਪੱਛਮ ਨੇ, ਮੋਡਰਨਿਟੀ ਨੇ ਕੀ ਕੀਤਾ, ਧਰਮ ਨੂੰ ਜਦੋਂ ਪ੍ਰਾਈਵੇਟ ਕਰਤਾ, ਪਬਲਿਕ ਜੀਵਨ 'ਚੋਂ ਕੱਢਤਾ, ਜਿਹਦਾ ਮਤਲਬ ਉਹਨੂੰ ਕਸ਼ੀਦ ਲਿਆ ਤੁਹਾਡੇ ਬਾਕੀ ਸਾਰੇ ਖੇਤਰਾਂ 'ਚੋਂ। ਹੁਣ ਜਦੋਂ ਇਕੋਨਮੀ 'ਚੋਂ, ਆਰਥਿਕ ਜੀਵਨ 'ਚੋਂ ਧਰਮ ਨਿਕਲ ਜੂ, ਸਪਿਰਚੁਅਲਿਟੀ ਨਿਕਲ ਜੂ, ਤਾਂ ਉਹ ਨਿਰੋਲ ਪਦਾਰਥਕ ਲਾਲਸਾਵਾਂ ਦੀ ਖੇਡ ਬਣੂ, ਹੋਰ ਕੁਛ ਨਹੀਂ। ਸਪਿਰਚੁਅਲਾਈਡ ਇਕੋਨਮੀ ਹੋਰ ਹੋਊਗੀ ਜਦੋਂ ਤੁਹਾਡਾ ਕੋਈ ਵੀ ਕਰਮ, ਕੋਈ ਵੀ ਐਕਟ, ਕੋਈ ਵੀ ਕਦਮ ਕੁਦਰਤ ਨਾਲ ਜਿਹੜੀ ਇੱਕ ਸੁਰਤਾ ਹੈ ਉਹਨੂੰ ਨਹੀਂ ਭੁੱਲੇਗਾ, ਕੁਦਰਤ ਦੇ ਉਲਟ ਨਹੀਂ ਜਾਊ, ਕੁਦਰਤ ਦਾ ਦੋਸਤ ਹੋਊ ਬੰਦਾ ਉਦੋਂ। ਹੁਣ ਕੁਦਰਤ ਨਾਲ ਇੱਕ ਆਡਾ ਲਾਇਆ ਹੋਇਆ ਬੰਦੇ ਨੇ ਕਿ ਕੁਦਰਤ ਦਾ ਸੁਆਮੀ ਬਣਨਾ ਹੈ। ਸਪਿਰਚੁਅਲਾਈਡ ਪੋਲੀਟਿਕਸ ਹੋਊ ਜਦੋਂ, ਜਿਹੜੀ ਕਿ ਇਹਨਾਂ ਨੇ ਕਸ਼ੀਦ ਲਈ ਕਿ ਪੋਲੀਟਿਕਸ 'ਚੋਂ ਧਰਮ ਕੱਢ ਦਿਓ, ਆਰਥਿਕਤਾ 'ਚੋਂ ਵੀ ਕੱਢ ਦਿਓ, ਸੱਭਿਆਚਾਰ 'ਚੋਂ ਵੀ ਕੱਢ ਦਿਓ, ਕਲਾ 'ਚੋਂ ਵੀ ਕੱਢ ਦਿਓ, ਸਾਇੰਸ 'ਚੋਂ ਵੀ ਕੱਢ ਦਿਓ, ਈਵਨ ਸਪਿਰਚੁਅਲਾਈਡ ਸਾਇੰਸ ਉਹ ਕੁਛ ਹੋਰ ਹੋਊਗੀ। ਸਪਿਰਚੁਅਲਾਈਡ ਪੋਲੀਟਿਕਸ, ਉਦੋਂ ਤੁਹਾਡੇ ਬਹੁਤ ਉਚੇਰੇ ਆਈਡੀਅਲਸ ਹੋਣਗੇ, ਉਹਦੇ ਵਿੱਚੋਂ ਆਹ ਕੁਛ ਨਹੀਂ ਨਿਕਲੂ ਜੋ ਅਸੀਂ ਅੱਜ ਖੇਡ ਦੇਖ ਰਹੇ ਹਾਂ। ਸੋ ਇਹ ਇੱਕ ਸੰਕਟ ਆ ਗਿਆ, ਆਪਾਂ ਸਮ ਅਪ ਕਰੀਏ, ਗੱਲ ਨੂੰ ਨਿਬੇੜੀਏ ਕਿ ਜਿੱਡੇ ਵੱਡੇ ਦਾਅਵੇ ਨਾਲ, ਜਿੱਡੇ ਵਿਸ਼ਵਾਸ ਨਾਲ, ਜਿੱਡਾ ਹੋਕਾ ਦੇ ਕੇ ਸ਼ੁਰੂ ਕੀਤਾ ਗਿਆ ਸੀ ਕਿ ਰੱਬ ਮਰ ਗਿਆ, ਉਹ ਸਭ ਕੁਛ ਹੀ ਸੰਕਟਾਂ 'ਚ ਆ। ਬੰਦੇ ਦਾ ਜੀਵਨ ਵੀ ਸੰਕਟਾਂ 'ਚ ਹੈ ਕਿ ਉਹ ਸੁੱਖ ਆਨੰਦ ਭਾਲਦਾ ਹੋਰ ਸੰਤਾਪ ਸਹੇੜੀ ਤੁਰਿਆ ਜਾ ਰਿਹਾ ਹੈ। ਨਾ ਬਿਮਾਰੀਆਂ 'ਤੇ ਕਾਬੂ ਪੈ ਰਿਹਾ, ਨਾ ਗੁਰਬਤ 'ਤੇ ਪੈ ਰਿਹਾ। ਸੋ ਗੱਲ ਕੀ ਹੈ,
ਕਿ ਜਦੋਂ ਤੁਸੀਂ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨੂੰ ਡੋਮੀਨੇਟ ਗਲਬੇ 'ਚ ਰੱਖਦੇ ਹੋ, ਉਹਦੀ ਲੁੱਟ ਕਰਦੇ ਹੋ, ਉਹ 'ਤੇ ਜ਼ਬਰ ਕਰਦੇ ਹੋ, ਇਟ ਮੀਨਸ ਤੁਸੀਂ ਉਹਨੂੰ ਡੀਹਿਊਮਨਾਈਜ਼ ਕਰਦੇ ਹੋ। ਅਤੇ ਧਰਮ ਦਾ ਕੰਮ ਹਿਊਮਨਾਈਜ਼ ਕਰਨਾ ਹੈ। ਸੋ ਜਦੋਂ ਬੰਦਾ ਮਜ਼ਲੂਮ ਜਿਹੜਾ ਜ਼ਬਰ ਦਾ ਸ਼ਿਕਾਰ ਹੈ, ਲੁੱਟ ਦਾ ਸ਼ਿਕਾਰ ਹੈ, ਜਦੋਂ ਉਹ ਸਪਿਰਚੁਅਲਾਈਜ਼ਡ ਪੋਲੀਟਿਕਸ ਦਾ ਰਾਹ ਅਖਤਿਆਰ ਕਰੂ ਸੰਘਰਸ਼ ਦਾ, ਤਾਂ ਉਹਦਾ ਸਬਸਟੀਟਿਊਟਿਵ ਪੋਲੀਟਿਕਸ ਨਹੀਂ ਲੈ ਕੇ ਆਊ ਕਿ ਅੱਜ ਇਹ ਮੇਰੇ 'ਤੇ ਜ਼ੁਲਮ ਕਰਦਾ, ਕੱਲ੍ਹ ਨੂੰ ਇਹ ਤਾਕਤ ਮੇਰੇ ਹੱਥ 'ਚ ਆਵੇ, ਮੈਂ ਦੇਖੂੰ। ਇਹ ਨਹੀਂ, ਕਿਉਂਕਿ ਜ਼ੁਲਮ ਡੀਹਿਊਮਨਾਈਜ਼ ਕਰਦਾ ਹੈ, ਕਰਨ ਵਾਲੇ ਨੂੰ ਵੀ ਅਤੇ ਜਿਹਤੇ ਹੋ ਰਿਹਾ ਉਹਨੂੰ ਵੀ। ਅਤੇ ਜੇ ਤੁਹਾਡਾ ਲਕਸ਼ ਹਿਊਮਨਾਈਜੇਸ਼ਨ ਹੈ, ਸੰਪੂਰਨ ਮਨੁੱਖ ਬਣਨਾ ਹੈ, ਸਿਰਜਣਾ, ਉਹਨਾਂ ਦਾ ਸੀਗਾ ਤਰਕਸ਼ੀਲ ਸਮਾਜ ਅਤੇ ਤਰਕਸ਼ੀਲ ਮਨੁੱਖ ਦੀ ਰਚਨਾ। ਧਰਮ ਦਾ ਨਿਸ਼ਾਨਾ ਸੰਪੂਰਨ ਮਨੁੱਖ। ਹੁਣ ਨਪੀੜਿਆ ਹੋਇਆ ਮਨੁੱਖ ਸੰਪੂਰਨ ਕਿਵੇਂ ਹੋਊ? ਉਹ 'ਚ ਤਾਂ ਕਿੰਨੇ ਡਿਸਟੋਰਸ਼ਨਸ ਆ ਜਾਂਦੀਆਂ। ਜਾਂ ਜਿਹੜਾ ਕਿਸੇ ਨੂੰ ਨਪੀੜ ਰਿਹਾ ਉਹ ਸੰਪੂਰਨ ਆਪ ਕਿਵੇਂ ਹੋਊ? ਸੋ ਡੀਹਿਊਮਨਾਈਜ਼ ਕਰਦੀਆਂ ਸਾਰੀਆਂ ਗੱਲਾਂ। ਸੋ ਜਿਹੜੀਆਂ ਵੀ ਕੰਡੀਸ਼ਨਸ ਡੀਹਿਊਮਨਾਈਜ਼ ਕਰਦੀਆਂ, ਉਹਨਾਂ ਦਾ ਖਾਤਮਾ ਕਰਨਾ। ਜਦੋਂ ਤੁਸੀਂ ਇਹ ਸੇਧ ਲੈ ਕੇ ਸੰਘਰਸ਼ ਕਰੋਗੇ ਕਿ ਸਬਸਟੀਟਿਊਟਿਵ ਨਹੀਂ, ਇਹਦੀ ਜਗ੍ਹਾ ਮੈਂ ਬਹਿ ਗਿਆ, ਵੀ ਜ਼ਾਲਮ ਨੂੰ ਵੀ ਹਿਊਮਨਾਈਜ਼ ਕਰਨਾ ਹੈ, ਜੋ ਗੁਰੂ ਸਾਹਿਬ ਦਾ ਰਾਹ ਸੀ। ਭਾਵੇਂ ਕੌਡਾ ਰਾਖਸ਼ ਸੀ, ਭਾਵੇਂ ਬਲੀ ਕੰਧਾਰੀ ਸੀ, ਭਾਵੇਂ ਸੱਜਣ ਠੱਗ ਸੀ, ਉਹਨਾਂ ਨੂੰ ਹਿਊਮਨਾਈਜ਼ ਕੀਤਾ, ਉਹਨਾਂ ਦੇ ਅੰਦਰੋਂ ਸੂਖਮ ਜਜ਼ਬਾ ਛੇੜਿਆ, ਮੁੜ ਕੇ ਜਾਗਰਤ ਕੀਤਾ। ਅਤੇ ਕੁਦਰਤ ਨੇ ਦਿੱਤਾ ਹੋਇਆ ਸਾਰੇ ਬੰਦੇ ਨੂੰ, ਭੈੜੇ ਤੋਂ ਭੈੜੇ ਬੰਦੇ ਵਿੱਚ ਵੀ ਮਤਲਬ ਇਹ ਸੁਭਾਵਨਾਵਾਂ ਹੈ। ਮਨੁੱਖ ਦੇ ਵਿੱਚ, ਹਰ ਮਨੁੱਖ 'ਚ ਸੁਭਾਵਨਾਵਾਂ ਨੇ। ਤੁਹਾਡੇ ਆਪਦਾ ਆਤਮਿਕ ਕਾਇਆ ਕਲਪ ਹੋਊ ਜਦੋਂ ਸੰਪੂਰਨ ਮਨੁੱਖ ਬਣਨ ਦੀ ਅਤੇ ਸਿਰਜਣ ਦਾ ਅਮਲ ਸ਼ੁਰੂ ਹੋਊ। ਸੋ ਇਹ ਸਪਿਰਚੁਅਲਾਈਜ਼ਡ ਪੋਲੀਟਿਕਸ, ਸਪਿਰਚੁਅਲਾਈਜ਼ਡ ਇਕੋਨਮੀ, ਸਪਿਰਚੁਅਲਾਈਜ਼ਡ ਕਲਚਰ, ਜਦੋਂ ਸਾਰੇ ਜੀਵਨ ਦੇ ਖੇਤਰਾਂ 'ਚ ਧਰਮ ਇਸ ਤਰ੍ਹਾਂ ਰਮੂਗਾ, ਤਾਂ ਉਹ ਹਾਲਤ ਜਿਹੜੀ ਮਨੁੱਖ ਦੀ ਬਹੁਤ ਵੱਡੀ ਇੱਛਾ ਹੈ ਜਾਂ ਤਾਂਘ ਹੈ ਜਾਂ ਤਲਬ ਹੈ ਕਿ ਧਰਤੀ ਇਸ ਤਰ੍ਹਾਂ ਦੀ ਹੋਵੇ, ਫਿਰ ਤਾਂ ਹੀ। ਨਹੀਂ, ਧਰਤੀ 'ਤੇ ਸੁਰਗ ਸਿਰਜਣ ਦੇ ਜਿਹੜੇ ਪਦਾਰਥਕ ਸੁਪਨੇ ਨੇ ਸਾਰੇ, ਉਹਨਾਂ ਦਾ ਆਸ਼ਰੇ ਹੀ। ਜਦੋਂ ਅਸੀਂ ਛੋਟੇ ਛੋਟੇ ਸੀ, ਭਾਖੜਾ ਡੈਮ ਬਣਿਆ, ਬੜਾ ਯੂਫੇਰੀਆ, ਜਿਵੇਂ ਪੈਰ ਹੀ ਚੱਕੇ ਗਏ ਧਰਤੀ ਤੋਂ ਉਹਨਾਂ ਦੇ। ਅਤੇ ਉਦੋਂ ਇੱਕ ਗੀਤ ਆਇਆ ਸੀ, ਬਣ ਗਿਆ ਭਾਖੜਾ ਡੈਮ, ਸਕੀਮਾਂ ਸੁਰਗ ਬਣਾਉਣ ਦੀਆਂ, ਵੀ ਬਸ ਇਟ ਜੇ ਸਟੈਪ ਟੂਵਰਡਸ ਦੈਟ। ਸੋ ਮੈਂ ਜਾਂਦਾ ਜਾਂਦਾ ਇੱਕੋ ਗੱਲ ਹੋਰ, ਕਿ ਜਿਹੜਾ ਕੈਰੋਂ ਇਹ ਗੱਲ ਲੈ ਕੇ ਆਇਆ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ। ਸੋ ਉਹ ਨਕਸ਼ਾ ਕਿ ਕੈਲੀਫੋਰਨੀਆ ਉੱਤਮ ਹੈ, ਕਿਸ ਪੱਖੋਂ ਹੈ? ਤਾਂ ਪਦਾਰਥਕ ਪੱਖੋਂ ਹੀ। ਸੋ ਬੰਦੇ ਨੂੰ ਤੁਸੀਂ ਮਤਲਬ ਸਦਾਚਾਰੀ ਬਣਾਉਣਾ ਹੈ ਜੀ, ਵੀ ਫਿਰ ਕੈਲੀਫੋਰਨੀਆ ਜਾਂ ਕੋਈ ਵੀ ਉਹ ਸਾਡੇ ਵਾਸਤੇ ਤਾਂ ਆਈਡਲ ਬਣਦਾ ਹੀ ਨਹੀਂ। ਸੋ ਪਦਾਰਥਕ ਤੌਰ 'ਤੇ ਉੱਥੇ ਲੈ ਜਾਓਗੇ, ਜਿਹੜਾ ਰੂਹਾਨੀ ਘਾਣ ਕਰੋਗੇ ਇੱਥੇ ਬੰਦੇ ਦਾ, ਉਹ ਮੇਰੇ ਮੁਤਾਬਕ ਬਹੁਤ ਵੱਡੀ ਗੱਲ ਹੈ। ਜੇ ਪੰਜਾਬ ਦੇ ਲੋਕ ਇਹ ਸਮਝ ਜਾਣ, ਫਿਰ ਇਹ ਵੀ ਸਵਾਲ ਉੱਠੂ, ਪੰਜਾਬ ਕੀ ਸੀ? ਉਹ ਗੁਰੂਆਂ ਦਾ ਜੋ ਸਿਰਜਿਆ ਸੀਗਾ, ਵੀ ਅਸੀਂ, ਸਾਡਾ ਤਾਂ ਉਹ ਨਮੂਨਾ ਹੈ, ਅਸੀਂ ਉਹ ਸਿਰਜਣਾ ਹੈ। 3-4 ਚੀਜ਼ਾਂ ਮੈਨੂੰ ਲੱਗਦਾ ਹੈ ਗੱਲਾਂ ਬਾਰੇ ਵੀ ਮੈਂ ਥੋੜ੍ਹਾ ਜਿਹਾ ਹੋਰ ਸਪਸ਼ਟੀਕਰਨ ਦੇਣਾ ਚਾਹੂੰ, ਤਾਂ ਕਿ ਉਹ ਪੂਰੀ ਗੱਲ ਸਿਰੇ ਲੱਗ ਜੇ। ਇੱਕ ਤਾਂ ਜਿਹੜੀ ਨੈਸ਼ਨਲਿਜ਼ਮ ਦੀ ਮੈਂ ਗੱਲ ਕੀਤੀ ਹੈ, ਕਿ ਪ੍ਰਿੰਸੀਪਲ ਤਾਂ ਉਹਨਾਂ ਨੇ ਬੜਾ ਠੀਕ ਘੜ ਲਿਆ ਸੀ, ਅਸੂਲ ਯੂਰਪ ਵਾਲਿਆਂ ਨੇ, ਕਿ ਕੋਈ ਕਲਚਰ ਤਾਂ ਹੀ ਜਿਉਂਦੀ ਰਹਿ ਸਕਦੀ ਹੈ ਜੇ ਉਹ ਇੰਸਟੀਟਿਊਸ਼ਨਲਾਈਜ਼ ਹੋਊਗੀ। ਇੰਸਟੀਟਿਊਸ਼ਨ ਤੋਂ ਬਿਨਾਂ ਕੋਈ ਆਈਡੀਆ ਨਹੀਂ ਰਹਿ ਸਕਦਾ। ਅਤੇ ਉਹ ਜਿਹਦਾ ਮਤਲਬ ਉਸ ਕਲਚਰ ਵਾਲੇ ਬੰਦਿਆਂ ਦੇ ਆਪਦੇ ਇੰਸਟੀਟਿਊਸ਼ਨਸ ਹੋਣ, ਅਤੇ ਪੋਲੀਟੀਕਲ ਪਾਵਰ ਤਾਂ ਉਹਦਾ ਸਭ ਤੋਂ ਸੁਪਰੀਮ ਉਹਦਾ ਹਿੱਸਾ ਹੈ। ਸੋ ਉਹ ਤਾਂ ਉਹਨਾਂ ਨੇ ਕਰ ਲਿਆ। ਹੁਣ ਜਦੋਂ ਮੈਂ ਗੱਲ ਕੀਤੀ ਸੀ ਵੀ ਉਹੀ ਬੰਦੇ ਦੂਜੀਆਂ ਕਲਚਰਸ ਨੂੰ ਤਬਾਹ ਕਰਨ ਤੁਰ ਪਏ, ਇਹਦੀ ਕੋਈ ਜਸਟੀਫਿਕੇਸ਼ਨ, ਇਹਦੀ ਉਹਨਾਂ ਕੋਲ ਫਿਲਸੋਫੀਕਲ ਜਾਂ ਜਸਟੀਫਿਕੇਸ਼ਨ ਉਹਨੇ ਦਿੱਤੀ। ਉਹ ਕੀ ਦਿੱਤੀ ਕਿ ਦੂਜੀਆਂ ਜਿਹੜੀਆਂ ਕਲਚਰਸ ਨੇ ਉਹ ਹਿਸਟੋਰੀਕਲੀ ਅਜੇ ਪਿਛਲੇ ਪੜਾਅ 'ਤੇ ਖੜੀਆਂ, ਅਜੇ ਉਹ ਇਹਦੇ ਯੋਗ ਨਹੀਂ ਹੋਈਆਂ, ਅਜੇ ਉਹ ਨੇਸ਼ਨਸ ਬਣੀਆਂ ਹੀ ਨਹੀਂ। ਅਤੇ ਉਹ ਨੇਸ਼ਨ ਸਟੇਟ ਆਪਦੀ ਕਾਇਮ ਕਰਨ ਦੇ ਅਤੇ ਆਪਦੇ ਇੰਸਟੀਟਿਊਸ਼ਨ ਕਾਇਮ ਕਰਨ ਦੇ, ਉਹ ਤਾਂ ਇਹ ਸਮਰੱਥ ਹੀ ਨਹੀਂ। ਅਜੇ ਉਹ ਸਿਵਲਾਈਜ਼ ਨਹੀਂ ਹੋਈਆਂ, ਉਹ ਤਾਂ ਬਾਰਬਰਿਕ ਪੀੜ ਦੇ ਵਿੱਚ ਟਰਾਈਬਲ ਰਹਿ ਰਹੇ ਨੇ। ਇਸ ਕਰਕੇ ਯੂਰਪ ਦੀ ਇਹ ਜ਼ਿੰਮੇਵਾਰੀ ਬਣ ਗਈ ਹੈ, ਜਾਂ ਇੱਕ ਬੋਝ ਆ ਪਿਆ ਯੂਰਪ 'ਤੇ, ਵੀ ਉਹ ਉਹਨਾਂ ਨੂੰ ਪਹਿਲਾਂ ਸਿਵਲਾਈਜ਼ ਕਰੇ ਜਾ ਕੇ। ਸੋ ਇੱਕ ਹਿਸਟੋਰਿਕ ਮਿਸ਼ਨ ਲੈ ਕੇ ਆਏ, ਜਿੱਥੋਂ ਜਸਟੀਫਿਕੇਸ਼ਨ ਵੀ ਇਹ ਸਾਨੂੰ ਤਾਂ ਕਰਨਾ ਪੈ ਰਿਹਾ ਤਾਂ ਕਿ ਅਸੀਂ ਇਹਨੂੰ ਆਪਦੇ ਪੱਧਰ 'ਤੇ ਲਿਆਈਏ, ਜਿਹੜਾ ਕਿ ਬਹੁਤ ਇੱਕ ਆਈਡੀਅਲ ਅਤੇ ਉੱਚਾ ਪੱਧਰ ਹੈ। ਸੋ ਇਸ 'ਚੋਂ ਉਹਨਾਂ ਨੇ ਜਾ ਕੇ ਉਹਨਾਂ ਦੇ ਉੱਤੇ ਜੋ ਕੁਛ ਕੀਤਾ ਉਹ ਇਹ ਸੀਗਾ। ਉਹਦਾ ਜਿਹੜਾ ਬੁਨਿਆਦ ਹੈ ਫਿਲਸੋਫੀਕਲ, ਉਹ ਹੈ ਦੀ ਅਦਰ, ਜਿਹਦੇ ਬਾਰੇ ਕਮਲਜੀਤ ਸਿੰਘ ਨੇ ਵੀ ਗੱਲ ਕੀਤੀ ਹੈ, ਵੀ ਅਸ ਐਂਡ ਦੇ,
ਦੂਜੇ ਨੂੰ ਤੁਸੀਂ ਆਪਦੇ ਨਾਲੋਂ ਵੱਖਰਿਆਉਣਾ ਹੈ, ਵੱਖਰਾ ਕੇ ਉਹਨੂੰ ਇਨਫੀਰੀਅਰ ਦਰਜਾ ਦੇਣਾ ਹੈ। ਉਹ ਇਨਫੀਰੀਅਰ ਜੇ ਹੈ ਫਿਰ ਉਹ ਉਸੇ ਵਰਤਾਓ ਦੇ ਲਾਇਕ ਹੈ ਜੋ ਉਹਦੇ ਨਾਲ ਕੀਤਾ ਜਾ ਰਿਹਾ। ਅਦਰਵਾਈਜ਼ ਤੁਸੀਂ ਜੇ ਉਹਨਾਂ ਬੰਦਿਆਂ ਨੂੰ, ਤੁਸੀਂ ਜਿਹੜੀਆਂ ਗੱਲਾਂ ਬਾਰੇ ਆਪ ਸੰਵਿਧਾਨ ਰਚੀ ਜਾਂਦੇ ਹੋ, ਗੱਲਾਂ ਦੇ ਮਤਲਬ ਗੁੱਡੇ ਬੰਨ੍ਹ ਰਹੇ ਹੋ ਇਸ ਤਰ੍ਹਾਂ ਦੇ, ਤੁਸੀਂ ਦੂਜੇ ਲੋਕਾਂ ਨਾਲ ਜਾ ਕੇ ਇੰਨਾ ਜਾਂਗਲੀ ਵਰਤਾਓ ਕਿਉਂ ਕਰ ਸਕਦੇ ਹੋ? ਵੀ ਕਿਉਂਕਿ ਉਹ ਤਾਂ ਹੈ ਹੀ ਜਾਂਗਲੀ। ਅਤੇ ਇਸ ਕਰਕੇ ਇਹਦਾ ਜਿਹੜਾ ਉਦਾਹਰ ਸੀਗਾ ਉਹ ਮਾਰਟਨ ਲੂਥਰ ਨੇ ਮਤਲਬ ਦਿੱਤਾ। ਉਹ ਮੈਂ ਤਾਂ ਨਹੀਂ ਆਪ ਬਹੁਤੀ ਸਟੱਡੀ ਕੀਤੀ, ਪਰ ਅਰਵਿੰਦਪਾਲ ਮੰਡੇਰ ਨੇ ਜਿਹੜਾ ਮੋਡਰਨਿਟੀ ਦਾ ਕ੍ਰਿਟੀਕ ਹੈ ਉਹ ਇਸ ਪੀੜ ਦੇ ਵਿੱਚ ਬਹੁਤ ਕੰਮ ਕਰ ਰਿਹਾ ਹੈ, ਆਪਦੇ ਹੋਰ ਬਹੁਤ ਸੰਦੀਆਂ ਨਾਲ ਰਲ ਕੇ ਬੜੇ ਅਕੈਡਮਿਕ ਲੈਵਲ 'ਤੇ। ਉਹਨੇ ਮਾਰਟਨ ਲੂਥਰ ਦਾ ਇੱਕ ਹਵਾਲਾ ਦਿੱਤਾ ਹੈ ਕਿ ਉਸ ਨੇ ਆਪਦੇ ਥੀਸਿਸ 95 ਦੇ ਵਿੱਚ ਇਹ ਕਿਹਾ, ਇਟ ਇਜ਼ ਏ ਸਟਲ ਈਵਲ ਟੂ ਸੇ that the love of God is, even in intensity, the same kind of love as that for creatures। ਵੀ ਜਿਹੜਾ ਰੱਬ ਨੂੰ ਪਿਆਰ ਕਰਨਾ ਹੈ ਉਹ ਉਹਦੇ ਜੀਵਾਂ ਨੂੰ ਪਿਆਰ ਕਰਨ ਦੇ ਬਰਾਬਰ ਨਹੀਂ ਰੱਖ ਸਕਦੇ ਤੁਸੀਂ। ਹੁਣ ਧਰਮ ਦੇ ਵਿੱਚ ਤਾਂ ਜਿਹੜੇ ਬਾਕੀ ਅਸੀਂ ਹੈ ਸਾਡੀ ਧਾਰਨਾ ਉਹ ਇਹ ਹੈ ਕਿ ਰੱਬ ਅਤੇ ਉਹਦੇ ਜੀਅ ਤੁਸੀਂ ਇੱਕੋ ਜਿਹਾ ਪਿਆਰ ਕਰੋਗੇ। ਰੱਬ ਦੇ ਜੀ ਸਮਝ ਕੇ ਕਿਸੇ ਨੂੰ ਪਿਆਰ ਹੋ ਸਕਦਾ, ਰੱਬ ਦਾ ਜੀ ਸਮਝ ਕੇ ਹੀ ਉਹਨੂੰ ਤੁਸੀਂ ਬਰਾਬਰ ਦਾ ਸਤਿਕਾਰ ਦੇ ਸਕਦੇ ਹੋ, ਨਹੀਂ ਤਾਂ ਤਿਰਸਕਾਰ ਪੈਦਾ ਹੋ। ਸੋ ਇਹਨੇ ਇਹ ਗੱਲ ਤੋੜ ਕੇ ਲਿਆਂਦੀ, ਕਹਿੰਦਾ ਇਹ ਇੱਕ ਈਵਲ ਹੋ ਇਸ ਤਰ੍ਹਾਂ ਸਮਝਣਾ ਵੀ ਰੱਬ ਦੇ ਕ੍ਰੀਏਚਰਸ ਨੂੰ ਹੋਰ ਤਰ੍ਹਾਂ ਪਿਆਰ ਕਰਨਾ ਹੈ ਅਤੇ ਰੱਬ ਨੂੰ ਪਿਆਰ ਕਰਨ ਦੇ ਮਾਇਨੇ ਹੋਰ ਹੈ। ਇਹਦਾ ਮਤਲਬ ਆਦਰ, ਉਹ ਕ੍ਰੀਏਚਰਸ ਨੂੰ ਤੁਸੀਂ ਅਦਰ ਕੈਟਾਗਰੀ 'ਚ ਰੱਖ ਲਿਆ, ਇਨਫੀਰੀਅਰ ਦਰਜੇ 'ਤੇ ਲੈ ਆਂਦਾ, ਫਿਰ ਉਹਨਾਂ ਨਾਲ ਉਹ ਸਾਰਾ ਵਰਤਾਓ ਦੀ ਜਿਹੜੀ ਉਹ ਜਸਟੀਫਿਕੇਸ਼ਨ ਹੋ ਗਈ। ਸੋ ਇਹਦੇ 'ਤੇ ਖੈਰ ਬੜਾ ਲੰਬਾ ਚੌੜੀ ਗੱਲ ਕੀਤੀ ਜਾ ਸਕਦੀ ਹੈ, ਮੈਂ ਬਹੁਤ ਬਰੀਫ ਦੇ ਵਿੱਚ ਹੀ ਇਹ ਗੱਲ ਕਹਿਣੀ ਚਾਹੁੰਦਾ ਸੀਗਾ। ਫਿਰ ਦੂਜਾ ਹੈਗਾ ਬਾਈਨਰੀ ਅਪੋਜੀਸ਼ਨਸ, ਮਤਲਬ ਪੱਛਮੀ ਫਲਸਫੇ ਦਾ ਸਭ ਤੋਂ ਜਿਹੜਾ ਆਧਾਰ ਹੈ ਉਹ ਉਲਟ ਜੋੜੇ ਸਿਰਜਦਾ ਹਮੇਸ਼ਾ ਹੀ, ਸੈਕੂਲਰਿਜ਼ਮ ਅਤੇ ਰਿਲੀਜਨ। ਅਤੇ ਇਹ ਹਰ ਚੀਜ਼ ਦੇ ਵਿੱਚ ਉਹ ਜਿਵੇਂ ਚੰਗਾ ਅਤੇ ਮਾੜਾ, ਬਲੈਕ ਐਂਡ ਵਾਈਟ, ਹਰ ਚੀਜ਼ ਦੇ ਅਪੋਜੀਸ਼ਨ ਬਣਾਉਂਦਾ ਹੈ। ਉਹਦੇ ਵਿੱਚੋਂ ਜਿਹੜੀ ਹੈਗੀ ਹੈ ਪੋਲੀਟਿਕਸ ਜਾਂ ਟਰਾਂਸਫੋਰਮੇਸ਼ਨ ਜਾਂ ਚੇਂਜ ਜਿਹੜੀ ਹੈ ਉਹ ਸਬਸਟੀਚਿਊਟਿਵ ਨਿਕਲਦੀ ਹੈ, ਟਰਾਂਸਫੋਰਮੇਟਿਵ ਨਹੀਂ। ਸਬਸਟੀਚਿਊਟਿਵ ਨੂੰ ਸਮਝਣ ਵਾਸਤੇ ਜਿਹੜਾ ਕਾਰਲ ਮਾਰਕਸ ਦਾ ਡਾਇਲੈਕਟੀਕਲ ਥਿਓਰੀ ਹੈ, ਜਿਹਨੂੰ ਵਿਰੋਧ ਵਿਕਾਸੀ ਪਦਾਰਥਵਾਦ ਕਹਿੰਦੇ ਹੈ, ਉਹਦੇ ਵਿੱਚ ਉਹਨੇ ਕਿਹਾ ਕਿ ਯੂਨਿਟੀ ਐਂਡ ਸਟਰਗਲ ਆਫ ਦੀ ਆਪੋਜਿਟਸ। ਹਰ ਜਗ੍ਹਾ ਕੌਨਸਟੈਂਟਲੀ ਦੋ ਆਪੋਜਿਟ ਆਪਦੇ ਵਿੱਚ ਭਿੜ ਰਹੇ ਨੇ। ਜਿਹੜਾ ਉਸ ਮੌਕੇ ਭਾਰੂ ਹੈ ਉਸ ਵਰਤਾਰੇ ਦਾ ਖਾਸਾ ਨਿਰਧਾਰਿਤ ਕਰ ਦਿੰਦਾ ਹੈ, ਜਿਹੜਾ ਦੋਮ ਦਰਜੇ 'ਤੇ ਹੈ ਉਹ ਉਹਦੇ ਅਧੀਨ ਹੁੰਦਾ ਹੈ। ਜਦੋਂ ਜਿਹੜਾ ਅਧੀਨ ਹੈ ਉਹ ਇੱਕ ਨੰਬਰ 'ਤੇ ਆ ਜਾਊਗਾ ਤਾਂ ਇੱਕ ਸਿਫਤੀ ਤਬਦੀਲੀ ਵਾਪਰ ਜਾਊਗੀ। ਇਸ ਕਰਕੇ ਅੱਜ ਕੈਪੀਟਲਿਸਟ ਜਿਹੜੀ ਕਲਾਸ ਹੈ ਉਹ ਰਾਜ ਕਰ ਰਹੀ ਹੈ। ਕੱਲ੍ਹ ਨੂੰ ਜਦੋਂ ਮਜ਼ਦੂਰ ਜਮਾਤ ਆਊਗੀ ਉਹ ਆਪਦੀ ਡਿਕਟੇਟਰਸ਼ਿਪ ਸਥਾਪਿਤ ਕਰੂਗੀ ਤਾਂ ਇੱਕ ਸਿਫਤੀ ਤਬਦੀਲੀ ਹੋਊ। ਹੁਣ ਇਹ ਸਬਸਟੀਚਿਊਟਿਵ ਹੈ, ਟਰਾਂਸਫਰਮੇਟਿਵ ਨਹੀਂ, ਕਿ ਜਿਹੜਾ ਮਜ਼ਲੂਮ ਵਰਗ ਹੈ ਉਹ ਜ਼ਾਲਮ ਦੇ ਨਾਲ ਆਇਡੈਂਟੀਫਾਈ ਕਰਦਾ, ਉਹਦੀ ਜਗ੍ਹਾ ਲੈਣੀ ਚਾਹੁੰਦਾ ਹੈ, ਉਹ ਸਾਰੇ ਕੁਛ ਨੂੰ ਟਰਾਂਸਫਾਰਮ ਨਹੀਂ ਕਰਨਾ ਚਾਹੁੰਦਾ। ਸੋ ਸਿੱਖੀ ਦੇ ਵਿੱਚੋਂ ਜਿਹੜਾ ਰਾਹ ਨਿਕਲਦਾ ਹੈ ਉਹ ਸਬਸਟੀਚਿਊਟਿਵ ਪੋਲੀਟਿਕਸ ਦਾ ਨਹੀਂ, ਉਹ ਟਰਾਂਸਫਾਰਮੇਟਿਵ। ਜਿਵੇਂ ਪਹਿਲਾਂ ਬੋਲ ਕੇ ਗਿਆ ਸੀ ਕਿ ਜ਼ਾਲਮ ਅਤੇ ਮਜ਼ਲੂਮ ਦੋਵਾਂ ਨੂੰ ਹਿਊਮਨਾਈਜ਼ ਕਰਨਾ। ਫਿਰ ਇਹ ਨਹੀਂ ਵੀ ਜਿਹੜਾ ਅੱਜ ਮਜ਼ਲੂਮ ਆ ਉਹਨੇ ਕੱਲ੍ਹ ਨੂੰ ਜ਼ਾਲਮ ਵਾਲੀ ਜਗ੍ਹਾ ਲੈ ਲਈ, ਇਹ ਸਬਸਟੀਚਿਊਟਿਵ ਨਹੀਂ ਹੋਊ। ਪਰ ਭਾਣਾ ਹੁਣ ਇਹ ਵਾਪਰ ਗਿਆ ਕਿ ਅਸੀਂ ਇੰਨੇ ਸਾਲਾਂ ਦੇ ਵਿੱਚ ਸਾਡੀ ਸਾਰੀ ਸੋਚ ਦੇ ਉੱਤੇ ਸਾਰੀਆਂ ਗੱਲਾਂ ਇੰਨੀਆਂ ਪੱਕੀਆਂ ਅੰਕਿਤ ਹੋ ਗਈਆਂ ਕਿ ਪਤਾ ਵੀ ਨਹੀਂ ਲੱਗਦਾ ਸਿੱਖ ਧਰਮ ਦੇ ਵਾਸਤਿਆਂ ਹੱਕਾਂ ਜਾਂ ਉਹਦੇ ਆਦਰਸ਼ਾਂ ਵਾਸਤੇ ਲੜਦੇ ਹੋਏ ਉਸੇ ਫਰੇਮ 'ਚ ਰਹਿ ਕੇ ਸਾਰੀ ਪੋਲੀਟਿਕਸ ਜਾਂ ਸਰਗਰਮੀ ਉਹ ਘੁੰਮ ਰਹੀ ਹੈ। ਸੋ ਇਸ ਕਰਕੇ ਜਿੱਥੇ ਨੇਸ਼ਨ ਸਟੇਟ ਦੀ ਸੰਕਲਪ ਦੀ ਗੱਲ ਆਉਂਦੀ ਹੈ ਨਾ, ਕਿਉਂਕਿ ਉਹਦੀ ਅਪੀਲ ਬੜੀ ਹੈ, ਰਾਜ ਦੀ ਅਪੀਲ ਪਾਵਰ ਦੀ ਹਮੇਸ਼ਾ ਹੀ ਆ ਮਨੁੱਖ ਨੂੰ, ਅਤੇ ਉਹ ਜਿਹੜੇ ਪਾਵਰ ਹਾਸਲ ਕਰਨ ਦੀ ਅਤੇ ਆਪਦਾ ਰਾਜ ਸਥਾਪਿਤ ਕਰਨ ਦੀ ਉਹ ਬੜੀ ਹੁੰਦੀ ਹੈ। ਅਤੇ ਜੇ ਤੁਹਾਨੂੰ ਪਿੱਛੇ ਸਾਫ਼ ਨਹੀਂ ਵੀ ਅਸੀਂ ਰਾਜ ਕਾਹਦੇ ਵਾਸਤੇ, ਤਾਂ ਉਹਦੇ ਵਿੱਚੋਂ ਜਿਹੜੀ ਮੈਂ ਇੱਕ ਬਣਾਇਆ ਹੋਇਆ ਥੋੜ੍ਹਾ ਜਿਹਾ 1 ਮਿੰਟ ਦੇ ਵਿੱਚ ਹੀ, ਕਿ ਇੱਕ ਮਟੀਰੀਅਲਿਸਟ ਓਰੀਐਂਟੇਸ਼ਨ, ਇੱਕ ਆਪਣੀ ਸਪਿਰਚੁਅਲ ਓਰੀਐਂਟੇਸ਼ਨ, ਇਹਨਾਂ ਦੋਹਾਂ ਦੇ ਵਿੱਚੋਂ ਬਿਲਕੁਲ ਵੱਖੋ ਵੱਖਰੇ ਰਾਹ ਅਤੇ ਵੱਖੋ ਵੱਖਰਾ ਅਮਲ ਨਿਰਧਾਰਿਤ ਹੁੰਦਾ ਹੈ। ਜੇ ਸਾਡੀ ਓਰੀਐਂਟੇਸ਼ਨ ਮਟੀਰੀਅਲਿਸਟ ਹੈ ਤਾਂ ਸਾਡਾ ਨਿਸ਼ਾਨਾ ਪਾਵਰ ਫਾਰ ਪਾਵਰ ਸੇਕ,
ਕਿਉਂਕਿ ਉਹ ਲਸਟ 'ਚੋਂ ਨਿਕਲ ਰਿਹਾ ਹੈ। ਉਹਦੇ ਵਿੱਚੋਂ ਨੇਸ਼ਨ ਸਟੇਟ ਦਾ, ਕਿਉਂਕਿ ਉਹਦਾ ਆਧਾਰ ਹੀ ਮਟੀਰੀਅਲਿਜ਼ਮ ਹੈ, ਨੇਸ਼ਨ ਸਟੇਟ ਦਾ। ਪਰ ਜੇ ਸਾਡੀ ਸਪਿਰਚੁਅਲ ਓਰੀਐਂਟੇਸ਼ਨ ਹੈ ਤਾਂ ਅਸੀਂ ਰਾਜ ਨੂੰ ਹੋਰ ਤਰ੍ਹਾਂ ਲਾਵਾਂਗੇ ਕਿ ਰਾਜ ਮੰਜ਼ਿਲ ਨਹੀਂ, ਰਾਜ ਇੱਕ ਸਾਧਨ ਹੈ। ਮੰਜ਼ਿਲ ਕੋਈ ਹੋਰ ਮਿਥਾਂਗੇ। ਅਸੀਂ ਕਰਨਾ ਕੀ ਚਾਹੁੰਦੇ ਹਾਂ, ਉਹ ਜਿਹੜਾ ਮੈਂ ਪਹਿਲਾਂ ਕਿਹਾ ਕਿ ਅਸੀਂ ਟੋਟਲ ਹਿਊਮਨਾਈਜੇਸ਼ਨ, ਮਨੁੱਖ ਨੂੰ ਸੰਪੂਰਨ ਮਨੁੱਖ ਬਣਾਉਣਾ ਹੈ ਅਤੇ ਰਾਜ ਨੂੰ ਉਹਦਾ ਇੱਕ ਸਾਧਨ ਬਣਾਉਣਾ ਹੈ। ਹੁਣ ਜਦੋਂ ਮਟੀਰੀਅਲਿਸਟ ਹੋਊਗਾ, ਤੁਹਾਡਾ ਪਾਵਰ ਦਾ ਨਿਸ਼ਾਨਾ ਹੋਊ, ਪਾਵਰ ਐਂਡ ਮਨੀ, ਦੌਲਤ, ਕਿਉਂਕਿ ਇਹਦਾ ਦੋਹਾਂ ਦਾ ਬੜਾ ਗੂੜਾ ਰਿਲੇਸ਼ਨ ਹੈ। ਜਿਸ 'ਚ ਪਾਵਰ ਦੀ ਲਸਟ ਹੈ ਉਹ 'ਚ ਦੌਲਤ ਦੀ ਵੀ ਹੋਊ। ਅਤੇ ਬੜਾ ਸੋਹਣਾ ਪਰਸੋਨੀਫਾਈ ਹੋ ਗਿਆ ਸੁਖਬੀਰ ਸਿੰਘ ਬਾਦਲ ਦੇ ਰੂਪ 'ਚ। ਪਹਿਲਾਂ ਇਹ ਇੰਨਾ ਨਹੀਂ ਸੀ ਕਿ ਪੋਲੀਟਿਕਸ ਅਤੇ ਬਿਜ਼ਨਸ ਇੰਨਾ ਜੁੜ ਗਿਆ ਹੁਣ ਆਪਸ ਵਿੱਚ ਹੀ, ਜੇ ਤੁਹਾਡੇ ਹੱਥ 'ਚ ਪੋਲੀਟੀਕਲ ਪਾਵਰ ਨਹੀਂ, ਤੁਹਾਡਾ ਬਿਜ਼ਨਸ ਵੀ ਗਿਆ। ਸੋ ਇਹਦੇ 'ਚੋਂ ਫਿਰ ਨਿਕਲੂਗਾ ਪਾਵਰ ਐਂਡ ਮਨੀ, ਗੋਲ। ਜੇ ਤੁਹਾਡੀ ਸਪਿਰਚੁਅਲ ਓਰੀਐਂਟੇਸ਼ਨ ਹੈ ਫਿਰ ਇਹ ਹੈ ਵੀ ਸੰਪੂਰਨਤਾ ਜਾਂ ਆਤਮਿਕ ਆਨੰਦ ਅਤੇ ਤ੍ਰਿਪਤੀ, ਵੀ ਬੰਦੇ ਨੂੰ ਉੱਥੇ ਲੈ ਕੇ ਜਾਣਾ ਅਸੀਂ ਜਿੱਥੋਂ ਉਹਦੇ ਵਿੱਚ ਤ੍ਰਿਪਤੀ ਆ ਜਾਏ। ਅੱਛਾ, ਜੇ ਪਾਵਰ ਅਤੇ ਮਨੀ ਗੋਲ ਹੈ, ਨੇਸ਼ਨ ਸਟੇਟ ਦਾ ਸਾਹਮਣੇ ਨਿਸ਼ਾਨਾ ਹੈ, ਫਿਰ ਜਿਹੜੀ ਪੋਲੀਟਿਕਸ ਹੈ ਉਹ ਡੀਗ੍ਰੇਡਡ ਹੋਊ। ਇਹ ਲਾਜ਼ਮੀ ਹੈ। ਤੁਸੀਂ ਜਿਹਦੇ ਖਿਲਾਫ ਲੜ ਰਹੇ ਹੋ ਉਹਦੇ ਅੱਗੇ ਹੀ ਬਣ ਕੇ ਲੜੋਗੇ। ਇਹਦੇ ਆਪਾਂ ਹੁਣ ਬੜੇ ਸਾਖਸ਼ਾਤ ਦਰਸ਼ਨ ਕਰ ਰਹੇ ਹਾਂ। ਸੋ ਸਭ ਕੁਝ ਹੋ ਰਿਹਾ, ਮਤਲਬ ਯਤਨ ਹੋ ਰਹੇ ਨੇ, ਘਾਲਣਾ ਕਾਲੀਆਂ ਜਾ ਰਹੀਆਂ, ਬੰਦੇ ਮੁਕੱਦਮੇ ਬਣ ਰਹੇ ਨੇ, ਜੇਲ੍ਹਾਂ 'ਚ ਵੀ ਜਾਂਦੇ ਨੇ, ਪਰ ਸਾਰੀ ਜਿਹੜੀ ਐਕਸਰਸਾਈਜ਼ ਹੈ ਉਹ ਉਹਨਾਂ ਝਿਰੀਆਂ ਦੇ ਵਿੱਚ ਹੀ ਘੁੰਮ ਰਹੀ ਹੈ ਕਿ ਉਹ ਉਹਦੇ ਨਾਲ ਆਈਡੈਂਟੀਫਾਈ ਕਰਦੇ ਨੇ ਜਿਹੜੇ ਅੱਜ ਰੂਲਰ ਨੇ, ਅਤੇ ਕੱਲ੍ਹ ਨੂੰ ਉਹ ਰੂਲਰ ਬਣਨ ਦੀ ਇੱਕ ਪਿੱਛੇ ਲਸਟ ਹੈ। ਸੋ ਉਹਦੇ ਵਿੱਚੋਂ ਡੀਗ੍ਰੇਡਡ ਪੋਲੀਟਿਕਸ ਨਿਕਲੂਗੀ। ਜੇ ਤੁਹਾਡੀ ਸਪਿਰਚੁਅਲ ਓਰੀਐਂਟੇਸ਼ਨ ਹੈ ਤਾਂ ਸਪਿਰਚੁਅਲਾਈਜ਼ਡ ਪੋਲੀਟਿਕਸ ਨਿਕਲੂਗੀ। ਉਹ ਫਿਰ ਜੋ ਕੁਛ ਅਸੀਂ ਅੱਜ ਦੇਖ ਰਹੇ ਹਾਂ ਪੋਲੀਟਿਕਸ ਦਾ, ਜੋ ਸਾਰੀ ਵਰਗਾਂ 'ਚ, ਲੈਫਟ ਤੋਂ ਲੈ ਕੇ ਪੰਥਕ ਤੋਂ ਲੈ ਕੇ ਅਕਾਲੀਆਂ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਤਕਰੀਬਨ ਕੋਈ ਬਹੁਤਾ ਆਮ ਆਦਮੀ ਪਾਰਟੀ ਤੋਂ ਲੈ ਕੇ ਕੋਈ ਨਖੇੜਾ ਕਰਨਾ ਬੜਾ ਮੁਸ਼ਕਲ ਹੈ ਬੇਸਿਕ ਗੱਲਾਂ ਦੇ ਉੱਤੇ। ਸੋ ਇਹਦੇ ਵਿੱਚੋਂ ਫਿਰ ਇਹੀ ਨਿਕਲੂਗੀ। ਸੋ ਜੇ ਨੇਸ਼ਨ ਸਟੇਟ ਦਾ ਪਾਵਰ ਐਂਡ ਮਨੀ ਦਾ ਤਾਂ ਪੋਲੀਟੀਕਲ ਮੈਨੂਪੂਲੇਸ਼ਨ ਆਫ ਰਿਲੀਜੀਅਸ ਸਿੰਬਲਸ, ਸੈਂਟੀਮੈਂਟਸ ਐਂਡ ਟ੍ਰੈਡੀਸ਼ਨਸ। ਧਰਮ ਨੂੰ ਵਰਤੋਂਗੇ ਪਰ ਕਾਹਦੇ ਵਾਸਤੇ? ਮੈਨੀਪੂਲੇਟ ਕਰੋਗੇ ਪਾਵਰ ਵਾਸਤੇ, ਉਹਨਾਂ ਸਿੰਬਲਸ ਨੂੰ ਵੀ ਅਤੇ ਉਹਨਾਂ ਟ੍ਰੈਡੀਸ਼ਨਸ ਨੂੰ ਵੀ ਅਤੇ ਉਹਨਾਂ ਸੈਂਟੀਮੈਂਟਸ ਨੂੰ ਵੀ। ਇਹੀ ਬਾਦਲ ਨੇ ਕੀਤਾ, ਜਿਹੜਾ ਸੁੰਦਰੀਕਰਨ, ਵਿਰਾਸਤ, ਗੁਰੂ ਜਾਂ ਜਿੰਨੀਆਂ ਯਾਦਗਾਰਾਂ ਬਣਾ ਰਿਹਾ, ਜੋ ਵੀ ਚੀਜ਼ ਪਵਿੱਤਰ ਹੈ, ਜਿਹੜਾ ਵੀ ਮੰਡਲ ਪਵਿੱਤਰ ਹੈ, ਉਹਨੂੰ ਕੋਈ ਛੱਡਿਆ ਨਹੀਂ। ਹੁਣ ਸ਼ਹਾਦਤ ਬੜੀ ਪਵਿੱਤਰ ਹੈ, ਕੁਰਬਾਨੀ ਬੜੀ ਪਵਿੱਤਰ ਹੈ। ਉਹ ਜੋ ਯਾਦਗਾਰਾਂ ਬਣਾਈਆਂ ਜਾ ਰਹੀਆਂ, ਸਾਰਾ ਕੁਛ ਗੋਲ ਕੀ ਹੈ? ਉਹ ਮੈਨੀਪੂਲੇਟ ਕਰਨਾ ਉਸ ਸੈਂਟੀਮੈਂਟ ਨੂੰ। ਸੋ ਉਹਦੇ ਵਿੱਚੋਂ ਉਹ ਪੋਲੀਟਿਕਸ ਨਿਕਲੂਗੀ। ਸੋ ਦੀ ਗੋਲ ਇਜ਼ ਸ਼ਿਫਟਡ ਫਰਾਮ ਦੀ ਸਪਿਰਚੁਅਲ ਡੋਮੇਨ ਟੂ ਪੋਲੀਟਿਕਸ। ਇਟ ਸੋਲੀਡੀਫਾਈਜ਼ ਦੀ ਆਈਡੀਆਲੋਜੀ ਆਫ ਨੇਸ਼ਨ ਸਟੇਟ। ਇਹਦੇ ਨਾਲ ਫਿਰ ਜਿਹੜੀ ਨੇਸ਼ਨ ਸਟੇਟ ਦੀ ਆਈਡੀਆਲੋਜੀ ਹੈ ਉਹ ਪੱਕੇ ਪੈਰੀਂ ਹੋ ਜਾਂਦੀ ਹੈ। ਇਟ ਹੈਜ਼ ਇਟਸ ਅਪੀਲ, ਇਟ ਹੈਜ਼ ਗੋਟ ਏ ਕਾਜ਼। ਅਪੀਲ ਹੈ ਇਹਦੀ, ਪਾਵਰ ਦੀ ਅਪੀਲ ਬੜੀ ਹੈ ਅਤੇ ਪਿੱਛੇ ਕਾਜ਼ ਵੀ ਹੈ। ਇਸ ਕਰਕੇ ਜਿਹੜਾ ਮੱਧ ਵਰਗ ਹੈ ਉਹਨੂੰ ਇਹ ਅਪੀਲ ਬੜੀ ਕਰਦੀ ਹੈ। ਸੋ ਇਹ ਜਿਹੜੀ ਗੱਲ ਹੈਗੀ ਹੈ ਕਿ ਇਹ ਸਪੋਰਟ ਮਿਲ ਰਹੀ ਹੈ ਅੱਜ ਦੇ ਮਟੀਰੀਅਲਿਸਟ ਯੁੱਗ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀ ਪੋਲੀਟਿਕਸ ਕਰ ਰਹੇ। ਇਹ ਮਿਲਦੀ ਰਹੂਗੀ ਜਿੰਨਾ ਚਿਰ ਜਿਹੜੀ ਮਿਡਲ ਕਲਾਸ ਹੈ ਉਹ ਇਸ ਕਿਸਮ ਦੀ ਹੋਊਗੀ। ਸੋ ਇਹ ਕੁਛ ਪੁਆਇੰਟ ਜਿਹੜੇ ਸੀਗੇ ਮੈਂ 2-3। ਦੂਜਾ ਤਰਕ, ਵੀ ਤਰਕ ਨੂੰ ਜਿੰਨਾ ਉਚਾਇਆ ਗਿਆ, ਤਰਕ ਕੀ ਹੈ? ਇਹਦੇ ਬਾਰੇ ਮਹਿਬੂਬ ਸਾਹਿਬ ਦਾ ਅਤੇ ਪ੍ਰੋਫੈਸਰ ਪੂਰਨ ਸਿੰਘ ਦਾ ਵੀ ਅਤੇ ਅਰਵਿੰਦੋ ਘੋਸ਼, ਮੈਂ 3 ਜਣਾਂ ਦੀਆਂ ਕੋਟੇਸ਼ਨਾਂ ਛੋਟੀਆਂ। ਮਹਿਬੂਬ ਸਾਹਿਬ ਕਹਿੰਦੇ ਨੇ, ਅਖੌਤੀ ਇਤਿਹਾਸਕ ਪ੍ਰਮਾਣਤਾ ਨੂੰ ਸਾਹਮਣੇ ਲਿਆਉਣ ਵਾਲਾ ਇੱਕ ਬੌਧਿਕ ਰਵੱਈਆ ਹੈ। ਇਹ ਰਵੱਈਆ ਵਿਗਿਆਨਕ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਵਿਸ਼ੇਸ਼ਣ ਥੱਲੇ ਸਰਬ ਪ੍ਰਧਾਨ ਅਤੇ ਹਰਮਨ ਪਿਆਰਾ ਹੈ। ਤਰਕ ਅਤੇ ਵਿਸ਼ਲੇਸ਼ਣ 2 ਸ਼ਕਤੀਆਂ ਇਸ ਦੀਆਂ ਮੁੱਖ ਸਹਾਇਕ ਹਨ। ਤਰਕ ਅਤੇ ਵਿਸ਼ਲੇਸ਼ਣ, ਪਰ ਇਹਨਾਂ ਸ਼ਕਤੀਆਂ ਦਾ ਦੁਖਾਂਤ ਇਸ ਅਸਲੀਅਤ ਅੰਦਰ ਹੈ ਕਿ ਇਹਨਾਂ ਦੇ ਪਿਛੋਕੜ ਵਿੱਚ ਡੂੰਘਾ ਧਿਆਨ ਨਹੀਂ ਹੁੰਦਾ, ਸਗੋਂ ਇਹ ਔਸਤਨ ਬੁੱਧੀ ਉੱਤੇ ਪਲਦੀਆਂ ਹਨ। ਤਰਕ ਅਤੇ ਵਿਸ਼ਲੇਸ਼ਣ ਉਹੀ ਮਹਾਨ ਹੁੰਦੇ ਹਨ ਜਿਹੜੇ ਮਹਾਨ ਚੇਤਨਾ ਨਾਲ ਇਕਸੁਰ ਹੋਣ, ਨਹੀਂ ਤਾਂ ਇਹ
ਉਸ ਮੁਰਦਾ ਛਿੱਲੜ ਵਾਂਗ ਹੁੰਦੇ ਹਨ ਜਿਹੜੀ ਦਰਖਤ ਦੇ ਜੀਵਨ ਰਸ ਨੂੰ ਸਰਸਬਜ਼ ਪੱਤਿਆਂ ਤੱਕ ਨਹੀਂ ਭੇਜ ਸਕਦੀ। ਉਸ ਹਾਲਤ ਵਿੱਚ ਉਸ ਵਿੱਚੋਂ ਪੈਦਾ ਹੋਣ ਵਾਲੀ ਵਿਗਿਆਨਕਤਾ ਅਤੇ ਪ੍ਰਮਾਣਿਕਤਾ ਖੋਟੇ ਸਿੱਕੇ ਸਮਾਨ ਹੋਣਗੇ। ਸੋ ਉਹਨੇ ਆ ਇੱਕ ਅੰਤਰਦ੍ਰਿਸ਼ਟੀ ਦੇਤੀ ਹੈ। ਪ੍ਰੋਫੈਸਰ ਪੂਰਨ ਸਿੰਘ ਉਹ ਕਹਿੰਦੇ ਬੌਧਿਕ ਵਿਸ਼ਲੇਸ਼ਣ ਘੱਟ ਹੀ ਕਦੇ ਠੀਕ ਹੁੰਦਾ ਹੈ, ਜਦੋਂ ਕਿ ਆਤਮਾ ਦਾ ਪ੍ਰਤੱਖਣ ਕਦੇ ਗਲਤ ਨਹੀਂ ਹੁੰਦਾ। ਸੋਲ ਪਰਸੈਪਸ਼ਨ। ਸੋ ਜਿਹੜੀ ਬੁੱਧੀ ਤੇ ਮਾਨ ਹੈ ਨਾ, ਅਸੀਂ ਬੁੱਧੀ ਨਾਲ ਕੁਝ ਵੀ ਕਰ ਸਕਦੇ ਹਾਂ, ਵਿਸ਼ਲੇਸ਼ਣ ਕਰ ਸਕਦੇ ਹਾਂ। ਸੋ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਜਿਹੜੀ ਸੋਲ ਪਰਸੈਪਸ਼ਨ ਹੈ ਉਹ ਕਿਤੇ ਉਹਦੇ ਨਾਲ ਉਹ ਕਦੇ ਵੀ ਗਲਤ ਨਹੀਂ ਹੋ ਸਕਦੀ। ਤੀਜਾ ਅਰਵਿੰਦੋ ਘੋਸ਼ ਦਾ ਵੀ ਕਹਿੰਦਾ ਇਫ ਰੀਜਨ ਇਜ਼ ਟੂ ਪਲੇ ਐਨੀ ਡਿਸਾਈਸਿਵ ਪਾਰਟ ਇਟ ਮਸਟ ਬੀ ਐਨ ਇੰਟਿਊਟਿਵ ਰਾਦਰ ਦੈਨ ਐਨ ਇੰਟੈਲੈਕਚੁਅਲ ਰੀਜਨ ਟੱਚਡ ਆਲਵੇਜ਼ ਬਾਈ ਸਪਿਰਚੁਅਲ ਇੰਟੈਂਸਿਟੀ ਐਂਡ ਇਨਸਾਈਟ। ਮਤਲਬ ਮਹਿਬੂਬ ਸਾਹਿਬ ਵਾਲੀ ਗੱਲ ਨੂੰ ਇਹਨੇ ਇੱਕ ਆਪਦੇ ਸ਼ਬਦਾਂ ਦੇ ਵਿੱਚ ਕੀਤਾ ਹੈ। ਸੋ ਇਹ ਹੋ ਗਈ ਤਰਕ ਬਾਰੇ। ਦੂਜਾ ਇਹ ਵੀ ਯੂਰਪ ਨੇ ਜਿਹੜਾ ਹੈਗਾ ਆਪਣੀ ਜਿਹੜੀ ਡੋਮੀਨੇਸ਼ਨ ਕੀਤੀ ਹੈ ਉਹ ਹੈਗੀ, ਪਹਿਲਾਂ ਗੱਲ ਆ ਹੀ ਗਈ ਹੈ, ਮਹਾਂਬਿਰਤਾਂਤ ਸਿਰਜਤੇ, ਮੈਟਾ ਨੈਰੇਟਿਵਸ। ਵੀ ਸਿਰਜੇ ਤਾਂ ਉੱਥੋਂ ਗਏ ਉਹ ਸਿਧਾਂਤ, ਪਰ ਉਹ ਸਾਰੀ ਦੁਨੀਆ ਵਾਸਤੇ ਲਾਗੂ ਹੋਣ ਵਾਸਤੇ ਜਿਹਨੂੰ ਅਸੀਂ ਮਹਾਂਬਿਰਤਾਂਤ, ਉਹ ਸਾਰੇ ਪ੍ਰਚਾਰੇ ਗਏ। ਅਤੇ ਮਹਾਂਪ੍ਰਬੰਧ ਵੀ ਦੁਨੀਆ ਵਾਸਤੇ ਇੱਕ ਮਾਡਲ ਸਿਰਜਤਾ। ਮਾਰਕਸ ਨੇ ਵੀ ਇੱਕ ਸਿਰਜਤਾ ਵੀ ਹੁਣ ਮੁਕਤੀ ਜਿਹੜੀ ਆ ਇਸ ਪ੍ਰਬੰਧ 'ਤੇ ਰਾਹ ਪੈ ਕੇ ਹੀ ਹੋ ਸਕਦੀ ਹੈ। ਪੂੰਜੀਵਾਦ ਨੇ ਦੂਜਾ ਸਿਰਜਤਾ। ਦੋਵੇਂ ਐਨਲਾਈਟਨਮੈਂਟ ਦੀ ਦੇਣ ਹੈ। ਕਾਰਲ ਮਾਰਕਸ ਬਾਰੇ ਕਿਸੇ ਵਿਦਵਾਨ ਨੇ ਕਿਹਾ ਕਿ ਹੀ ਵਾਜ਼ ਦੀ ਸਪੋਇਲਡ ਚਾਈਲਡ ਆਫ ਐਨਲਾਈਟਨਮੈਂਟ। ਵੀ ਐਨਲਾਈਟਨਮੈਂਟ ਲਹਿਰ ਦੀ ਵਿਗੜੀ ਹੋਈ ਔਲਾਦ ਸੀ, ਹੋਰ ਕੁਛ ਨਹੀਂ ਸੀਗਾ। ਸੋ ਦੋਹਾਂ ਦੇ ਇੱਕੋ ਹੈ। ਦੂਜਾ ਡੈਮੋਕ੍ਰੇਸੀ ਬਾਰੇ ਬਸ ਲਾਸਟ ਪੁਆਇੰਟ ਮੇਰਾ। ਡੈਮੋਕ੍ਰੇਸੀ ਦਾ ਜਿਹੜਾ ਹੈਗਾ ਇਹਨੂੰ ਕਿਹਾ ਜਾਂਦਾ ਕਿ ਗ੍ਰੀਕ ਤੋਂ ਆਈ ਹੈ। ਜਿਹੜੇ ਪੁਰਾਤਨ ਗ੍ਰੀਕ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿਹੜੀ ਆਮ ਸਭਾ ਬੁਲਾ ਕੇ ਉਹ ਫੈਸਲੇ, ਪੰਚਾਇਤੀ ਫੈਸਲੇ, ਆਪਣੇ ਕਈ ਟਰਾਈਬਲਸ ਦੇ ਵਿੱਚ ਵੀ ਹੈ ਜਾਂ ਹੋਰ ਸਾਰੇ ਥਾਵਾਂ 'ਤੇ ਵੀ ਐਕਚੁਅਲੀ ਇਹ ਜਿਹੜਾ ਇਹਨਾਂ ਨੇ ਲਿਬਰਲ ਡੈਮੋਕ੍ਰੇਸੀ ਦਾ ਕਨਸੈਪਟ ਘੜਿਆ ਉਹਦੀ ਬੁਨਿਆਦ ਉਹਨੂੰ ਬਣਾਇਆ। ਬਹੁਤ ਕੁਝ ਗ੍ਰੀਕ ਤੋਂ ਲਿਆ ਉਹਨਾਂ ਨੇ, ਕ੍ਰਿਟਿਸਿਜ਼ਮ ਦਾ ਵੀ। ਅਤੇ ਇਹ ਜਿਹੜਾ ਹੈਗਾ, ਪਰ ਇਹਦੇ ਵਿੱਚ ਇੱਕ ਗੱਲ ਹੈ ਕਿ ਜਿਹੜੀ ਗ੍ਰੀਕ ਦਾ ਕਨਸੈਪਟ ਹੈ ਡੈਮੋਕ੍ਰੇਸੀ ਦਾ, ਉਹ ਹੈ ਭੀੜਾਂ ਦਾ, ਅਤੇ ਸਾਡੇ ਸੰਗਤ ਦਾ। ਸੰਗਤ ਸੈਲਫ ਵੇਕੈਂਡ ਹੁੰਦੀ ਹੈ, ਭੀੜ ਲੋਐਸਟ ਕਾਮਨ ਡਿਨੋਮੀਨੇਟਰ 'ਤੇ ਇਕੱਠੀ ਹੁੰਦੀ ਹੈ ਉਸ ਮੌਕੇ 'ਤੇ। ਸੋ ਇਹ ਦੋਹਾਂ ਦੇ ਫਰਕ ਨੂੰ ਨਾ ਸਮਝਣਾ ਤਾਂ ਅਸੀਂ ਉਹ ਜਮਹੂਰੀਅਤ ਕਰੀ ਜਾਂਦੇ ਹਾਂ। ਉਹ ਸਰਬੱਤ ਖਾਲਸਾ ਨੂੰ ਵੀ ਅਸੀਂ ਇਸ ਤਰ੍ਹਾਂ ਬਣਾ ਲੈਂਦੇ ਹਾਂ ਵੀ ਜਿਵੇਂ ਇੱਕ ਭੀੜ ਇਕੱਠੀ ਕਰਨੀ, ਕਿਉਂਕਿ ਉਹਦੇ ਪਿੱਛੇ ਉਹੀ ਇੱਕ ਵੈਸਟ ਦਾ ਪਿਆ ਹੈ। ਕਈ ਬੰਦੇ ਜਿਹੜਾ ਅੱਜ ਪਰੰਪਰਾਵਾਂ ਮੁੜ ਸੁਰਜੀਤ ਕਰਨ ਦੀਆਂ ਗੱਲਾਂ ਉੱਠ ਰਹੀਆਂ ਨਾ ਕਿ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਆਪਦੇ ਸੰਸਥਾਵਾਂ ਨੂੰ ਮੁੜ ਸੁਰਜੀਤ ਕਰਨਾ ਹੈ, ਉਹਨੂੰ ਹਿਸਟੋਰੀਸਾਈਜ਼ ਨਹੀਂ ਕਰਦੇ ਕਿ ਉਹ ਕਦੋਂ ਪੈਦਾ ਹੋਈਆਂ ਸੀ, ਕਿਸ ਮਾਹੌਲ ਦੇ ਵਿੱਚ, ਕਿਹੜੇ ਜਜ਼ਬੇ ਅਧੀਨ। ਜੇ ਉਹ ਜਜ਼ਬਾ ਨਹੀਂ, ਸਿਰਫ ਵਿਧੀ ਵਿਧਾਨ ਬਣਾ ਲਓ ਤੁਸੀਂ। ਬੜੀ ਐਕਸਰਸਾਈਜ਼ ਹੋ ਰਹੀ ਹੈ, ਮਰਿਆਦਾ ਵਿਧੀ ਵਿਧਾਨ ਤੈਅ ਕਰ ਲਓ। ਇਹ ਪੱਛਮ ਦੀ ਪਹੁੰਚ ਹੈ ਵੀ ਬੰਦੇ ਨੂੰ ਵਿਧੀ ਵਿਧਾਨਾਂ ਨਾਲ ਬਦਲਣ ਦੀ ਕੋਸ਼ਿਸ਼, ਸਿਸਟਮ ਨਾਲ ਬਦਲਣ ਦੀ ਕੋਸ਼ਿਸ਼। ਇੱਥੇ ਬੰਦੇ ਨੂੰ ਅੰਦਰੋਂ ਬਦਲਣ ਦੀ ਕੋਸ਼ਿਸ਼ ਹੈ। ਇਸ ਕਰਕੇ ਜਿਹੜਾ ਸਰਬੱਤ ਖਾਲਸਾ ਹੈ ਵੀ 18ਵੀਂ ਸਦੀ 'ਚ ਦੈਵੀ ਰੂਪ ਵਿੱਚ ਜਾਗਰਤ ਹੋਏ ਖਾਲਸੇ ਨੇ ਜੋ ਕ੍ਰਿਸ਼ਮਾ ਕੀਤਾ ਸੀ, ਜਦੋਂ ਅੱਜ ਦਾ ਮਾਦਾ ਪ੍ਰਸਤ ਸਿੱਖ ਉਹਦੀ ਨਕਲ ਕਰੂਗਾ, ਜੇ ਉਹ ਮਾਦਾ ਪ੍ਰਸਤ ਹੈ ਤਾਂ ਉਹਦਾ ਉਹ ਕੈਰੀਕੇਚਰ ਹੀ ਪੈਦਾ ਕਰੂਗਾ, ਭੰਡ ਚਿੱਤਰ। ਬਸ ਇੰਨੀਆਂ ਕੁ ਮੈਂ ਕੁਛ ਗੱਲਾਂ